ना दौलत मंगदी है, ना शौहरत मंगदी है, ਮੁਹੱਬਤ ਸੱਚੀ ਹੈ ਤਾਂ ਫਿਰ ਸ਼ਹਾਦਤ ਮੰਗਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਲਵਿੰਦਰ। ਵੀ ਮੰਚ ਆਨਲਾਈਨ ਇੰਟਰਨੈਸ਼ਨਲ ਫੈਸਟੀਵਲ ਦੇ ਅਗਲੇ ਦਿਨ ਨੈਕਸਟ ਜਿਹੜੀ ਕੜੀ ਹੈ ਉਹਦੇ ਵਿੱਚ ਅਸੀਂ ਦਾਖਲ ਹੋ ਗਏ ਹਾਂ। 7 ਦਿਨ ਕਹਿ ਕੇ ਚੱਲੇ ਸੀ, 15 ਦਿਨ ਹੋ ਗਏ, ਹੁਣ 27 ਦਿਨ ਹੋ ਗਏ। ਇਸ ਤੋਂ ਬਾਅਦ ਇਹ ਸਵਾ ਮਹੀਨਾ ਜਾਏਗਾ ਮੇਰੇ ਖਿਆਲ 'ਚ, ਸਵਾ ਮਹੀਨਾ ਦਾ ਸ਼ਗਨ ਜਿਹੜਾ ਸਾਨੂੰ ਵਾਰਾ ਖਾਏਗਾ। ਲੇਕਿਨ ਬਹੁਤ ਸੋਹਣਾ ਚੱਲ ਰਿਹਾ। ਬਹੁਤ ਸਾਰੇ ਅਲੱਗ-ਅਲੱਗ ਮੰਚ ਨਾਲ ਜੁੜੀਆਂ ਹੋਈਆਂ ਹਸਤੀਆਂ ਔਰ ਅਦਾਕਾਰ, ਕਲਾਕਾਰਾਂ ਨੇ ਪਰਫੋਰਮ ਕੀਤਾ, ਪੇਸ਼ੇ ਨਜ਼ਰ ਦਿੱਤੀ, ਪੇਸ਼ਕਾਰੀਆਂ ਕੀਤੀਆਂ, ਆਸ਼ੀਰਵਾਦ ਦਿੱਤੇ, ਸੁਨਹਿਰੀ ਬੋਲ ਬੋਲੇ। ਔਰ ਸਭ ਤੋਂ ਜ਼ਿਆਦਾ ਕਿਉਂਕਿ ਇਹ ਜਿਹੜਾ ਸ਼ੋਅ ਹੈ ਉਹ ਲਾਈਵ ਜਾਂਦਾ ਹੈ, ਇਸ ਲਈ ਲਾਈਵ ਸਾਡੇ ਨਾਲ ਬਹੁਤ ਸਾਰੇ ਪੁਰਾਣੇ ਦੋਸਤ ਵੀ ਜੁੜੇ ਔਰ ਨਵੇਂ ਦੋਸਤ ਵੀ ਸਾਨੂੰ ਡੇ ਬਾਈ ਡੇ ਜੁੜਦੇ ਜਾ ਰਹੇ ਨੇ। ਔਰ ਸਾਨੂੰ ਉਹਨਾਂ ਦੀਆਂ ਜਿਹੜੀਆਂ ਬਹੁਤ ਕੀਮਤੀ ਜਿਹੜੀਆਂ ਟਿੱਪਣੀਆਂ ਨੇ, ਸਲਾਹਾਂ, ਮਸ਼ਵਰੇ ਵੀ ਮਿਲਦੇ ਨੇ। ਇਸ ਲਈ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਖੈਰ ਮਕਦਮ ਹੈ। ਲੇਕਿਨ ਅੱਜ ਦਾ ਸ਼ੋਅ ਜਿਹੜਾ ਅਸੀਂ ਸਟਾਰਟ ਕਰ ਰਹੇ ਹਾਂ, ਆਗਾਜ਼ ਕਰ ਰਹੇ ਹਾਂ, ਉਹਦੇ ਵਿੱਚ ਕਿਉਂਕਿ ਅਸੀਂ ਹਰ ਵਾਰ ਦੀ ਤਰ੍ਹਾਂ ਇੱਕ ਰੀਤ ਬਣਾ ਲਈ ਹੈ, ਇੱਕ ਰਵਾਇਤ ਅਸੀਂ ਸਿਰਜ ਲਈ ਹੈ ਕਿ ਸਭ ਤੋਂ ਪਹਿਲਾਂ ਅਸੀਂ ਇਸ ਸ਼ੋਅ ਨੂੰ ਕਿਸੇ ਵਡੇਰੇ, ਕਿਸੇ ਜਿਹੜਾ ਸੀਨੀਅਰ ਸਾਡੇ ਰੰਗ ਕਰਮੀ ਨੇ, ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ, ਉਹਨਾਂ ਤੋਂ ਮੰਗਦੇ ਹਾਂ ਕਿ ਸਾਨੂੰ ਆਸ਼ੀਰਵਾਦ ਦੇ ਰੂਪ ਦੇ ਵਿੱਚ ਸੁਨਹਿਰੀ ਬੋਲਾਂ 'ਚ ਤੁਸੀਂ ਉਹ ਤੁਸੀਂ ਜ਼ਰੂਰ ਦਿਓ। ਕਿਉਂਕਿ ਦਰਸ਼ਕੋ ਜਿਨ੍ਹਾਂ ਨੇ ਹੁਣੇ ਸੋਸ਼ਲ ਮੀਡੀਆ ਤੇ ਸਾਡਾ ਇਹ ਵੀ ਮੰਚ, ਵਰਚੁਅਲ ਮੰਚ ਖੋਲਿਆ, ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਪੁਰਾਣੇ ਲੋਕ ਜਾਣਦੇ ਨੇ, ਲੇਕਿਨ ਜਿਹੜੇ ਨਵੇਂ ਜੁੜੇ ਨੇ ਉਹਨਾਂ ਲਈ ਕਿ ਅਸੀਂ ਇਸ ਪੂਰੇ ਪ੍ਰੋਗਰਾਮ ਨੂੰ ਜਿਹੜੀ ਤਰਤੀਬ ਦਿੱਤੀ ਹੈ ਉਹਦੇ ਵਿੱਚ ਅਸੀਂ ਇਸ ਨੂੰ 4 ਹਿੱਸਿਆਂ 'ਚ ਵੰਡਿਆ, 4 ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਭਾਗ ਸੁਨਹਿਰੀ ਬੋਲ ਹੁੰਦੇ ਨੇ, ਦੂਜਾ ਭਾਗ ਜਿਹੜਾ ਹੁੰਦਾ ਉਹ ਅਸੀਂ ਰੂਬਰੂ ਹੁੰਦੇ ਹਾਂ, ਜਿਹੜਾ ਉਸ ਦਿਨ ਦਾ ਖਾਸ ਕਲਾਕਾਰ ਹੁੰਦਾ। ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਪੇਸ਼ਕਾਰੀ ਦੇਖਦੇ ਹਾਂ ਪੇਸ਼ੇ ਨਜ਼ਰ ਦੇ ਵਿੱਚ। ਔਰ ਉਸ ਤੋਂ ਬਾਅਦ ਪੇਸ਼ਕਾਰੀ ਪੇਸ਼ੇ ਨਜ਼ਰ ਦੇ ਵਿੱਚੋਂ ਜਿਹੜੇ ਸਵਾਲ ਹੁੰਦੇ ਨੇ, ਜਿਹੜੇ ਫੇਸਬੁੱਕ ਦੇ ਉੱਤੇ ਸਾਨੂੰ ਦੋਸਤ ਮਿਲਦੇ ਨੇ, ਟਿੱਪਣੀਆਂ ਕਰਦੇ ਨੇ, ਉਹਨਾਂ ਨਾਲ ਅਸੀਂ ਚਰਚਾ ਕਰਦੇ ਹਾਂ ਉਸ ਦਿਨ ਦੇ ਮਹਿਮਾਨ ਦੇ ਨਾਲ, ਕਿਉਂਕਿ ਉਹ ਪੇਸ਼ਕਾਰੀ ਦੇ ਬਾਬਤ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਉਸ ਤੋਂ ਬਾਅਦ ਮੰਚ ਗੀਤ ਹੁੰਦਾ ਔਰ ਅਸੀਂ ਫਿਰ ਸਮਾਪਨ ਕਰਦੇ ਹਾਂ ਉਸ ਦਿਨ ਦੀ ਐਕਟੀਵਿਟੀ। ਅੱਜ ਦੀ ਜਿਹੜੀ ਐਕਟੀਵਿਟੀ, ਅੱਜ ਦਾ ਜਿਹੜਾ ਆਗਾਜ਼ ਹੈ, ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ। ਉਹਨਾਂ ਬਾਰੇ ਮੈਂ ਦੱਸ ਦੇਵਾਂ ਕਿ ਉਹਨਾਂ ਮੇਰੇ ਬੜੇ ਫੇਵਰੇਟ ਨੇ ਔਰ ਪੰਜਾਬੀ ਦੇ ਜਿਹੜੀ ਤੀਸਰੀ ਪੀੜ੍ਹੀ ਦੇ ਅਸੀਂ ਕਹਿੰਦੇ ਹਾਂ ਕਿ ਹੋਣਹਾਰ ਕਲਾ ਜਿਹੜੇ ਨਾਟਕਕਾਰਾਂ ਦੇ ਵਿੱਚੋਂ ਨੇ। ਤੁਸੀਂ ਬਹੁਤ ਸਾਰੇ ਲੋਕਾਂ ਨੇ 47 ਦੀ ਵੰਡ ਦੇ ਉੱਤੇ ਇੱਕ ਨਾਟਕ ਲਿਖਿਆ ਹੋਏਗਾ ਕਿ ਰਿਸ਼ਤਿਆਂ ਦਾ ਕੀ ਰੱਖੀਏ ਨਾ। ਮੇਰਾ ਫੇਵਰੇਟ ਉਹ ਨਾਟਕ ਹੈ। ਟੋਬਾ, ਆਪਣਾ ਮੰਟੋ ਦੀ ਕਹਾਣੀ, ਟੋਬਾ ਟੇਕ ਸਿੰਘ ਨੂੰ ਅਡੈਪਟ ਕਰਕੇ ਇਹ ਨਾਟਕ ਨੂੰ ਅਡੈਪਟ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਜਿਹੜੇ ਨਾਟਕ ਲਿਖੇ ਔਰ ਖਾਸ ਤੌਰ ਤੇ ਤੱਤੀ ਤਵੀ ਦੇ ਸੱਚ ਦੇ ਉੱਤੇ ਉਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ। ਜੀ ਹਾਂ, ਮੇਰੀ ਮੁਰਾਦ ਸਾਡੇ ਸੀਨੀਅਰ ਵੱਡੇ ਭਾਜੀ ਸਾਡੇ ਡਾਕਟਰ ਆਤਮਜੀਤ ਹੋਰਾਂ ਤੋਂ। ਅੱਜ ਸੁਨਹਿਰੀ ਬੋਲ ਉਹਨਾਂ ਵੱਲੋਂ ਨੇ ਸਾਨੂੰ ਸਾਰਿਆਂ ਵਾਸਤੇ। ਅੱਜ ਬੋਹੇਮੀਅਨਸ ਵੱਲੋਂ ਇੱਕ ਨਵੀਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੋਹੇਮੀਅਨਸ ਦਾ ਅਰਥ ਹੀ ਹੁੰਦਾ ਅਨਕਨਵੈਨਸ਼ਨਲ ਹੋਣਾ, ਉਸ ਤਰ੍ਹਾਂ ਦੇ ਹੋਣਾ ਜਿਸ ਤਰ੍ਹਾਂ ਦੀ ਦੁਨੀਆ ਨਹੀਂ ਹੈ, ਆਮ ਦੁਨੀਆ ਨਹੀਂ ਹੈ। ਇੱਕ ਵੱਖਰਾ ਜਿਹਾ ਕੰਮ ਕਰਨਾ। ਔਰ ਆਰਟਿਸਟ ਔਰ ਸਾਹਿਤਕਾਰ ਕਿਸੇ ਹੱਦ ਤੱਕ ਬੋਹੇਮੀਅਨਸ ਹੁੰਦੇ ਨੇ, ਪਰ ਮੈਨੂੰ ਇੱਦਾਂ ਲੱਗਦਾ ਕਿ ਅਸੀਂ ਜਿਸ ਵਕਤ ਦੇ ਵਿੱਚ ਪਹੁੰਚ ਗਏ ਹਾਂ, ਜਿਸ ਤਰ੍ਹਾਂ ਦਾ ਸਾਨੂੰ ਇਸ ਵੇਲੇ ਹਾਲਾਤ ਮਿਲੇ ਹੋਏ ਨੇ, ਇਹਦੇ ਵਿੱਚ ਤਾਂ ਅਨਕਨਵੈਨਸ਼ਨਲ ਹੋਣ ਦੀ ਔਰ ਅਨਕਨਵੈਨਸ਼ਨਲ ਹੋ ਕੇ ਆਪਣੇ ਆਪ ਨੂੰ ਜ਼ਿੰਦਗੀ ਨਾਲ ਜੋੜੀ ਰੱਖਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਬੋਹੇਮੀਅਨਸ ਔਰ ਗੁਰਵਿੰਦਰ, ਜੋ ਕਿ ਮੇਰੇ ਨਾਲ ਜ਼ਿੰਦਗੀ ਦੇ ਕਿਸੇ ਪੜਾਅ 'ਤੇ ਥੋੜ੍ਹਾ ਬਹੁਤ ਜੁੜਿਆ ਰਿਹਾ, ਇਸ ਕੋਸ਼ਿਸ਼ ਦਾ ਇੱਕ ਬੜਾ ਵੱਡਾ ਹਿੱਸਾ ਰਹੇ। ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਪਹਿਲਾਂ ਦੇ ਜਿਹੜੇ ਆਪਣੇ ਕੰਮ ਕਰ ਰਿਹਾ ਹੁਣ ਤੱਕ, ਹੋਰ ਵੀ ਉਹਨਾਂ ਵਾਂਗ ਇਹਦੇ ਵਿੱਚ ਵੀ ਬਹੁਤ ਸਫਲ ਹੋਵੇਗਾ। ਭਾਵੇਂ ਠੀਕ ਹੈ ਕਿ ਫਿਜ਼ੀਕਲ ਥੀਏਟਰ ਦਾ ਔਰ ਜਿਹੜੀ ਤੁਹਾਡੀ ਫਿਜ਼ੀਕਲ ਪ੍ਰੈਜ਼ੈਂਸ ਹੈ, ਕਿਤੇ ਪਹੁੰਚ ਕੇ ਦੇਖਣਾ ਔਰ ਕਿਸੇ ਬੰਦੇ ਨੂੰ ਆਪਣੇ ਸਾਹਮਣੇ ਨਾਟਕ ਕਰਦਿਆਂ ਦੇਖਣਾ ਔਰ ਬਹੁਤ ਨੇੜੇ ਹੋ ਕੇ ਦੇਖਣਾ, ਉਹ ਇੱਕ ਆਪਣਾ ਪ੍ਰਭਾਵ ਹੈ। ਉਸ ਦਾ ਕੋਈ ਮੁਕਾਬਲਾ ਸ਼ਾਇਦ ਕਦੀ ਵੀ ਨਹੀਂ ਕੀਤਾ ਜਾ ਸਕੇਗਾ। ਪਰ ਜਦੋਂ ਅਸੀਂ ਕੁਝ ਵੀ ਨਾ ਕਰ ਸਕਦੇ ਹੋਈਏ, ਜਦੋਂ ਸਾਡੀ ਬੇਬਸੀ ਹੋਵੇ, ਜਦੋਂ ਕੁਦਰਤ ਨੇ ਸਾਨੂੰ ਇੱਕ ਐਸੇ
ਸਥਿਤੀ ਵਿੱਚ ਹਾਲਾਤ ਵਿੱਚ ਪਹੁੰਚਾ ਦਿੱਤਾ ਹੋਵੇ ਜਿੱਥੇ ਅਸੀਂ ਬੇਵਸ ਹੋ ਕੇ ਰਹਿ ਜਾਈਏ, ਉੱਥੇ ਬੋਹੀਮੀਅਨਸ ਨੇ ਔਰ ਥੀਏਟਰ ਨੇ ਸਾਨੂੰ ਇੱਕੋ ਗੱਲ ਦੱਸੀ ਹੈ ਕਿ ਅਸੀਂ ਫਿਰ ਵੀ ਹਾਰ ਨਹੀਂ ਮੰਨਣੀ, ਅਸੀਂ ਹਾਰੇ ਨਹੀਂ ਹਾਂ। ਇਹ ਜਿੰਦਾ ਰਹਿਣ ਦਾ, ਆਪਣੇ ਆਪ ਨੂੰ ਜਾਰੀ ਰੱਖਣ ਦਾ, ਇੱਕ ਆਸਵੰਦ ਹੋਣ ਦਾ, ਬਾਉਂਸ ਬੈਕ ਕਰਨ ਦਾ, ਇਹ ਸੋਚਣ ਦਾ ਵੇਲਾ ਹੈ ਕਿ ਅਸੀਂ ਇਹਦੇ ਵਿੱਚੋਂ ਨਿਕਲ ਜਾਵਾਂਗੇ ਤੇ ਫਿਰ ਆਪਣੀ ਐਕਟੀਵਿਟੀ ਨਾਲ ਜੁੜ ਜਾਵਾਂਗੇ। ਜਦ ਤੱਕ ਨਹੀਂ ਜੁੜਦੇ ਉਦੋਂ ਤੱਕ ਲਈ ਇਸ ਤੋਂ ਅੱਛਾ ਤਰੀਕਾ ਕੋਈ ਨਹੀਂ ਹੋ ਸਕਦਾ ਕਿ ਅਸੀਂ ਆਪਣੀ ਥੀਏਟ੍ਰਿਕਲ ਗਤੀਵਿਧੀ ਨੂੰ ਆਨਲਾਈਨ ਕਿਸੇ ਨਾ ਕਿਸੇ ਤਰੀਕੇ ਜਾਰੀ ਰੱਖੀਏ। ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਐਕਟੀਵਿਟੀ ਦੇ ਵਿੱਚ ਅੱਜ ਪਹਿਲੇ ਦਿਨ ਡਾਕਟਰ ਸਾਹਿਬ ਸਿੰਘ ਵਰਗਾ, ਮੈਨੂੰ ਪਤਾ ਨਹੀਂ ਮੈਨੂੰ ਨੌਜਵਾਨ ਆਖਾਂ ਕਿ ਨਾ, ਪਰ ਮੇਰੇ ਸਾਹਮਣੇ ਨੌਜਵਾਨ ਹੀ ਹੈ, ਉਹ ਆਪਣਾ ਨਾਟਕ ਕਰ ਰਿਹਾ, ਉਸ ਦੇ ਨਾਲ ਰੂਬਰੂ ਹੋਏਗਾ। ਡਾਕਟਰ ਸਾਹਿਬ ਸਿੰਘ ਨੇ ਪਿਛਲੇ 2-3 ਸਾਲਾਂ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਔਰ ਇੱਕ ਪੱਖੀ ਨਹੀਂ ਹੈ, ਸਰਵ ਪੱਖੀ ਕੰਮ ਕੀਤਾ ਉਸਨੇ। ਮੈਂ ਉਸ ਨੂੰ ਇੱਕ ਆਲੋਚਕ ਦੇ ਤੌਰ ਤੇ, ਇੱਕ ਫਿਲਮ ਸਾਜ਼ ਦੇ ਰੂਪ ਦੇ ਵਿੱਚ, ਇੱਕ ਨਾਟਕਕਾਰ ਦੇ ਤੌਰ ਤੇ, ਨਾਟਕ ਨਿਰਦੇਸ਼ਕ ਦੇ ਤੌਰ ਤੇ ਵਿਕਸਦਾ ਹੋਇਆ ਜਦੋਂ ਦੇਖਦਾ ਤੇ ਮੈਨੂੰ ਬਹੁਤ ਭਾਰੀ ਖੁਸ਼ੀ ਹੁੰਦੀ, ਤਸੱਲੀ ਹੁੰਦੀ ਹੈ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਹੈ ਉਹਦੇ ਕੋਲ ਵੀ ਕੁਝ ਕਰਨ ਲਈ, ਕੁਝ ਦੇਣ ਲਈ, ਕੁਝ ਨਵਾਂ ਸੋਚਣ ਲਈ, ਇੱਕ ਨਵੀਂ ਉਡਾਰੀ ਮਾਰਨ ਲਈ, ਇੱਕ ਨਵੀਂ ਪੁਲਾਂਘ ਪੁੱਟਣ ਲਈ, ਇੱਕ ਨਵਾਂ ਰੰਗ ਦੇਣ ਦੀ ਤਾਕਤ ਵੀ ਹੈ, ਸਮਰੱਥਾ ਵੀ ਹੈ, ਇੱਛਾ ਵੀ ਹੈ ਔਰ ਕੋਸ਼ਿਸ਼ ਵੀ ਹੈ। ਮੈਂ ਉਸ ਨੂੰ ਵੀ ਅੱਜ ਬਹੁਤ ਸਾਰੀਆਂ ਸ਼ੁਭ ਇਛਾਵਾਂ ਦਿੰਦਾ ਜਿਹੜਾ ਉਸਨੇ ਨਾਟਕ ਤੁਹਾਡੇ ਸਾਹਮਣੇ ਹੁਣ ਪੇਸ਼ ਕਰਨਾ। ਔਰ ਨਾਲ ਹੀ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਬੋਹੀਮੀਅਨ ਨੇ ਜਿਹੜੇ ਸਾਡੇ ਯੰਗਸਟਰਸ ਨੇ, ਨਵੇਂ ਬੱਚੇ ਨੇ, ਨੌਜਵਾਨ ਨੇ ਜਿਹੜੇ ਥੀਏਟਰ ਵਿੱਚ ਨਵੇਂ ਨੇ, ਉਹਨਾਂ ਨੂੰ ਵੀ ਸਿੱਧੇ ਅਸਿੱਧੇ ਤੌਰ ਤੇ ਸਾਡੇ ਨਾਲ ਜੋੜਿਆ। ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਇਹ ਸੈਸ਼ਨ ਹਰ ਤਰ੍ਹਾਂ ਨਾਲ ਕਾਮਯਾਬ ਰਹੇਗਾ। ਮੈਨੂੰ ਇਹ ਆਸ਼ੀਰਵਾਦੀ ਬੋਲ ਬੋਲਦਿਆਂ ਬੜਾ ਚੰਗਾ ਲੱਗ ਰਿਹਾ। ਮੈਂ ਇਹ ਵੀ ਉਮੀਦ ਕਰਦਾ ਕਿ ਜਦੋਂ ਭਲੇ ਵਕਤ ਆ ਜਾਣਗੇ, ਦੁਬਾਰਾ ਸਾਡਾ ਥੀਏਟਰ ਸ਼ੁਰੂ ਹੋ ਜਾਏਗਾ, ਉਦੋਂ ਇਹ ਜਿਹੜੇ ਹੁਣ ਯਤਨ ਅਸੀਂ ਕਰ ਰਹੇ ਇਹਨਾਂ ਵਿੱਚੋਂ ਕੋਈ ਨਵੀਂ ਸਾਨੂੰ ਇੱਕ ਰਾਹ ਹੋਰ ਵੀ ਮਿਲੇਗਾ, ਅਸੀਂ ਇੱਕ ਨਵੇਂ ਪਾਸੇ ਵੀ ਤੁਰ ਸਕਾਂਗੇ। ਮੈਂ ਇੱਕ ਵਾਰ ਫੇਰ ਬੋਹੀਮੀਅਨਸ ਨੂੰ, ਗੁਰਵਿੰਦਰ ਨੂੰ, ਡਾਕਟਰ ਸਾਹਿਬ ਸਿੰਘ ਨੂੰ, ਉਹਨਾਂ ਦਾ ਇੰਟਰਵਿਊ ਲੈਣ ਵਾਲਿਆਂ ਨੂੰ, ਉਹਨਾਂ ਨੂੰ ਸਵਾਲ ਪੁੱਛਣ ਵਾਲਿਆਂ ਨੂੰ, ਸਾਰਿਆਂ ਨੂੰ ਇੱਕ ਵਾਰ ਫੇਰ ਸ਼ੁਭ ਇਛਾਵਾਂ ਦਿੰਦਾ ਹਾਂ ਔਰ ਵਧਾਈਆਂ ਦਿੰਦਾ ਔਰ ਉਮੀਦ ਕਰਦਾ ਕਿ ਥੀਏਟਰ ਦੀ ਸਾਰੀ ਫਰਟਰਨਿਟੀ, ਥੀਏਟਰ ਦੇ ਸਾਰੇ ਲੋਕ, ਰੰਗਮੰਚ ਦੇ ਸਾਰੇ ਲੋਕ ਜੁੜ ਕੇ ਇਸੇ ਤਰ੍ਹਾਂ ਬੈਠਣਗੇ ਔਰ ਨਵੇਂ ਦਿਸਹੱਦੇ ਜਿਹੜੇ ਉਹਨਾਂ ਨੂੰ ਛੋਹਣ ਦੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਸ਼ੁਕਰੀਆ। ਆਓ ਦੇਖੀਏ ਅਗਲਾ ਪ੍ਰੋਗਰਾਮ। ਟੈਗੋਰ ਸਾਹਿਬ ਕਹਿੰਦੇ ਨੇ ਕਿ ਅਸੀਂ ਜਿਹੜੇ ਲੋਕ ਹਾਂ, ਅਸੀਂ ਜਿਹੜੇ ਇਨਸਾਨ ਹਾਂ, ਬੰਦੇ ਹਾਂ, ਇਹ ਕੁਦਰਤ ਦੇ ਬਣਾਏ ਹੋਏ ਸਾਜ਼ ਹਾਂ ਔਰ ਕੁਦਰਤ ਸਾਡੇ ਚੋਂ ਕੀ ਸੰਗੀਤ ਵਜਾਉਣਾ ਚਾਹੁੰਦਾ ਹੈ, ਕੁਦਰਤ ਨੇ ਸਾਡੇ ਚੋਂ ਕੀ ਗੀਤ ਸੁਣਨੇ ਨੇ, ਇਹ ਸਭ ਕਾਸੇ ਨੂੰ ਕੁਦਰਤ ਨੇ ਹੀ ਮੈਨੇਜ ਕਰਨਾ। ਇੱਕ ਤਰ੍ਹਾਂ ਨਾਲ ਅਸੀਂ ਉਸ ਬ੍ਰਹਮੰਡ ਦੇ, ਉਸ ਅਪਾਰ ਸ਼ਕਤੀ ਦੇ, ਉਸ ਯੂਨੀਵਰਸ ਦੇ ਹੀ ਕਿਤੇ ਤਾਨਪੁਰੇ ਹਾਂ। ਕਿਤੇ ਨਾ ਕਿਤੇ ਆਤਮਜੀਤ ਸਾਹਿਬ ਹੋਰਾਂ ਦਾ ਇਹ ਜਿਹੜਾ ਮੈਸੇਜ ਮੈਨੂੰ ਵੀ ਮਿਲ ਰਿਹਾ ਸੀਗਾ। ਔਰ ਕਿਉਂਕਿ ਅਸੀਂ ਸਾਰੇ ਸਾਜ਼ੀ ਹਾਂ, ਸਾਰੇ ਹੀ ਰੰਗਕਰਮੀ ਹਾਂ, ਅਸੀਂ ਸਾਰੇ ਹੀ ਅੰਦਰੋਂ ਕਲਾਕਾਰ ਹਾਂ, ਇਸ ਲਈ ਹਰ ਬੰਦੇ ਦੀ ਇੱਕ ਆਪਣੀ ਯਾਤਰਾ ਹੈ, ਆਪਣੀ ਜਰਨੀ ਹੈ। ਔਰ ਹਰ ਰੋਜ਼ ਦੀ ਤਰ੍ਹਾਂ ਅੱਜ ਜਿਹੜਾ ਸਾਡਾ 30ਵਾਂ ਦਿਨ ਹੈ, ਕਿਉਂਕਿ ਤੁਸੀਂ ਦੇਖਿਆ ਹੋਏਗਾ ਕਿ ਜਿਵੇਂ ਹੀ ਇੰਟਰਵਿਊ ਸ਼ੁਰੂ ਹੁੰਦੀ ਹੈ ਤੇ ਕੋਈ ਨਾ ਕੋਈ ਤਕਨੀਕ ਵਿਚਾਲੇ ਆ ਜਾਂਦੀ ਹੈ। ਤੁਸੀਂ ਸਮਝ ਲਓ ਜਦੋਂ ਗੀਤ ਦੁਬਾਰੇ ਆ ਗਿਆ, ਮੈਂ ਸਾਰੰਗੀ ਹਾਂ, ਮੈਂ ਤਾਂ ਇੱਕ, ਤਾਂ ਇਹਦਾ ਮਤਲਬ ਹੈ ਕਿਤੇ ਪਿੱਛੇ ਕੋਈ ਗੜਬੜ ਚੱਲ ਰਹੀ ਸੀ। ਜੀ ਹਾਂ, ਮੈਂ ਜਿੱਥੇ ਬੈਠਾ ਮੇਰੇ ਘਰ ਦੇ ਵਿੱਚ ਮੇਰਾ ਕਨੈਕਸ਼ਨ ਇੱਥੋਂ ਹੀ ਪਤਾ ਨਹੀਂ ਹੈ, ਕਿਉਂਕਿ ਕੋਈ ਵੀ ਇਹ ਸਾਡਾ, ਕਿਉਂਕਿ ਅਸੀਂ ਪਹਿਲਾਂ ਹੀ ਕੈਪਸ਼ਨ ਲਾ ਦਿੰਦੇ ਹਾਂ ਕਿ ਬਿਜਲੀ ਫੇਲ ਹੋਣ, ਵਾਈਫਾਈ ਦੇ ਮਸਲੇ ਤੇ ਅਸੀਂ ਜੇ ਕੱਲ ਨੂੰ ਹੋ ਜਾਏ ਤੇ ਕੁਛ ਸਾਨੂੰ ਕੁਛ ਨਾ ਕਿਉਂ, ਅਸੀਂ ਸ਼ਾਮਲ ਜ਼ਰੂਰ ਹਾਂ ਪਰ ਅਸੀਂ ਗੁਨਾਹਗਾਰ ਨਹੀਂ ਹੈ। ਲੇਕਿਨ ਭੋਲੇ ਗੁਨਾਹ ਕਦੇ ਕਦੇ ਆਪਣੇ ਆਪ ਹੋ ਜਾਂਦੇ ਨੇ। ਔਰ ਅੱਜ ਦਾ ਜਿਹੜਾ ਕਿਉਂਕਿ ਟੁੱਟ ਭੱਜ ਤੋਂ ਸ਼ੁਰੂ ਕੀਤੀ ਹੈ ਔਰ ਅਸੀਂ ਕੋਈ ਨਾ ਕੋਈ ਇਸ ਨੂੰ ਜਿਹੜੀ ਜੋੜਾਂਗੇ, ਅਸੀਂ ਇਸ ਨੂੰ ਕੁਛ ਸਹੀ ਰਿਪੇਅਰ ਕਰਾਂਗੇ। ਲੇਕਿਨ ਅੱਜ ਰੰਗਮੰਚ ਦੇ ਉੱਤੇ ਕੌਣ ਜਿਹੜਾ ਮਿਸਤਰੀ ਹੈ, ਕੌਣ ਜਿਹੜਾ ਰਿਪੇਅਰ ਕਰਨ, ਸਾਡੀਆਂ ਗੱਲਾਂ ਨੂੰ ਠੀਕ ਕਰਨ ਆ ਰਿਹਾ ਹੈ, ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ
ਅੱਜ ਜਿਹੜੇ ਗੈਸਟ ਸਾਡੇ ਨਾਲ ਨੇ ਉਹ ਪਹਿਲਾਂ ਵੀ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਇਆ, ਬਾਈ ਚਾਂਸ ਅੱਜ ਫੇਰ ਹੋ ਰਿਹਾ, ਕਿਉਂਕਿ ਅਸੀਂ ਇਹ ਰਿਪੀਟ ਕਰ ਰਹੇ ਸੀਗੇ, ਦੁਹਰਾ ਰਹੇ ਸੀਗੇ। ਕਿਉਂਕਿ ਪਹਿਲਾਂ ਮੈਨੂੰ ਇੰਟਰੋਡਿਊਸ ਕਰਦਾ ਕਿ ਉਹ ਬੜੇ ਸਾਲਾਂ ਤੋਂ ਕਿਉਂਕਿ ਆਤਮਜੀਤ ਸਾਹਿਬ ਹੋਰਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਯੰਗ ਕਹਾਂ ਜਾਂ ਬਜ਼ੁਰਗ ਕਹਾਂ ਜਾਂ ਮੈਂ ਕੌਣ ਕਹਾਂ। ਸੱਚ ਮੈਂ ਵੀ ਸੱਚ ਦੱਸਦਾ ਦੋਸਤੋ ਕਿ ਕਦੀ ਕਦੀ ਜ਼ਿੰਦਗੀ ਐਸੇ ਸਵਾਲ ਕਰਦੀ ਹੈ ਕਿ ਜਿਹੜੀ ਅਸੀਂ ਮਿਡ ਲਾਈਫ ਜਿਹੜਾ ਹੁੰਦਾ, ਜਿਹੜਾ ਇੱਕ ਵਿਚਕਾਰਲਾ ਜਿਹਾ ਰਸਤਾ ਹੁੰਦਾ, ਜਿਹੜਾ ਪੁਲ ਜਿਹਾ ਹੁੰਦਾ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਲੇਕਿਨ ਤਜਰਬੇ ਬਹੁਤ ਕਮਾਲ ਦੇ ਹੁੰਦੇ ਨੇ। ਅੱਜ ਕੁਝ ਐਸੇ ਹੀ ਤਜਰਬੇ ਸਾਡੇ ਨਾਲ ਸਾਂਝੇ ਕਰਨ ਆ ਰਹੇ ਨੇ ਡਾਕਟਰ ਸਾਹਿਬ ਸਿੰਘ ਹੋਰੀ। ਭਾਜੀ ਸਤਿ ਸ੍ਰੀ ਅਕਾਲ ਜੀ, ਵੈਲਕਮ ਤੁਹਾਡਾ। ਸ਼ੁਕਰੀਆ ਸ਼ੁਕਰੀਆ ਜੀ, ਸ਼ੁਕਰੀਆ ਭਾਜੀ। ਮਾਫ ਕਰ ਦਿਓ, ਉਸ ਦਿਨ ਵੀ ਆਪਣੇ ਨਾਲ ਇਹੀ ਗੜਬੜ ਹੋਈ, ਅੱਜ ਵੀ ਥੋੜੀ ਜਿਹੀ ਹੋ ਰਹੀ ਹੈ। ਮੈਨੂੰ ਲੱਗਦਾ ਆਪਣੇ ਜਿਹੜਾ ਵਰਚੁਅਲ ਮੰਚ ਨਾਲ ਆਪਣੀ ਕੋਈ ਥੋੜੀ ਜਿਹੀ ਉਹ એનર્ਜੀ ਮੈਚ ਨਹੀਂ ਹੋ ਰਹੀ, ਮੈਨੂੰ ਲੱਗਦਾ। ਨਹੀਂ, ਆਪਣੀ એનર્ਜੀ ਤਾਂ ਅਸਲ 'ਚ ਹਰ ਜਗ੍ਹਾ ਮੈਚ ਹੋ ਜਾਂਦੀ ਹੈ, ਪਰ ਉਹ ਜ਼ਿਆਦਾ ਤਾਂ ਨਹੀਂ ਆਪਣੀ એનર્ਜੀ। ਹਾਂ, એનર્ਜੀ ਅਸਲ 'ਚ એનર્ਜੀ ਜਿਹੜੀ ਏਦਾਂ ਦੀ ਹੈ ਨਾ ਵੀ ਉਹ ਜਿਹੜੀ ਹੈਗੀ ਨਾ ਸੰਮਾਂ ਵਾਲੀ ਡਾਂਗ ਵਾਲੀ ਸਮੱਸਿਆ, ਵੀ ਉਹ ਜ਼ਿਆਦਾ ਤਿੱਖੇ ਹੋਣ ਕਰਕੇ ਨਾ ਉਹ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਚੱਲ ਰਹੀ ਹੈ। ਸਹੀ ਹੈ। ਹਾਂ, ਵੀ ਰੋਕੋ ਇਹਨਾਂ ਨੂੰ, ਕਿਸੇ ਤਰ੍ਹਾਂ ਹਟਣਾ ਨਹੀਂ, ਆਪਾਂ ਪਿੱਛੇ ਨਹੀਂ ਹਟਣਾ, ਆਪਾਂ ਡਰਨ ਵਾਲੇ ਨਹੀਂ ਹੈਗੇ। ਉਹ ਮੈਂ ਸ਼ੁਰੂ ਕੀਤਾ ਕਿ ਅਸੀਂ ਸਾਰੇ ਕਿਤੇ ਇਹ ਟੁੱਟ ਭੱਜ ਇਹ ਚੱਲਦੀ ਰਹਿੰਦੀ ਆ, ਅਸੀਂ ਕਿਤੇ ਨਾ ਕਿਤੇ ਰਿਪੇਅਰ ਕਰਦੇ ਰਹਿੰਦੇ, ਕੁਦਰਤ ਵੀ ਸਾਨੂੰ ਰਿਪੇਅਰ ਕਰਦੀ ਰਹਿੰਦੀ। ਮੇਰਾ ਭਾਜੀ ਸਵਾਲ ਹੀ ਇਸ ਗੱਲ ਤੇ ਸੀਗਾ ਕਿ ਡਾਕਟਰ ਆਤਮਜੀਤ ਹੋਰਾਂ ਨੇ ਇੱਕ ਕੁਐਸਚਨ ਛੱਡਿਆ ਸੀਗਾ ਕਿ ਅਸੀਂ ਯੰਗ ਹਾਂ ਜਾਂ ਅਸੀਂ ਉਸ ਯੰਗ ਤੋਂ ਅਗਲੀ ਉਮਰ 'ਚ ਜਾ ਰਹੇ ਹਾਂ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਹਰ ਉਮਰ ਦੀ ਇੱਕ ਗ੍ਰੇਸ ਆ, ਹਰ ਉਮਰ ਦਾ ਇੱਕ ਆਪਣੇ ਅਰਥ ਨੇ, ਮਾਇਨੇ ਨੇ, ਤੇ ਉਹ ਮੀਨਿੰਗਫੁਲ ਹੀ ਹੁੰਦੀ ਆ। ਕੋਈ ਇਹ ਨਹੀਂ ਹੁੰਦਾ ਕਿ ਯੰਗ ਬਹੁਤ ਵਧੀਆ ਤੇ ਬਜ਼ੁਰਗ ਬਹੁਤ ਵਧੀਆ ਨਹੀਂ। ਮੈਂ ਦੇਖਿਆ ਤੁਹਾਡੀ ਯਾਤਰਾ, ਕਿਉਂਕਿ ਤੁਸੀਂ ਲਗਾਤਾਰ ਥੀਏਟਰ, ਫਿਲਮਾਂ, ਡਾਕੂਮੈਂਟਰੀ ਲਗਾਤਾਰ ਕਰਦੇ ਰਹੇ ਹੋ, ਤੁਹਾਡੀ એનર્ਜੀ ਮੈਂ ਕਿਤੇ ਵੀ ਲੋ ਨਹੀਂ ਦੇਖਦਾ। ਬਲਵਿੰਦਰ, ਗੱਲ ਇਸ ਤਰ੍ਹਾਂ ਹੈ ਨਾ ਕਿ ਇਹ ਦੋ ਗੱਲਾਂ ਨੇ ਇਹਦੇ ਵਿੱਚ। ਇੱਕ ਤਾਂ ਹੁੰਦਾ ਕਿ ਤੁਸੀਂ એનર્ਜੀ ਪੱਖੋਂ ਜੇ ਤੁਸੀਂ ਯੰਗ ਹੋ ਫਿਰ ਤੁਸੀਂ ਹਮੇਸ਼ਾ ਯੰਗ ਹੋ। ਡਾਕਟਰ ਆਤਮਜੀਤ ਕੀ ਕਹਿਣਾ ਚਾਹੁੰਦੇ ਨੇ ਕਿ ਅੱਜ ਮੇਰਾ ਤਕਰੀਬਨ 33 ਸਾਲ ਦਾ ਸਫ਼ਰ ਹੈ, ਤੇ 33 ਸਾਲ ਪਹਿਲਾਂ ਜਦੋਂ ਮੈਂ ਸਫ਼ਰ ਸ਼ੁਰੂ ਕੀਤਾ ਸੀ, ਜਿਹੜਾ ਚਾਅ, ਜਿਹੜੇ ਵਲਵਲੇ, ਜਿਹੜਾ ਉਤਸ਼ਾਹ ਮੇਰੇ 'ਚ ਉਦੋਂ ਸੀ, ਉਹ ਅੱਜ ਵੀ ਉਦਾਂ ਦਾ ਹੀ ਹੈ। ਅੱਜ ਵੀ ਜਦੋਂ ਮੈਂ ਕੋਈ ਨਵਾਂ ਨਾਟਕ ਕਰਨਾ ਹੁੰਦਾ, ਨਵੀਂ ਫਿਲਮ ਬਣਾਉਣੀ ਹੁੰਦੀ, ਜਾਂ ਕੋਈ ਨਵੀਂ ਡਾਕੂਮੈਂਟਰੀ ਜਾਂ ਕੁਛ ਵੀ, ਜਿਵੇਂ ਅੱਜ ਵੀ ਅਸੀਂ ਗੱਲਾਂ ਕਰ ਰਹੇ ਹਾਂ, ਉਹ ਉਤਸ਼ਾਹ, ਉਹ ਚਾਅ ਜਿਹੜਾ ਮੇਰੇ 'ਚ ਨਾ, ਉਹ ਮਰਿਆ ਨਹੀਂ, ਉਹ ਉਸ ਤਰ੍ਹਾਂ ਦਾ, ਉਹ ਯੰਗ ਰਹਿਣਾ ਹੈਗਾ। ਲੇਕਿਨ ਜਿਹੜਾ ਤਜਰਬਾ ਹੈ, ਜੇ ਮੈਂ ਪਿੱਛੇ ਨੂੰ ਮੁੜ ਕੇ ਦੇਖਦਾ ਤੇ ਜਦੋਂ ਮੈਂ ਥੀਏਟਰ ਸ਼ੁਰੂ ਕੀਤਾ ਸੀ ਤੇ ਉਦੋਂ ਉਤਸ਼ਾਹ ਜ਼ਿਆਦਾ ਸੀ, ਕਿਉਂਕਿ ਤਜਰਬਾ ਨਹੀਂ ਸੀ, ਪਰਪੱਕਤਾ ਨਹੀਂ ਸੀ, ਚੀਜ਼ਾਂ ਬਾਰੇ ਤੁਹਾਨੂੰ ਪਤਾ ਨਹੀਂ ਸੀ, ਜਾਣਕਾਰੀ ਘੱਟ ਸੀ, ਤੁਸੀਂ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਵੈਸੇ ਵੀ ਇਕੱਠੀ ਨਹੀਂ ਸੀ ਕੀਤੀ, ਤੁਸੀਂ ਚੱਲੇ ਵੀ ਉਸ ਸਫ਼ਰ ਤੇ ਹਾਲੇ ਬਹੁਤ ਥੋੜਾ ਸੀ। ਪਰ ਹੌਲੀ ਹੌਲੀ ਜਦੋਂ ਤੁਸੀਂ ਉਸ ਸਫ਼ਰ ਤੇ ਚੱਲਦੇ ਹੋ ਨਾ, ਤੇ ਤੁਹਾਨੂੰ ਉਸ ਸਫ਼ਰ ਦੀਆਂ ਜਿਹੜੀ ਗੁੰਝਲਾਂ ਉਹਨਾਂ ਦਾ ਵੀ ਪਤਾ ਲੱਗਦਾ ਜਾਂਦਾ, ਉਹਦੀਆਂ ਹੋਰ ਡਾਇਮੈਂਸ਼ਨਸ ਵੀ ਤੁਹਾਡੇ ਸਾਹਮਣੇ ਖੁੱਲਦੀਆਂ ਜਾਂਦੀਆਂ। ਜਿਹੜਾ ਤੁਹਾਡਾ ਮਕਸਦ ਹੈ ਵੀ ਤੁਸੀਂ ਰੰਗਮੰਚ ਵਿੱਚ ਜੁੜੇ ਕਿਉਂ, ਉਹ ਵੀ ਹੌਲੀ 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 ਇਨਸਾਨ ਨੂੰ ਸਪਸ਼ਟ। ਭਾਜੀ ਮੈਂ ਇਹੀ ਪੁੱਛ ਰਿਹਾ ਕਿ ਆਨੰਦ ਆ ਰਿਹਾ, ਮਜ਼ਾ ਆ ਰਿਹਾ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਮੈਂ ਸੋਚਦਾ ਕਿ ਜੇ ਮੈਂ ਮਤਲਬ ਕਿ ਰੰਗਮੰਚ ਨਾਲ ਨਾ ਜੁੜਿਆ ਹੁੰਦਾ, ਜੇ ਮੈਂ ਮੈਡੀਕਲ ਡਾਕਟਰ, ਕਿਉਂਕਿ ਮੈਂ ਬਣਿਆ ਸੀ, ਮੈਡੀਕਲ ਦੀ ਡਿਗਰੀ, ਜੇ ਮੈਂ ਉਹੀ ਕਰ ਰਿਹਾ ਹੁੰਦਾ ਤੇ ਸ਼ਾਇਦ ਅੱਜ ਕਿਤੇ ਗੁੰਮ ਹੁੰਦਾ, ਕਿਤੇ ਗਵਾਚ ਗਿਆ ਹੁੰਦਾ। ਕਿਉਂਕਿ ਬਹੁਤ ਸਾਰੇ ਡਾਕਟਰ ਅੱਜ ਸ਼ਾਇਦ ਉਹ PPE ਕਿੱਟ ਪਾ ਕੇ ਮੈਂ ਕਿਤੇ ਸ਼ਾਇਦ ਕਰੋਨਾ ਦੇ ਮਰੀਜ਼ ਠੀਕ ਕਰ ਰਿਹਾ ਹੁੰਦਾ ਤੇ ਤਕਲੀਫ ਹੈ ਨਾ। ਪਰ ਅੱਜ ਮੈਂ ਆਨੰਦਿਤ ਹਾਂ, ਮੈਨੂੰ ਹੈ ਕਿ ਜ਼ਿੰਦਗੀ ਦਾ ਮਕਸਦ ਲੱਭ ਗਿਆ, ਰੰਗਮੰਚ ਰਾਹੀਂ, ਕਲਾ ਰਾਹੀਂ ਇੱਕ ਐਸਾ ਮਕਸਦ ਲੱਭ ਗਿਆ ਜਿਹਦੇ ਨਾਲ ਮੈਂ ਲੋਕਾਂ ਨਾਲ ਜੁੜਨ ਦੇ ਵਿੱਚ ਕਾਮਯਾਬ ਹੋਇਆ। ਮੈਂ ਲੋਕਾਂ ਨੂੰ ਪਿਆਰ ਦੇ ਸਕਿਆ, ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਮੈਂ ਲੋਕਾਂ ਤੋਂ ਸਤਿਕਾਰ ਹਾਸਲ। ਭਾਜੀ ਮੇਰਾ ਸਵਾਲ ਵੀ ਇਹੀ ਆ, ਮੇਰਾ ਸਵਾਲ ਇਹੀ ਆ ਤੁਹਾਨੂੰ, ਕਿਉਂਕਿ ਆਤਮਜੀਤ ਹੋਰਾਂ ਨੇ ਜਿਹੜੇ ਸ਼ਬਦ ਉਮਰ ਦੇ ਹਿਸਾਬ ਨਾਲ ਆਖੇ, ਮੈਂ ਉਸ ਦੇ ਬਾਬਤ ਇੱਕ ਹੋਰ ਸਵਾਲ ਤੁਹਾਨੂੰ ਕਰਦਾ। ਔਰ ਤੁਸੀਂ ਕਿਹਾ ਕਿ ਮੈਂ ਡਾਕਟਰ ਹੋਣਾ ਸੀਗਾ, ਮੈਂ ਇਹ ਮੇਰਾ ਸਵਾਲ ਉਸੇ ਤਰ੍ਹਾਂ ਜੁੜਿਆ ਸਾਡੇ। ਮੈਂ ਨਾ ਬੱਚਿਆਂ ਨੂੰ ਪੜ੍ਹਾਉਣਾ, ਔਰ ਅੱਜ ਵਰਚੁਅਲ ਮੰਚ 'ਚ ਵੀ ਕਹਿ ਰਿਹਾ ਕਿ ਯੰਗ ਲੋਕਾਂ ਦਾ ਇਹ ਮੰਚ ਹੈਗਾ, ਹਨਾ। ਸੋਸ਼ਲ ਮੀਡੀਆ ਤੇ ਵੀ ਉਹ ਜ਼ਿਆਦਾ ਜੁੜੇ ਹੋਏ ਨੇ। ਅਕਸਰ ਪੇਰੈਂਟਸ ਇਹ ਹੁੰਦੇ ਨੇ ਵੀ ਜਿਹੜੇ ਬੱਚੇ ਲੈਬੋਰੀਅਸ ਨੇ, ਜਿਹੜੇ ਬੱਚੇ ਵਧੀਆ ਮਿਹਨਤ ਨੇ, ਜਿਨ੍ਹਾਂ ਦੇ ਮਤਲਬ ਅੱਛੇ ਕਰੀਮ ਨੰਬਰ ਆਉਂਦੇ ਨੇ, ਮਤਲਬ 90% ਤੋਂ ਉੱਤੇ, ਉਹ ਬੱਚਿਆਂ ਨੂੰ ਕਹਿੰਦੇ ਜੀ ਤੂੰ ਸਾਇੰਸ ਕਰ, ਤੂੰ ਡਾਕਟਰੀ ਕਰ, ਤੂੰ ਇੰਜੀਨੀਅਰਿੰਗ ਕਰ, ਤੂੰ ਇਹ ਕਰ। ਪਰ ਦੂਸਰੇ ਪਾਸੇ ਰੰਗਮੰਚ ਵਾਲਿਆਂ ਨੂੰ ਕਹਿੰਦੇ ਯਾਰ ਇਹ ਬੇਲਿਆਂ ਦਾ ਕੰਮ ਹੈ, ਤੁਸੀਂ ਕਿਹੜੇ ਪਾਸੇ ਪੈ ਗਏ? ਤਾਂ ਮੈਂ ਇਹ ਸਵਾਲ ਕਹਿਣਾ ਕਿ ਜਿਹੜੇ ਬੱਚੇ ਹਾਈਲੀ ਮਤਲਬ ਮੈਰਿਟ ਦੇ ਵਿੱਚ ਮੈਰਿਟੋਰੀਅਸ ਨੇ, ਉਹਨਾਂ ਨੂੰ ਅਸੀਂ ਰੰਗਮੰਚ ਨਹੀਂ ਪਾਉਣਾ ਚਾਹੁੰਦੇ, ਉਹਨਾਂ ਨੂੰ ਅਸੀਂ ਗਿਟਾਰ ਨਹੀਂ ਫੜਾਉਣਾ ਚਾਹੁੰਦੇ, ਉਹਨਾਂ ਨੂੰ ਅਸੀਂ
ਇੱਕ ਪੇਂਟਿੰਗ ਵਾਲਾ ਬ੍ਰਸ਼ ਨਹੀਂ ਦੇਣਾ ਚਾਹੁੰਦੇ, ਮਤਲਬ ਉਹ ਪੇਰੈਂਟਸ ਨੂੰ ਕੀ ਕਹੋਗੇ ਤੁਸੀਂ? ਮਤਲਬ ਉਹ ਤੁਸੀਂ ਜਿਹੜੀ ਆਨੰਦ ਦੀ ਗੱਲ ਕੀਤੀ ਆ, ਉਹ ਜਿਹੜੀ ਅਨੋਟਮੀ ਤੁਸੀਂ ਮਤਲਬ ਉਹੀ ਦੱਸ ਰਹੇ ਵੀ ਪੀਪੀ ਕਿੱਟ ਪਾ ਕੇ ਕਿਤੇ ਉਹ ਕੁਝ ਕਰੀ ਜਾਣਾ ਸੀ, ਹੁਣ ਹੋਰ ਪਾਸੇ, ਹੁਣ ਆਨੰਦ ਚੋਂ ਤੁਸੀਂ। ਪਹਿਲੀ ਗੱਲ ਤਾਂ ਬਲਵਿੰਦਰ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੈਂ ਉਹਦਾ ਅਪਵਾਦ ਹਾਂ। ਅਪਵਾਦ ਮੈਂ ਇਸ ਕਰਕੇ ਆਇਆ ਕਿ ਮੈਂ ਆਪਣੇ ਸਕੂਲ ਦਾ ਸਭ ਤੋਂ ਬ੍ਰਿਲੀਅੰਟ ਸਟੂਡੈਂਟ ਸੀ। ਮਤਲਬ ਬਹੁਤ ਇਸ ਤਰ੍ਹਾਂ ਲੋਕਾਂ ਨੂੰ ਇਹ ਲੱਗਦਾ ਸੀ ਇਹ ਕਿਤਾਬੀ ਕੀੜਾ ਹੈ ਕਿ ਨੰਬਰ ਜੇ ਮਤਲਬ 100 ਚੋਂ 99 ਆ ਗਏ ਤੇ ਬਹੁਤ ਕਮਾਲ ਹੋ ਗਿਆ, ਜੇ 98 ਜਾਂ 97 ਆ ਗਏ ਤੇ ਟੀਚਰ ਨੇ ਕਹਿਣਾ ਤੇਰੇ ਨੰਬਰ ਥੋੜੇ ਆਏ ਨੇ। ਮਤਲਬ ਆਹ ਹਾਲ ਸੀਗਾ ਹਰ ਚੀਜ਼ ਦੇ ਵਿੱਚ, ਚਾਹੇ ਉਹ ਮੈਥਮੈਟਿਕਸ, ਸਾਇੰਸ, ਕੁਝ ਵੀ ਸੀ। ਪਰ ਸਕੂਲ ਦੇ ਵਿੱਚ ਇਹ ਹੁੰਦਾ ਸੀ ਕਿ ਹੈਡਮਾਸਟਰ ਨੂੰ ਇਹ ਹੁੰਦਾ ਸੀ ਕਿ ਜੇ ਕਿਤੇ ਕੋਈ ਪੋਇਟੀਕਲ ਰੈਸੀਟੇਸ਼ਨ ਹੈ, ਕਵਿਤਾ ਪੜ੍ਹਨੀ, ਬੁਲਾ ਲਓ ਸਾਹਿਬ ਸਿੰਘ ਨੂੰ। ਕਿਤੇ ਕੋਈ ਭਾਸ਼ਣ ਦੇਣਾ, ਬੁਲਾ ਲਓ ਸਾਹਿਬ ਸਿੰਘ ਨੂੰ, ਹੈ ਨਾ। ਜੇ ਕਿਤੇ ਕੋਈ ਡਿਬੇਟ ਵਿੱਚ ਜਾਣਾ, ਬੁਲਾ ਲਓ ਸਾਹਿਬ ਸਿੰਘ ਨੂੰ, ਬੁਲਾ ਲਓ। ਕੁਇਜ਼ ਕੰਪੀਟੀਸ਼ਨ ਜਾਣਾ, ਬੁਲਾ ਲਓ ਸਾਹਿਬ ਸਿੰਘ ਨੂੰ, ਬੁਲਾ ਲਓ। ਇਹ ਜਿਹੜਾ ਬੁਲਾ ਲਓ ਸਾਹਿਬ ਸਿੰਘ, ਇਹੀ ਚਿਣਗ ਤਾਂ ਨਹੀਂ ਸੀਗੀ ਤੁਹਾਡੀ? ਇਹੀ ਹੋਇਆ ਅਸਲ ਦੇ ਵਿੱਚ, ਇਹੀ ਹੋਇਆ ਵੀ ਮਤਲਬ ਇੱਕ ਹੁਸ਼ਿਆਰ ਬੱਚੇ ਨੂੰ ਉਹਨਾਂ ਨੂੰ ਲੱਗਦਾ ਸੀ ਇਹ ਹੁਸ਼ਿਆਰ ਹੈ, ਇਹ ਕੋਈ ਵੀ ਜ਼ਿੰਮੇਵਾਰੀ ਜਿਹੜੀ ਹੈ ਨਾ ਉਹ ਨਿਭਾ ਲਏਗਾ। ਬਿਲਕੁਲ। ਲੇਕਿਨ ਜਿਹੜੀ ਦੂਸਰੀ ਗੱਲ ਹੈ, ਜਿਹੜੀ ਤੁਸੀਂ ਕਹਿ ਰਹੇ ਹੋ ਲੈਬੋਰੀਅਸ ਸਟੂਡੈਂਟਸ ਜਿਹੜੇ ਹੈਗੇ ਨੇ, ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਯਾਰ ਡਾਕਟਰ ਬਣ ਜਾਓ, ਤੁਸੀਂ ਉਹ ਬਣ ਜਾਓ। ਇਹ ਹੌਲੀ ਹੌਲੀ ਚੀਜ਼ਾਂ ਚੇਂਜ ਹੋਈਆਂ ਨੇ, ਚੇਂਜ ਹੋਈਆਂ। ਅੱਜ ਮੈਂ ਜਦੋਂ ਸਕੂਲਾਂ 'ਚ ਜਾਂਦਾ, ਕਾਲਜਿਸ ਵਿੱਚ ਜਾਂਦਾ, ਜਦੋਂ ਮੈਂ ਸਕੂਲਾਂ 'ਚ ਵਰਕਸ਼ਾਪ ਕਰਦਾ, ਪਲੇਸ ਤਿਆਰ ਕਰਵਾਉਣਾ, ਤੇ ਮੈਂ ਉੱਥੇ ਵੀ ਦੇਖਦਾ ਕਿ ਜਿਹੜੇ ਟੀਚਰਸ ਨੇ, ਉਹ ਟੀਚਰ ਜਿਹੜੇ ਸਾਰੀ ਤੋਂ ਪਹਿਲੀ ਲਿਸਟ ਮੈਨੂੰ ਦਿੰਦੇ ਨੇ ਕਿ ਸਾਰੇ ਸਟੂਡੈਂਟਸ ਅੱਗੇ ਕਰਦੇ ਨੇ, ਉਹ ਸਾਰੇ ਉਹ ਸਟੂਡੈਂਟਸ ਦਿੰਦੇ ਆ ਕਿ ਇਹ ਬ੍ਰਿਲੀਅੰਟ ਨੇ ਜੀ, ਇਹਨਾਂ ਨੇ ਬਹੁਤ ਛੇਤੀ ਚੀਜ਼ਾਂ ਨੂੰ ਗ੍ਰੈਸਪ ਕਰ ਜਾਣਾ, ਇਹਨਾਂ ਦੀ ਰਿਟੈਂਸ਼ਨ ਪਾਵਰ ਵੀ ਸਟਰੋਂਗ ਹੈ। ਤੇ ਪਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਇਹ ਤਾਂ ਮੈਨੂੰ ਪਤਾ ਹੀ ਨੇ, ਇਹ ਤਾਂ ਮੈਨੂੰ ਪਤਾ ਇਹ ਚੁਸਤ ਨੇ, ਇਹ ਅਗਰ ਸਟੱਡੀ ਵਿੱਚ ਚੁਸਤ ਨੇ ਤਾਂ ਇਹ ਥੀਏਟਰ 'ਚ ਵੀ ਚੁਸਤ ਹੀ ਹੋਣਗੇ, ਕਿਉਂਕਿ ਥੀਏਟਰ ਸਮਝਦਾਰੀ ਦਾ ਆਰਟ ਹੈ। ਥੀਏਟਰ ਦੇ ਵਿੱਚ ਲਾਈਨਾਂ ਬੋਲਣੀਆਂ ਨਹੀਂ ਹੁੰਦੀਆਂ, ਲਾਈਨਸ ਨੂੰ ਸਮਝਣਾ ਹੁੰਦਾ ਹੈ। ਉਹਨਾਂ ਡਾਇਲੌਗਸ ਦੇ ਅੰਦਰ ਜਿਹੜੇ ਮੀਨਿੰਗ ਛੁਪੇ ਹੁੰਦੇ ਆ, ਐਕਟਰ ਨੇ ਉਹ ਦੇਣੇ ਹੁੰਦੇ ਆ। ਲਾਈਨਸ ਬਿਲਕੁਲ ਸਹੀ ਭਾਜੀ, ਬਿਲਕੁਲ ਸਹੀ। ਮੇਰੇ ਖਿਆਲ ਜਿਹੜੇ ਐਕਟਰ ਜਿਹੜਾ ਨਾ, ਉਹਦਾ ਡਿਫਰੈਂਸ ਹੀ ਹੈ ਕਿ ਉਹਨੇ ਲਾਈਨਾਂ ਦੇ ਅੰਦਰ ਛੁਪੇ ਹੋਏ ਜਿਹੜੇ ਅਰਥ ਹੈ, ਜਿਹੜੇ ਖੱਪੇ ਉਹ ਭਰਨੇ ਹੁੰਦੇ। ਸੋ ਜਿਹੜਾ ਪੜ੍ਹਿਆ ਲਿਖਿਆ ਬ੍ਰਿਲੀਅੰਟ ਸਟੂਡੈਂਟ ਹੈ ਉਹ ਕਰ ਜਾਏਗਾ। ਪਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ ਇਹ ਤਾਂ ਮੈਨੂੰ ਦੇ ਦਿੱਤੇ, ਪਰ ਜਿਹੜੇ ਦੂਸਰੇ ਜਿਹੜੇ ਸਟੱਡੀਜ਼ ਵੀ ਪਿੱਛੇ ਨੇ, ਫਿਰ ਉਹਨਾਂ ਨੂੰ ਆਪਾਂ ਪਿੱਛੇ ਹੀ ਰੱਖਣਾ, ਉਹਨਾਂ ਨੂੰ ਵੀ ਤਾਂ ਅੱਗੇ ਲਿਆਈਏ ਨਾ। ਸੋ ਉਹਨਾਂ ਨਾਲ ਕਿਤੇ ਵਾਰਤਾਲਾਪ ਕਰੀਏ, ਇੰਟਰੈਕਸ਼ਨ 'ਚ ਪਈਏ, ਉਹਨਾਂ ਨੂੰ ਵੀ ਤਾਂ ਕਿ ਚਾਬੀ ਭਰਨ ਦੀ ਜ਼ਰੂਰਤ ਹੁੰਦੀ ਹੈ। ਤੇ ਕਈ ਵਾਰੀ ਉਹ ਫਿਰ ਬਹੁਤ ਅੱਗੇ ਲੰਘ ਜਾਂਦੇ ਆ, ਅੱਗੇ ਲੰਘ ਜਾਂਦੇ ਨੇ, ਮਿਲਦਾ ਨਾ, ਉਹ ਫਿਰ ਅੱਗੇ ਲੰਘ ਜਾਂਦੇ। ਸੋ ਰੰਗਮੰਚ ਵਿੱਚ ਮੈਡੀਕਲ ਡਾਕਟਰ ਵੀ ਆਏ, ਇਹ 'ਚ ਇੰਜੀਨੀਅਰ ਵੀ ਆਏ, ਇਹਦੇ ਵਿੱਚ ਟੀਚਰ ਵੀ ਆਏ, ਇਹਦੇ ਵਿੱਚ ਬਿਜ਼ਨਸਮੈਨ ਵੀ ਆਏ। ਇਹਦੇ ਵਿੱਚ ਕਿਹੜਾ ਤਬਕਾ ਹੈ ਜਿਹੜਾ ਨਹੀਂ ਆਇਆ ਰੰਗਮੰਚ ਦੇ ਵਿੱਚ? ਸਾਰੇ ਆਏ ਨੇ ਭਾਜੀ। ਆਪਾਂ ਨਾ ਗੱਲਾਂ ਕਰਦੇ ਰਹਾਂਗੇ ਕਿਉਂਕਿ ਮੈਨੂੰ ਇੱਕ ਤੇ ਹਮੇਸ਼ਾ ਖਦਸ਼ਾ ਰਹਿੰਦਾ ਕਿ ਇਹ ਜਿਹੜੀਆਂ ਲਾਈਨਾਂ ਨੇ ਨਾ, ਇਹ ਕੰਟੀਨਿਊ ਰਹਿਣ ਤਾਂ ਜ਼ਿਆਦਾ ਅੱਛਾ ਹੈ, ਕਿਉਂਕਿ ਬਾਰਿਸ਼ਾਂ ਝੱਖੜ ਝੁੱਖੜ ਆਸੇ ਪਾਸੇ ਪਈਆਂ ਨੇ। ਉਦੋਂ ਪਹਿਲਾਂ ਕਰੋਨਾ ਦਾ ਵੀ ਝੱਖੜ ਹੈ, ਜਿਹਦੇ ਚੱਕਰ ਦੇ ਵਿੱਚ ਇਹ ਆਪਾਂ ਸਾਰਾ ਸ਼ੁਰੂ ਕੀਤਾ ਸੀਗਾ, ਲੇਕਿਨ ਇਹ ਚੱਕਰ ਅੱਛਾ ਹੋ ਗਿਆ। ਮੈਂ ਦਰਸ਼ਕਾਂ ਨੂੰ ਵੀ ਨਾਲ ਨਾਲ ਦੱਸਦਾ ਰਹਾਂ ਕਿ ਅਸੀਂ ਲਾਈਵ ਜਾ ਰਹੇ ਹਾਂ, ਔਰ ਤੁਸੀਂ ਜਿਹੜੇ ਸਵਾਲ ਨੇ, ਜਿਹੜੀਆਂ ਟਿੱਪਣੀਆਂ ਨੇ, ਜਿਹੜੀਆਂ ਸਲਾਹਾਂ ਮਸ਼ਵਰੇ ਜਿਹੜਾ ਤੁਸੀਂ ਕਰਦੇ ਰਹਿਣਾ, ਡਾਕਟਰ ਸਾਹਿਬ ਸਿੰਘ ਹੋਰਾਂ ਨੂੰ ਵੀ, ਮੈਨੂੰ ਵੀ ਦੱਸਦੇ ਰਹਿਣਾ। ਔਰ ਮੈਂ ਇੱਕ ਹਦਾਇਤ ਸਾਡੇ ਹਦਾਇਤਕਾਰ ਜਿਹੜੇ ਡਾਇਰੈਕਟਰ ਨੇ ਗੁਰਵਿੰਦਰ ਹੋਰਾਂ ਨੂੰ, ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਮੇਰੀ ਸਕਰੀਨ ਤੇ ਅੱਜ ਮੇਰੇ ਨਾਲ ਅਜੇ ਵਾਪਰ ਗਿਆ, ਮੇਰੀ ਸਕਰੀਨ ਦੇ ਉੱਤੇ ਮੈਨੂੰ ਸਵਾਲ ਨਹੀਂ ਦਿਸਣਗੇ, ਇਸ ਲਈ ਪਲੀਜ਼ ਤੁਸੀਂ ਪਿੱਛੋਂ ਇੰਸਟਰਕਸ਼ਨ ਦਿੰਦੇ ਰਹੋ, ਮੈਨੂੰ ਸਵਾਲ ਦੱਸਦੇ ਰਹੋ। ਜੇ ਮੈਨੂੰ ਸਮਝ ਆਏਗੀ ਮੈਂ ਲਾਜ਼ਮੀ ਤੌਰ ਤੇ ਪੁੱਛਾਂਗਾ। ਤੇ ਡਾਕਟਰ ਸਾਹਿਬ ਹੋਰੀ, ਤੁਸੀਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਅੱਜ ਸਾਡੇ ਲਈ ਕੀ ਲੈ ਕੇ ਆਏ ਹੋ ਤੁਸੀਂ ਪੇਸ਼ੇ ਨਜ਼ਰ ਦੇ ਵਿੱਚ? ਕਿਉਂਕਿ ਪਿਛਲੀ ਵਾਰੀ ਸਾਡੀ ਟੈਕਨੀਕੈਲਿਟੀ ਦੇ ਹਿਸਾਬ ਨਾਲ ਸਾਡਾ ਪੂਰਾ ਜਿਹੜਾ ਹੈਗਾ ਉਹ ਮੁਕੰਮਲ ਨਹੀਂ ਹੋ ਪਾਇਆ ਸੀਗਾ। ਭਾਜੀ, ਅੱਜ ਤੁਸੀਂ ਸਾਨੂੰ ਕੀ ਦਿਖਾਓਗੇ? ਔਰ ਉਦੋਂ ਬਾਅਦ ਅਸੀਂ ਨਾ ਪੇਸ਼ੇ ਨਜ਼ਰ ਤੇ ਚਰਚਾ ਵਿਚਰਚਾ ਵੀ ਕਰਾਂਗੇ। ਇਸ ਲਈ ਮੈਂ ਕਹਿੰਦਾ ਵੀ ਆਪਾਂ ਥੋੜੀਆਂ ਜਿਹੀਆਂ ਗੱਲਾਂ ਸਾਂਭ ਕੇ ਬਾਅਦ ਦੇ ਵਿੱਚ ਰੱਖ ਲਈਏ, ਤੁਹਾਡੀ ਪੇਸ਼ਕਾਰੀ ਤੋਂ ਬਾਅਦ ਆਪਾਂ ਕਰਦੇ ਹਾਂ। ਮੈਂ ਅੱਜ ਪੇਸ਼ ਕਰ ਰਿਹਾ ਅਸਲ ਦੇ ਵਿੱਚ ਉਹ ਵੀ ਨਾ ਇੱਕ ਰਿਸਪੌਂਸਿਬਿਲਿਟੀ, ਇੱਕ ਸੋਸ਼ਲ ਰਿਸਪੌਂਸਿਬਿਲਿਟੀ ਨਿਭਾ ਰਿਹਾ ਕਿ ਜਿਹੜਾ ਰੰਗਕਰਮੀ ਹੈ, ਜਿਹੜਾ ਰੰਗਮੰਚ ਹੈ, ਉਹ ਹਮੇਸ਼ਾ ਸਮੇਂ ਦਾ ਹਾਣੀ ਬਣ ਕੇ ਚੱਲਦਾ ਹੈ। ਅਗਰ ਆਲੇ ਦੁਆਲੇ ਉਹਦੇ ਜੋ ਕੁਝ ਚੱਲ ਰਿਹਾ, ਅਗਰ ਉਹਦੇ ਬਾਰੇ ਉਹ ਗੱਲ ਨਹੀਂ ਕਰਦਾ, ਤੇ ਫਿਰ ਇਹਦਾ ਮਤਲਬ ਕਿ ਉਹ ਪੈਡ ਨਾਲ ਪੈਡ, ਜਿਹੜੇ ਕਦਮ ਨਾ ਪਾ ਕੇ ਨਹੀਂ ਚੱਲ ਰਿਹਾ। ਜਦੋਂ ਕਰੋਨਾ ਆਇਆ, ਕਰੋਨਾ ਤੋਂ ਪਹਿਲਾਂ ਮੇਰੇ ਬੜੇ ਮਹੱਤਵਪੂਰਨ ਨਾਟਕ ਸੀ, ਇੱਕ ਸਮਾਂ ਵਾਲੀ ਡਾਂਗ ਤੇ ਇੱਕ ਵਜਾਈਨਾ ਟਾਕਸ। ਦੋਨੋਂ ਕਾਫੀ ਸਰਗਰਮੀ ਵੀ ਬਹੁਤ ਜ਼ਿਆਦਾ ਸੀ ਔਰ ਪਸੰਦ ਵੀ ਬਹੁਤ ਕੀਤੇ ਗਏ, ਲੋਕਾਂ ਦੀ ਪਸੰਦ ਤੇ ਖਰੇ ਵੀ ਬਹੁਤ ਉਤਰ ਰਹੇ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜਾ ਸਮਾਂ ਵਾਲੀ ਡਾਂਗ ਨਾਟਕ ਸੀ, ਉਹ ਬਿਲਕੁਲ ਤਿੱਖਾ ਨਾਟਕ ਸੀ। ਸਿੱਧਾ ਇੱਕ ਕਿਸਾਨ ਚੀਫ ਮਿਨਿਸਟਰ ਦੀ ਕੁਰਸੀ ਨਾਲ ਗੱਲਾਂ ਕਰ ਰਿਹਾ, ਸਿੱਧੀਆਂ ਗੱਲਾਂ ਕਰ ਰਿਹਾ, ਉਹ ਚੀਫ ਮਿਨਿਸਟਰ ਨਾਲ ਬਲੰਟ ਹੋ ਕੇ ਗੱਲਾਂ ਕਰ ਰਿਹਾ, ਬਾਈ ਕਹਿ ਕੇ ਉਹਦੇ ਨਾਲ ਗੱਲਾਂ ਕਰ ਰਿਹਾ। ਔਰ ਕਿਸਾਨੀ ਦੀਆਂ ਜੋ ਪਰਤਾਂ ਨੇ, ਗ੍ਰੀਨ ਰੈਵੋਲੂਸ਼ਨ ਤੋਂ ਪਹਿਲਾਂ ਤੋਂ ਲੈ ਕੇ ਗ੍ਰੀਨ ਰੈਵੋਲੂਸ਼ਨ ਤੋਂ ਜੋ ਮਸਲੇ ਨੇ, ਸਹੀ ਉਹ ਸਾਰੇ ਕਰਦਾ। ਔਰ ਐਂਡ 'ਚ ਸਵਾਲ ਕਰਦਾ ਕਿ ਤੇਰੇ ਕੋਲ ਜੇ ਕੋਈ ਹੱਲ ਨਹੀਂ ਹੈ ਤਾਂ ਫਿਰ ਸਾਡੇ ਕੋਲ ਆਹ ਹੱਲ ਹੈਗਾ, ਸਮਾਂ ਵਾਲੀ ਡਾਂਗ ਸਾਡੇ ਕੋਲ ਫਿਰ ਹੈਗੀ ਹੈ, ਫਿਰ ਸਾਨੂੰ ਚੁੱਕਣੀ ਪਏਗੀ।
ਉਹ ਮਤਲਬ ਇੱਕ ਹਾਂ। ਮਸਲੇ ਨਾਲ ਜੁੜਿਆ ਹੋਇਆ ਇੱਕ ਬਲੰਟ ਨਾਟਕ ਸੀ। ਫਿਰ ਜਦੋਂ ਹਾਂ। ਵਜਾਈਨਾ ਟਾਕਸ ਕੀਤਾ ਕਿ ਜਿਹੜੀ ਅੱਜ ਦੀ ਲੜਕੀ ਹੈ, ਜਿਹੜੀ ਅੱਜ ਦੀ ਔਰਤ ਹੈ, ਉਹਦੀ ਜਿਹੜੀ ਪਰਸੈਪਸ਼ਨ ਹੈ ਟੁਵਰਡਸ ਲਾਈਫ, ਟੁਵਰਡਸ ਕਰੀਅਰ, ਉਹ ਚੇਂਜ ਹੋ ਗਈ ਹੋਈ ਹੈ ਹਨਾ। ਅੱਜ ਉਹ ਬਿਲਕੁਲ ਵਲਗਣਾ ਦੇ ਵਿੱਚ ਕੈਦ ਹੋ ਕੇ ਉਸ ਤਰ੍ਹਾਂ ਨਹੀਂ ਰਹਿਣਾ ਚਾਹੁੰਦੀ, ਉਹਨੇ ਬਹੁਤ ਫਲਾਈ ਹਾਈ ਕਰਨਾ ਹੁੰਦਾ। ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੇ ਆਲੇ ਦੁਆਲੇ ਰੇਪਸ ਹੋ ਰਹੇ ਜਾਂ ਕੁਛ ਹੈ, ਉਹ ਇੱਕ ਫਿਰ ਬਲੰਟ ਨਾਟਕ ਹੋਇਆ। ਉਹ ਵੀ ਸੋਲੋ ਸੀ, ਜਿਹ 'ਚ ਮੇਰੀ ਬੇਟੀ ਮਲਿਕਾ ਨੇ ਪਰਫਾਰਮ ਕੀਤਾ। ਉਸ ਤੋਂ ਬਾਅਦ ਆ ਗਿਆ ਇੱਕ ਕਰੋਨਾ ਆ ਗਿਆ। ਅਸੀਂ ਲੋਕਡਾਊਨ 'ਚ ਬੈਠ ਗਏ, ਲੋਕਡਾਊਨ 'ਚ ਬੰਦ ਹੋ ਗਏ। ਜਦੋਂ ਲੋਕਡਾਊਨ 'ਚ ਬੰਦ ਹੋ ਗਏ ਤੇ ਮੋਟੀਵੇਸ਼ਨ ਜਾਂਦੀ ਲੱਗੀ ਕਿ ਹੁਣ ਕੀ ਲਿਖੀਏ। ਜੇ ਲਿਖਾਂਗੇ ਤਾਂ ਉਹਨੂੰ ਪੇਸ਼ ਵੀ ਕਰਨਾ ਜ਼ਰੂਰੀ ਹੈ, ਡੈਫੀਨਿਟਲੀ ਕਰਦੇ ਤਾਂ ਮੋਟੀਵੇਸ਼ਨ ਨਹੀਂ ਆਉਂਦੀ, ਕਿਉਂਕਿ ਥੀਏਟਰ ਹਾਂ, ਬਿਲਕੁਲ ਸਹੀ, ਬਿਲਕੁਲ ਸਹੀ। ਜਦੋਂ ਇਹ ਗੱਲਬਾਤ ਸ਼ੁਰੂ ਹੋਈ ਕਿ ਮੈਂ ਆਰਟੀਕਲ, ਕਿਉਂਕਿ ਸੈਟਰਡੇ ਮੇਰਾ ਕਾਲਮ ਚੱਲਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ, ਉਹਦੇ ਲਈ ਮੈਂ ਲਿਖਦਾ ਰਹਿਣਾ। ਮੈਂ ਉਹਦੇ ਲਈ ਇੱਕ ਕਾਲਮ ਲਿਖ ਰਿਹਾ ਸੀਗਾ ਕਿ ਜਿਹੜਾ ਪ੍ਰਵਾਸੀਆਂ ਨਾਲ ਜੋ ਕੁਝ ਹੋਇਆ ਹੈ, ਪ੍ਰਵਾਸੀ ਮਜ਼ਦੂਰਾਂ ਨਾਲ, ਉਹਦੀ ਗੱਲਬਾਤ ਹੈ, ਉਹਨੂੰ ਥੀਏਟਰ ਕਿੱਦਾਂ ਡਿਪਿਕਟ ਕਰੇ। ਜਦੋਂ ਮੇਰੀ ਡਾਕਟਰ ਸਵਰਾਜ ਵੀਰ ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਇਹਨੂੰ ਰੋਕ ਲਓ, ਇਹਨੂੰ ਹਾਲੇ ਆਪਾਂ ਆਰਟੀਕਲ ਨੂੰ ਨਹੀਂ ਲਾਉਂਦੇ। ਉਹ ਮੇਰੇ ਕੋਲ ਮੈਟਰ ਪਿਆ ਸੀ ਥੋੜਾ ਜਿਹਾ। ਜਦੋਂ ਫਿਰ ਗੁਰਵਿੰਦਰ ਉਹਨਾਂ ਨਾਲ ਗੱਲ ਹੋਈ ਕਿ ਤੁਸੀਂ ਕੋਈ 25-30 ਮਿੰਟ ਦਾ ਨਾਟਕ ਵਰਚੁਅਲ ਥੀਏਟਰ ਫੈਸਟੀਵਲ ਲਈ ਕਰੋ, ਮੈਨੂੰ ਲੱਗਾ ਨਾਓ ਆਈ ਕੈਨ ਰਾਈਟ ਇਹਦੇ ਤੇ ਰੰਗਮੰਚ ਨਾਲ ਜੋੜ ਕੇ ਕਿ ਇੱਕ ਰੰਗਕਰਮੀ ਜਿਹੜਾ ਹੈਗਾ, ਉਹ ਰੰਗਕਰਮੀ ਦੀਆਂ ਕੀ ਚੈਲੰਜਸ ਨੇ, ਰੰਗਕਰਮੀ ਦਾ ਕੀ ਚੁਣੌਤੀਆਂ ਨੇ, ਰੰਗਕਰਮੀ ਕੀ ਖੂਬਸੂਰਤੀ ਹੈ ਰੰਗਮੰਚ ਦੀ, ਤੇ ਜਾ ਕੇ ਉਹ ਵੀ ਕਿਤੇ ਪ੍ਰੋਬਲਮ 'ਚ ਆਉਂਦਾ ਹੈ ਤੇ ਉਹਨਾਂ ਪ੍ਰੋਬਲਮਸ ਨੂੰ ਸਮਾਜ ਦੀਆਂ ਪ੍ਰੋਬਲਮਸ, ਪੋਲੀਟੀਕਲ ਪ੍ਰੋਬਲਮਸ, ਇੱਕ ਸਾਰੀਆਂ ਪ੍ਰੋਬਲਮਸ ਨਾਲ ਜੋੜ ਕੇ ਚਲੋ ਆਪਾਂ ਦੇਖੀਏ ਹੁਣ ਉਹ ਨਾਟਕ ਹੋਇਆ, ਉਹਦਾ ਨਾਮ ਹੈ ਰੰਗਕਰਮੀ ਦਾ ਬੱਚਾ। ਚਲੋ ਆਪਾਂ ਦਰਸ਼ਕੋ ਇਹ ਦੇਖਦੇ ਹਾਂ, ਇਹ ਸਾਹਿਬ ਸਿੰਘ ਹੋਰਾਂ ਦਾ ਨਾਟਕ ਰੰਗਕਰਮੀ ਦਾ ਬੱਚਾ ਵਿੱਚ ਪੇਸ਼ੇ ਨਜ਼ਰ। ठीक है, दे दे किराया, बार बार ना मंगना। किराया दे दो। जो तो नहीं है मेरे को पैसे, मैं किराया कितों दे दूँ? पिछले हफ्ते तो वही कुछ चल रहा है भाजी। जी किराया मंगण आई सी, मेरे मकान मालिक की छोटी जी मासूम बच्ची है। जो आम हालात से जो भी मेरे सामने आती, यदा मासूम जहा चेहरा देख के एकदम मेरा चेहरा खिड़ जाता सी। पर हुण हालात बदल गए ने भाजी, खिच चढ़ी रहती है, माड़ी जी गल तो खिच चढ़ जाती है। हाले परसों जो ये बच्ची किराया मंगण आई, कहती मम्मी कहते किराया दे दो, मेरे तो खिच के बोल हो गया। तो रसोई में मेरी बाइक बोली, की गल है, क्यों चीख रहे हो? की मैं चीख रहा? मैं चीख रहा? हाँ मैं चीख रहा, मैं अपने नवे नाटक की रिहर्सल कर रहा। तू की कर रही है? मदद करे तेन बजा लिखा रसोई में तू काम नहीं करना, काम सारा मैं करूंगा। तू आराम में बैठ नहीं सकती, आराम नहीं कर सकती तू? सॉरी भाजी फॉर शाउटिंग, दरअसल वाइफ प्रेग्नेंट है, मैं नहीं चाहता वो काम करे, पर फिर भी रसोई से जा बढ़ती है। बच्चा होने वाला है 1 आध महीने बाद, तो मैं बड़े गलत टाइम पे गरीब हो गया भाजी। पिछले 4 महीने तो कोई काम नहीं हो रहा, ना कोई शो ना कोई शूटिंग, किसी पास पैसे आ नहीं रहे। डॉक्टर कहता अपनी वाइफ का ख्याल रखो, उन्होंने खाने में बढ़िया चीज़ा लाओ, उन्होंने चिकन खाओ, अंडे खाओ, फ्रूट खाओ, और जो भी मंगती है उन्होंने दो। मेरे तो नहीं हो रहे बच्चे, मेरे तो नहीं हो रहे। डॉक्टर कहता है उन्होंने चंगिया किताबा पढ़ने दो, चंगिया फिल्मां दिखाओ, चंगी चंगी गल्लां करो, विचार चंगे रखो, खिजो नहीं उनके सामने, प्यार में गल करो। भाजी किताबों के घर में कोई कमी नहीं है, बहुत किताबें हैं भाजी, जिन्नियां मर्जी पढ़े, पर मन उखड़े हुआ है ना, चंगे विचार कितों आए? नहीं आ रहे। माड़ी जी गल तो खिच चढ़ जाती है। की कह रहे हो? सरकार का ऐलान बड़े भोले हो भाजी, सरकारों का क्या है, वो तो झट ऐलान कर देंगी। करना तो ऐसे ही जो करना, आखिर
किराया ना दो, कोई थोड़े तो किराया नहीं मंगेगा। ये गल्लां कहणियां सौखियां भाजी। मैं भावें रहना चंडीगढ़ दे विच है, पर चंडीगढ़ के सोहने शहर दे हिक दे उत्ते भी कुछ बस्तियां उगियां होईयां ने जिहड़ियां बेचारियां सधारण बस्तियां ने। ਇਹੋ ਜਿਹੀ ਇੱਕ ਸਧਾਰਨ ਬਸਤੀ ਦੇ ਇੱਕ ਸਧਾਰਨ ਜਿਹੇ ਘਰ ਦੇ ਵਿੱਚ ਰਹਿੰਦਾ ਮੈਂ। ਆਹੀ ਹੈ ਸਭ ਕੁਛ। ਇਹ ਛੋਟਾ ਜਿਹਾ ਕਮਰਾ, ਇੱਕ ਨਿੱਕਾ ਜਿਹਾ ਕਮਰਾ ਹੋਰ ਹੈ, ਇੱਕ ਰਸੋਈ ਹੈ। 7000 ਰੁਪਇਆ ਕਿਰਾਇਆ ਦਿੰਦਾ। ਜਿਹੜੀ ਮੇਰੀ ਮਕਾਨ ਮਾਲਕਣ ਹੈ ਵਿਡੋ ਭਾਜੀ, ਇੱਕ ਪ੍ਰਾਈਵੇਟ ਫਰਮ ਦੇ ਵਿੱਚ ਨੌਕਰੀ ਕਰਦੀ ਸੀ। ਲੋਕਡਾਊਨ ਦੇ ਵਿੱਚ ਉਹ ਨੌਕਰੀ ਵੀ ਛੁੱਟ ਗਈ। ਵੱਡੀ ਬੇਟੀ ਕੈਂਸਰ ਦੀ ਮਰੀਜ਼ ਹੈ, ਉਹਦੇ ਇਲਾਜ ਤੇ ਬਹੁਤ ਪੈਸਾ ਖਰਚ ਹੋ ਰਿਹਾ। ਛੋਟੀ ਹਾਲੇ ਸਕੂਲ 'ਚ ਪੜ੍ਹਦੀ ਹੈ, ਮਾਸੂਮ ਹੈ। ਜੇ ਮੈਂ 7000 ਰੁਪਇਆ ਕਿਰਾਏ ਦਾ ਉਹਨਾਂ ਨੂੰ ਨਹੀਂ ਦਿੱਤਾ ਤਾਂ ਉਹਦਾ ਘਰ ਹਿੱਲ ਜਾਏਗਾ। ਜੇ ਮੈਂ 7000 ਰੁਪਇਆ ਦੇ ਦਿੱਤਾ ਤਾਂ ਮੇਰਾ ਘਰ ਹਿੱਲ ਜਾਏਗਾ। ਜੇ ਅਸੀਂ ਦੋਵੇਂ ਕੁਝ ਨਾ ਕਰ ਸਕੇ ਤੇ ਪਤਾ ਨਹੀਂ ਕੀ ਹਿੱਲ ਜਾਏਗਾ ਭਾਜੀ। ਉਹ ਕਹਿੰਦੇ ਨੇ ਅਸੀਂ ਕੁਦਰਤ ਨਾਲ ਬਹੁਤ ਧੱਕਾ ਕੀਤਾ, ਅਸੀਂ ਬਹੁਤ ਗੰਦ ਪਾਇਆ, ਇਸ ਕਰਕੇ ਕੁਦਰਤ ਸਾਡੇ ਤੋਂ ਬਦਲਾ ਲੈ ਰਹੀ ਹੈ। ਭਾਜੀ ਅਸੀਂ ਵਿਚਾਰਿਆਂ ਨੇ ਕੀ ਗੰਦ ਪਾਇਆ? ਮੈਂ ਕੀ ਗੰਦ ਪਾਇਆ ਭਾਜੀ? ਮੈਂ ਤਾਂ ਕਿਤੇ ਉੱਪਰ ਕਰੋੜਾਂ ਰੁਪਏ ਦੀ ਦਲਾਲੀ ਦੇ ਕੇ ਕੋਈ ਇਹੋ ਜਿਹੀ ਫੈਕਟਰੀ ਨਹੀਂ ਸੀ ਲਾਈ ਜਿਹਦਾ ਗੰਦਾ ਪਾਣੀ ਮੈਂ ਕਿਸੇ ਝੀਲ ਜਾਂ ਦਰਿਆ ਵਿੱਚ ਸੁੱਟਦਾ ਹੋਵਾਂ, ਜਾਂ ਮੈਂ ਅੰਬਰੀ ਧੂੰਆਂ ਚੜ੍ਹਦਾ ਹੋਵਾਂ। ਮੈਂ ਤਾਂ ਕਿਤੇ ਅਰਜ਼ੀ ਨਹੀਂ ਸੀ ਦੇਣ ਗਿਆ ਕਿ ਪੀਜ਼ੇ, ਬਰਗਰ, ਸਾਬੇ ਸਭ ਕੁਛ KFC ਵਗੈਰਾ ਬੱਚਿਆਂ ਨੂੰ ਚਾਹੀਦਾ। ਉਹਨਾਂ ਖੁਦ ਸੁੱਟਿਆ ਨਾ ਸਾਰਾ ਕੁਛ ਬਾਜ਼ਾਰ 'ਚ। ਹੁਣ ਕਹਿੰਦੇ ਨੇ ਅਸੀਂ ਗਲਤ ਖਾਂਦੇ ਹਾਂ, ਇਸ ਕਰਕੇ। सॉरी भाजी, मैं भुल जाना कि मैं स्टेज पे नहीं हाँ, अपने घर च बैठे उस तरह बोलना शुरू कर देना। शायद इन्होंने मैंने उस चीज़ की कमी भी महसूस हो रही है भाजी। यस कुछ नहीं भाजी, चिड़ी है छोटी जी। एक कोई खिड़की है इस कमरे की, उस खिड़की विचों धुप अंदर आती है तो उतों ही हवा आती है। पिछली दिवाली ते मैं एक निक्का जिहा दीवा इस खिड़की ते रख दिता। अगले दिन बरसात हुई तो दीवा पानी नाल भर गया। ये चिड़ी अक्सर आके इत्थे बैठ जाती है तो पानी पीण लग पैंदी है। जदों दीवे विच पानी नहीं होंदा तो इतना चुंच मारती है बार बार, जिवें मैनूं कह रही होवे पानी दे दे, पानी दे दे, पानी दे दे। तो मैं भाजी उस दीवे में पानी पा देना। मेरी वाइफ वो लिए कुछ खाण रख देती है। पर हुण कुछ दिनों तो ऐ लगता जिवें ये चिड़ी मैनूं चिड़ा रही है, अपनी आज़ाद हस्ती दिखा के मैनूं तंग कर रही है। जिवें मैनूं कह रही होवे देख तू गुलाम है, तू तकलीफ च है, मैं आज़ाद हूँ। नहीं भाजी, चिड़ी बेचारी ना कदी दुश्मनी। चिड़ी तो मेरी पहली अध्यापक है, मैनूं उड्डण का सबक सिखाने वाली, आज़ाद हस्ती का सबक सिखाने वाली। पर करा कि वाइफ प्रेगनेंट है ना, समझ नहीं आती कि जे इसी तरह सब कुछ चलता रहा, जो मैं सब कुछ ना कर सकिया तो मेरा बच्चा किस तरह का होएगा? बच्चा होएगा भी जा माँ बाप लिए बच्चा बहुत वड्डी गल होती है। मैं हुण महसूस कर सकता, पर सच दसां भाजी मैं उस तरह महसूस नहीं कर सकता जिस तरह उस मां ने किया होगा, जिहड़ी नासिक तो चल पई सी मध्य प्रदेश में। उहदे पेट दे विच अणजम्मिया बच्चा सी तो चल पई सी दूर दुराडे अपने देश ने, सोचती हुई कि मैं तो हुण तक बगाने टुकड़ खाती रही, बगाने साह लेंदी रही, बगानियां दियां गालां सुनती रही। मेरा बच्चा तो अपनी जिंदगी का पहला साह अपने दे विच लवे। इस करके औरत तुर पई पैदल नासिक तो मध्य प्रदेश में। पेट विच पुट्ठा लटकदा बच्चा ते पैरों में टुटी चप्पल पाई घड़ीसती हुई जा रही औरत। वाह कितना सोहना दृश्य है मेरे सोहने भारत का। पर वो औरत उसने फिर भी हंझू नहीं बहाया, उसके दिल ने धड़कना बंद नहीं किया।
उसਦੀਆਂ ਲੱਤਾਂ ਨੇ ਜਵਾਬ ਨਹੀਂ ਦਿੱਤਾ ਤੇ ਉਹ ਤੁਰਦੀ ਰਹੀ ਪਰ ਬੱਚਾ ਤਾਂ ਬੱਚਾ ਠਹਿਰਿਆ ਨਾ। ਕਹਿੰਦੇ ਨੇ ਨਾ ਕਿ ਬੱਚੇ ਦੀ ਜ਼ਿੱਦ ਅੱਗੇ ਰੱਬ ਨੂੰ ਵੀ ਝੁਕਣਾ ਪੈ ਜਾਂਦਾ। ਬੱਚਾ ਕਾਹਲਾ ਪੈ ਗਿਆ ਇਸ ਦੁਨੀਆ ਤੇ ਆਉਣ ਲਈ। ਪਤਾ ਨਹੀਂ ਬੱਚੇ ਦੇ ਦਿਮਾਗ ਦੇ ਵਿੱਚ ਇਸ ਦੁਨੀਆ ਪ੍ਰਤੀ ਕਿਹੋ ਜਿਹੀ ਤਸਵੀਰ ਹੋਏਗੀ ਕਿ ਕਿੰਨੀ ਕੁ ਸੋਹਣੀ ਤਸਵੀਰ ਹੈ। ਪਤਾ ਨਹੀਂ ਨਾ ਬੱਚੇ ਵਿਚਾਰੇ ਨੂੰ ਜ਼ਿੱਦ ਕਰਨ ਲੱਗ ਪਿਆ ਤਾਂ ਕਾਹਲਾ ਪੈ ਗਿਆ। ਮਾਂ ਕੀ ਕਰਦੀ? ਅਜੇ 60 ਕਿਲੋਮੀਟਰ ਚੱਲੀ ਸੀ, 160 ਕਿਲੋਮੀਟਰ ਅਜੇ ਹੋਰ ਚੱਲਣਾ ਸੀ ਪਰ ਬੱਚਾ ਕਾਹਲਾ ਪੈ ਗਿਆ। ਮਾਂ ਨੇ ਸੜਕ ਦੇ ਕੰਢੇ ਆਖਰੀ ਜੰਮਣ ਪੀੜਾਂ ਸਹੀਆਂ। ਸੜਕ ਦੇ ਕੰਢੇ ਹੀ ਮਾਂ ਹੋਣ ਦਾ ਫਰਜ਼ ਨਿਭਾਇਆ। ਉਸ ਔਰਤ ਨੇ ਸੜਕ ਦੇ ਕੰਢੇ ਹੀ ਆਪਣਾ ਬੱਚਾ ਪੈਦਾ ਕੀਤਾ ਭਾਜੀ, ਆਪਣਾ ਬੱਚਾ ਪੈਦਾ ਕੀਤਾ। ਇਸ ਬੱਚੇ ਦਾ ਨਾਮ ਜਦੋਂ ਇਸ ਮਹਾਨ ਦੇਸ਼ ਦੇ ਕਾਗਜ਼ਾਂ ਦੇ ਵਿੱਚ ਦਰਜ ਹੋਏਗਾ ਤਾਂ ਉਹਨਾਂ ਕਾਗਜ਼ਾਂ ਦੇ ਵਿੱਚ ਇੱਕ ਕਾਲਮ ਚੀਖ ਕੇ ਸਵਾਲ ਕਰੇਗਾ ਕਿ ਇੱਥੇ ਦੱਸੋ ਕੀ ਭਰੋਗੇ? ਪਲੇਸ ਆਫ ਬਰਥ, ਜਨਮ ਸਥਾਨ। ਯੈਸ, ਉਸ ਬੱਚੇ ਦਾ ਜਨਮ ਸਥਾਨ ਕੀ ਲਿਖਿਆ ਜਾਏਗਾ? ਜੀਟੀ ਰੋਡ, ਜਰਨੈਲੀ ਸੜਕ ਦਾ ਕੋਈ ਕੰਡਾ? ਵਾਹ, ਰਾਜੇ ਭਾਰਤ ਦੇ ਇਸ ਮਹਾਨ ਦੇਸ਼ ਦਾ ਕੋਈ ਪਿੰਡ, ਕੋਈ ਸ਼ਹਿਰ, ਕੋਈ ਗਲੀ, ਕੋਈ ਬਸਤੀ ਉਸ ਬੱਚੇ ਨੂੰ ਨਸੀਬ ਨਹੀਂ ਹੋਈ ਜਿਹਦੇ ਬਾਰੇ ਉਹ ਗੁੱਪ ਕੇ ਕਹਿ ਸਕੇ ਕਿ ਯੈਸ ਦਿਸ ਇਜ਼ ਮਾਈ ਬਰਥ ਪਲੇਸ, ਇਹ ਹੈ ਮੇਰਾ ਜਨਮ ਸਥਾਨ। ਹੈ ਤਾਂ ਉਹ ਬੱਚਾ ਵੀ ਇਸੇ ਦੇਸ਼ ਦਾ ਵਾਸੀ ਹੈ। ਕੱਲ ਨੂੰ ਇੱਥੇ ਸੜਕਾਂ ਦੇ ਉੱਤੇ ਉਹ ਰੋੜੀ ਕੁੱਟਦਾ ਮਿਲੇਗਾ, ਇੱਥੇ ਕਿਤੇ ਪਸੀਨਾ ਬਹਾ ਰਿਹਾ ਹੋਏਗਾ, ਇੱਥੇ ਕਿਤੇ ਕਈਆਂ ਮਾਰ ਰਿਹਾ ਹੋਏਗਾ ਬੱਚਾ। ਤੇ ਜਿਸ ਦਿਨ ਭਾਜੀ ਇਹਨਾਂ ਸੜਕਾਂ ਤੇ ਕੰਮ ਕਰਦਾ ਉਹ ਬੱਚਾ ਆਪਣੀ ਮਾਂ ਨੂੰ ਇਹ ਪੁੱਛ ਬੈਠਿਆ ਕਿ ਮਾਂ ਮੈਨੂੰ ਦੱਸ ਤਾਂ ਸਹੀ, ਸੜਕ ਦਾ ਉਹ ਕਿਹੜਾ ਟੋਟਾ ਹੈ, ਸੜਕ ਦਾ ਉਹ ਕਿਹੜਾ ਕੋਨਾ ਹੈ ਜਿੱਥੇ ਤੂੰ ਮੈਨੂੰ ਜਨਮ ਦਿੱਤਾ ਸੀ? ਸੱਚ ਪੁੱਛਿਓ ਭਾਜੀ, ਮਾਂ ਪਾਗਲ ਹੋ ਜਾਏਗੀ। ਸੜਕ ਦੇ ਕੰਢੇ ਕੱਢਿਆ ਮੇਲ ਪੱਥਰ ਤਾਵਾ ਮਾਰ ਕਰ ਹੋਏਗਾ ਭਾਜੀ। ਇਹ ਬੱਚਾ ਕੈਸਾ ਸਫ਼ਰ ਲੈ ਕੇ ਆਇਆ? ਉਹਦੀ ਮਾਂ ਨੂੰ ਉਹਨੂੰ ਜੰਮਣ ਤੋਂ ਬਾਅਦ ਵੀ ਆਰਾਮ ਨਹੀਂ ਮਿਲਿਆ। ਆਰਾਮ ਕਰਦੀ ਵੀ ਕਿਵੇਂ? ਉਸਨੇ ਆਪਣੇ ਦੇਸ਼ ਪਹੁੰਚਣਾ ਸੀ। ਉਹਦੇ ਸਰਾਣੇ ਕਿਹੜਾ ਪੰਜੀਰੀ ਪਈ ਸੀ ਜਿਹੜੀ ਖਾ ਕੇ ਉਹ ਮੁੜ ਕੇ ਤਾਕਤ ਗ੍ਰਹਿਣ ਕਰ ਲੈਂਦੀ। 2 ਘੰਟੇ, ਸਿਰਫ 2 ਘੰਟੇ ਸੁੱਤੀ ਔਰਤ ਤੇ ਉਸ ਤੋਂ ਬਾਅਦ ਫਿਰ ਚੱਲ ਪਈ। ਰੂੰਦੇ ਘੋੜੇ ਜਿਹਾ ਨਿੱਕਾ ਜਿਹਾ ਬੱਚਾ ਚੁੱਕੀ 160 ਕਿਲੋਮੀਟਰ ਪੈਦਲ ਇਹ ਔਰਤ ਤੁਰੀ ਰਹੀ ਆਪਣੇ ਘਰ ਪਹੁੰਚਣ ਲਈ। ਕਿ ਦੇਸ਼ ਦੀ 56 ਇੰਚ ਦੀ ਛਾਤੀ ਵਿੱਚ ਕੋਈ ਦਰਦ ਹੋਇਆ, ਕੋਈ ਕੰਡਾ ਚੁੱਭਿਆ? ਨਾ, ਨਹੀਂ ਚੁੱਭਿਆ। ਔਰ ਚੰਡੀਗੜ੍ਹ ਦੀ ਮੀਨਾ ਕੁਮਾਰੀ ਉਹ ਕਿਹੜਾ ਸਾਨੂੰ ਭੁੱਲ ਗਈ ਹੈ? ਚੱਲ ਪਈ ਸੀ ਇਸੇ ਤਰ੍ਹਾਂ ਪੇਟ ਵਿੱਚ ਬੱਚਾ ਲੈ ਕੇ ਉਹ ਵੀ ਆਪਣੇ ਦੇਸ਼ ਨੂੰ। ਹਾਲੇ ਯੂਪੀ ਦੇ ਸ਼ਹਿਰ ਰੁੜਕੀ ਪਹੁੰਚੀ ਸੀ ਕਿ ਜੰਮਣ ਪੀੜਾਂ ਸ਼ੁਰੂ ਹੋ ਗਈਆਂ। ਸੜਕ ਦੇ ਕੰਢੇ ਬੱਚਾ ਪੈਦਾ ਕੀਤਾ ਤੇ ਬੱਚਾ ਪੈਦਾ ਕਰਨ ਤੋਂ ਬਾਅਦ 270 ਕਿਲੋਮੀਟਰ ਪੈਦਲ ਚੱਲੀ। 270 ਕਿਲੋਮੀਟਰ ਭਾਜੀ, ਜਰਾ ਅੰਦਾਜ਼ਾ ਲਾ ਕੇ ਦੇਖ ਲਓ 270 ਕਿਲੋਮੀਟਰ ਚੱਲਣ ਲਈ ਕਿੰਨੇ ਦਿਨ ਤੇ ਕਿੰਨੀਆਂ ਰਾਤਾਂ ਉਸ ਔਰਤ ਨੂੰ ਪੈਦਲ ਚੱਲਣਾ ਪਿਆ ਹੋਵੇਗਾ। ਜਿਹੜਾ ਬੱਚਾ ਉਹਨੇ ਪੈਦਾ ਕੀਤਾ ਉਹਦੇ ਹਿੱਸੇ ਦੀ ਚਮੜ ਕੁੱਟੀ ਕਿੱਥੇ ਗਈ? ਉਹਦੀਆਂ ਲੱਤਾਂ ਬਾਹਾਂ ਦੀ ਮਾਲਿਸ਼ ਕਰਨ ਲਈ ਤੇਲ ਕਿੱਥੇ ਚਲਾ ਗਿਆ? ਵੱਡਾ ਹੋ ਕੇ ਇਹੀ ਬੱਚਾ ਜੇ ਕਿਸੇ ਧਨ ਕੁਬੇਰ ਦੇ ਘਰੇ ਚੋਰੀ ਕਰਨ ਜਾਂ ਡਾਕਾ ਮਾਰਨ ਜਾ ਵੜਿਆ ਤੇ ਅਸੀਂ ਕਸੂਰ ਕਿਹਦਾ ਕੱਢਾਂਗੇ? ਸਜ਼ਾ ਕਿਹਨੂੰ ਦੇਵਾਂਗੇ? ਉਹਦੀ ਮਾਂ ਨੂੰ, ਉਹਦੇ ਪਿਓ ਨੂੰ, ਉਹਨੂੰ, ਆਪਣੇ ਆਪ ਨੂੰ, ਜਾਂ ਇਸ ਦੇਸ਼ ਦੀ 56 ਇੰਚ ਦੀ ਛਾਤੀ ਨੂੰ? ਅਸੀਂ ਰੰਗ ਕਰਮੀ ਆ ਨਾ। ਜਦੋਂ ਅਸੀਂ ਜਨਮ ਲੈਂਦੇ ਹਾਂ ਤਾਂ ਛਾਤੀ ਤੋਂ ਸਾਨੂੰ ਵੀ ਵੱਡੀ ਮਿਲਦੀ ਹੈ, ਪਰ ਉਸ ਛਾਤੀ ਵਿੱਚ ਜਿਹੜਾ ਦਿਲ ਧਰਿਆ ਜਾਂਦਾ ਹੈ ਉਹ ਨਿੱਕਾ ਜਿਹਾ ਹੁੰਦਾ ਹੈ, ਬਲੂੰਗੜੇ ਵਰਗਾ। ਮਾੜਾ ਜਿਹਾ ਦੁੱਖ ਦਰਦ ਹੈ ਤਾਂ ਉਧਰੋਂ ਲੰਘਿਆ ਨਹੀਂ ਕਿ ਉਹਦੀ ਹਿੱਕ 'ਚ ਵੱਜਿਆ ਨਹੀਂ। ਆ ਮੇਰੀ ਬੀਬੀ, ਉਹ ਵੀ ਤਾਂ ਮੇਰੇ ਵਰਗੀ ਹੈ। ਜਦੋਂ ਉਹ ਤਸਵੀਰ ਦੇਖੀ ਭਾਜੀ ਜਿਹਦੇ ਵਿੱਚ ਮਾਂ
ਇੱਕ ਸੂਟਕੇਸ ਦੇ ਉੱਤੇ ਬੱਚੇ ਨੂੰ ਬਿਠਾ ਕੇ ਘੜੀਸੀ ਲੈ ਕੇ ਜਾ ਰਹੀ ਹੈ। ਰੋਣ ਲੱਗ ਪਈ ਦੇਖ ਕੇ। ਕਦੀ ਸੂਟਕੇਸ ਵੱਲ ਨੂੰ ਦੇਖੇ, ਕਦੀ ਬੱਚੇ ਵੱਲ ਨੂੰ, ਕਦੇ ਉਹਦੀ ਮਾਂ ਵੱਲ ਨੂੰ, ਕਦੇ ਆਪਣੇ ਪੇਟ ਤੇ ਹੱਥ ਰੱਖ ਕੇ ਆਪਣੇ ਬੱਚੇ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੇ। ਮੈਂ ਕਿਹਾ ਭੋਲੀਏ, ਹਾਲੇ ਤਾਂ ਇਹ ਮਾਸੂਮ ਬੱਚਾ ਹੈ, ਇਸ ਕਰਕੇ ਸੂਟਕੇਸ ਦੇ ਉੱਤੇ ਬੈਠਾ ਝੂਟੇ ਲੈਂਦਾ ਜਾ ਰਿਹਾ ਹੈ। ਜਦੋਂ ਵੱਡਾ ਹੋਏਗਾ ਉਦੋਂ ਇਸ ਬੱਚੇ ਨੂੰ ਪਤਾ ਲੱਗੇਗਾ ਕਿ ਇਸ ਦੇਸ਼ ਦੇ ਵਿੱਚ ਵੱਡੇ ਵੱਡੇ ਸੂਟਕੇਸਾਂ ਦੇ ਅੰਦਰ ਕੀ ਕੁਝ ਭਰਿਆ ਹੋਇਆ ਹੈ। ਉਸ ਦਿਨ ਜਿਹੜਾ ਬੰਬ ਇਹਦੇ ਦਿਲ ਤੇ ਡਿੱਗੇਗਾ ਉਹਦਾ ਤੂੰ ਅੰਦਾਜ਼ਾ ਨਹੀਂ ਲਾ ਸਕਦੀ। ਤੇ ਇਹ ਬੱਚਾ ਵੱਡਾ ਹੋ ਕੇ ਜੇ ਸੂਟਕੇਸਾਂ ਦੇ ਤਾਲੇ ਭੰਨਣ ਲੱਗ ਪਿਆ ਤਾਂ ਇਹਦਾ ਨਾਮ ਜਰਾਇਮ ਪੇਸ਼ਾ ਲੋਕਾਂ ਦੀ ਗਿਣਤੀ ਚ ਆ ਜਾਏਗਾ। ਤੇ ਅਸੀਂ ਇੱਜ਼ਤਦਾਰ ਲੋਕ ਸਾਰੇ ਇੱਕ ਸੁਰ ਹੋ ਕੇ ਚੀਕਾਂ ਮਾਰਾਂਗੇ ਕਿ ਹਰਾਮ ਦਿਓ ਸਾਲਿਓ, ਤੁਸੀਂ ਮਿਹਨਤ ਨਹੀਂ ਕਰ ਸਕਦੇ। ਤੁਹਾਨੂੰ 2 ਲੱਤਾਂ ਦਿੱਤੀਆਂ ਹੋਈਆਂ, 2 ਬਾਹਾਂ ਦਿੱਤੀਆਂ ਹੋਈਆਂ, ਰੱਬ ਨੇ ਤੁਹਾਨੂੰ ਹੱਥ ਦਿੱਤੇ ਹੋਏ ਆ, ਤੁਹਾਨੂੰ ਮਿਹਨਤ ਕਰਨ ਦਾ ਬਲ ਦਿੱਤਾ ਹੋਇਆ, ਤੁਸੀਂ ਮਿਹਨਤ ਨਹੀਂ ਕਰ ਸਕਦੇ, ਹੱਥ ਹਲਾਲ ਦੀ ਕਮਾਈ ਨਹੀਂ ਕਰ ਸਕਦੇ ਸਾਲਿਓ। ਗੰਦੀ ਨਾਲੀ ਦੇ ਕੀੜਿਓ, ਚੋਰੀਆਂ ਕਰਦੇ ਹੋ, ਡਾਕੇ ਮਾਰਦੇ ਹੋ ਸਾਲਿਓ, ਹਰਾਮ ਸਾਦਿਓ। ਹੋਰ ਵੀ ਪਤਾ ਨਹੀਂ ਕਿਹੋ ਜਿਹੀਆਂ ਗਾਲਾਂ ਅਸੀਂ ਉਹਨਾਂ ਨੂੰ ਕੱਢਦੇ ਹਾਂ। ਇਹ ਸਭ ਕੁਝ ਯਾਦ ਰੱਖਿਆ ਜਾਂਦਾ ਹੈ, ਪਰ ਇਹ ਕੋਈ ਯਾਦ ਨਹੀਂ ਰੱਖਦਾ ਕਿ ਸੂਟਕੇਸ ਦੇ ਉੱਤੇ ਬੈਠਾ ਗੰਦੀ ਨਾਲੀ ਵੱਲ ਜਾ ਰਿਹਾ ਹੈ ਕੀੜਾ। ਜਿਸ ਗੰਦੀ ਨਾਲੀ ਵੱਲ ਜਾ ਰਿਹਾ, ਉਸ ਗੰਦੀ ਨਾਲੀ ਦੀ ਨਿਰਮਾਣਕਾਰੀ ਕਿਹਨੇ ਕੀਤੀ ਹੈ? Who has created that ਗੰਦੀ ਨਾਲੀ? ਗੰਦੀ ਨਾਲੀ ਦੇ ਕੀੜੇ। ਕੋਈ ਯਾਦ ਨਹੀਂ ਰੱਖੇਗਾ ਕਿ ਉਹ ਗੰਦੀਆਂ ਨਾਲੀਆਂ ਬਣਦੀਆਂ ਕਿਵੇਂ ਨੇ। ਕੋਈ ਇਹ ਯਾਦ ਨਹੀਂ ਰੱਖੇਗਾ ਕਿ ਕਿਵੇਂ ਇਸ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਕਿ ਉਹਨਾਂ ਗੰਦੀਆਂ ਨਾਲੀਆਂ ਤੱਕ ਧੁੱਪ ਨਾ ਜਾਵੇ, ਹਵਾ ਨਾ ਜਾਵੇ, ਤੇ ਉੱਥੇ ਰਹਿਣ ਵਾਲੇ ਕੀੜਿਆਂ ਵਰਗੀ ਜ਼ਿੰਦਗੀ ਜੀਉ। ਤੇ ਜਿਸ ਦਿਨ ਉਹ ਗੰਦੀ ਨਾਲੀ ਦੇ ਕੀੜੇ ਜ਼ੋਰ ਮਾਰਨ, ਉਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨ, ਤਾਂ ਉਹਨਾਂ ਉੱਤੇ ਸਪਰੇਅ ਕਰ ਦਿਓ। ਗੰਦੀ ਨਾਲੀ ਦੇ ਕੀੜੇ। ਪਰ ਅਜੇ ਇਹ ਬੱਚਾ ਵਿਚਾਰਾ ਮਾਸੂਮ ਹੈ, ਰਿਲਾਇੰਸ ਦੇ ਸੂਟਕੇਸ ਦੇ ਉੱਤੇ ਬੈਠਾ ਝੂਟੇ ਲੈ ਰਿਹਾ ਹੈ। ਭਾਜੀ ਉਹ ਭੋਪਾਲ ਵਾਲਾ ਰਾਹੁਲ ਤਾਂ ਤੁਹਾਨੂੰ ਭੁੱਲਿਆ ਨਹੀਂ ਹੋਏਗਾ। ਉਹਦੇ ਕੋਲ ਕੀ ਸੀ? ਸਿਰਫ 2 ਬਲਦ। ਉਹਨਾਂ ਬਲਦਾਂ ਦੇ ਸਹਾਰੇ ਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਦਾ ਸੀ। ਉਹਦਾ ਇੱਕ ਬਲਦ ਮਰ ਗਿਆ। ਉਹਨੇ ਕੀ ਕੀਤਾ? ਉਸ ਬਲਦ ਦੀ ਥਾਂ ਆਪਣੇ ਆਪ ਨੂੰ ਪੰਜਾਲੀ ਹੇਠਾਂ ਲੈ ਆਂਦਾ। ਇੱਕ ਪਾਸੇ ਬਲਦ, ਦੂਜੇ ਪਾਸੇ ਰਾਹੁਲ, ਤੇ ਗੱਡਾ ਖਿੱਚਣ ਲੱਗ ਪਿਆ। ਰਾਹੁਲ ਦੀਆਂ ਅੱਖਾਂ ਨੀਵੀਆਂ ਸਨ, ਇਸ ਕਰਕੇ ਉਹ ਸ਼ਾਇਦ ਦੇਖ ਨਹੀਂ ਸਕਿਆ ਕਿ ਦੂਜੇ ਪਾਸੇ ਜਿਹੜਾ ਗਊ ਦਾ ਚਾਇਆ ਗੱਡਾ ਖਿੱਚ ਰਿਹਾ ਸੀ, ਉਹਦੀਆਂ ਅੱਖਾਂ ਵਿੱਚੋਂ ਅੱਥਰੂ ਗਿਰ ਰਹੇ ਸਨ। ਉਹ ਗਊ ਦਾ ਚਾਇਆ ਸੋਚਦਾ ਜ਼ਰੂਰ ਰਿਹਾ ਹੋਏਗਾ ਕਿ ਇਸ ਮੁਲਕ ਵਿੱਚ ਜਿੱਥੇ ਗਊ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਇਨਸਾਨਾਂ ਨੂੰ ਜਿਉਣ ਵਾਸਤੇ ਬਲਦ ਕਿਉਂ ਬਣਨਾ ਪੈ ਰਿਹਾ? ਉਹ ਗਊ ਦਾ ਚਾਇਆ ਬੋਲ ਨਹੀਂ ਸੀ ਸਕਦਾ, ਨਹੀਂ ਤਾਂ ਆਟ ਮਾਰ ਕੇ ਪੁੱਛਦਾ ਕਿ ਗਊ ਮਾਤਾ ਦੀ ਖਾਤਰ ਇਨਸਾਨਾਂ ਦਾ ਖੂਨ ਵਹਾ ਦਿੰਦੇ ਹੋ, ਇਨਸਾਨ ਦਾ ਖੂਨ ਤੁਹਾਡੇ ਵਾਸਤੇ ਇੰਨਾ ਸਸਤਾ ਕਿਉਂ ਹੋ ਗਿਆ? ਨਾ ਗਊ ਬਚੀ, ਨਾ ਇਨਸਾਨ ਬਚਿਆ, ਤੇ ਨਾ ਦੋਵਾਂ ਦਾ ਬੱਚਾ। ਤੇ ਮੈਂ ਉਸ ਬੱਚੇ ਦੀ ਫਿਕਰ ਕਰ ਰਿਹਾ ਜਿਹੜਾ ਬੱਚਾ ਅਜੇ ਦੁਨੀਆ ਤੇ ਆਇਆ ਹੀ ਨਹੀਂ। ਪਰ ਭਾਜੀ, ਕੱਲਾ ਦੁਨੀਆ ਤੇ ਆਉਣਾ ਹੀ ਕਾਫੀ ਨਹੀਂ ਹੁੰਦਾ। ਦੁਨੀਆ ਤੇ ਆਉਣ ਤੋਂ ਬਾਅਦ ਵੀ ਹਰ ਇਨਸਾਨ ਨੂੰ ਸਾਹ ਲੈਣ ਲਈ ਆਪਣੇ ਹਿੱਸੇ ਦਾ ਥੋੜਾ ਜਿਹਾ ਅੰਬਰ ਚਾਹੀਦਾ ਹੁੰਦਾ ਹੈ, ਪੈਰ ਧਰਨ ਲਈ ਥੋੜੀ ਜਿਹੀ ਜ਼ਮੀਨ ਚਾਹੀਦੀ ਹੁੰਦੀ ਹੈ। ਹਰ ਇੱਕ ਨੂੰ ਮਿਲਦੀ ਹੈ? ਨਹੀਂ ਮਿਲਦੀ। ਹੈਦਰਾਬਾਦ ਤੇ ਰਾਮੂ ਨੂੰ ਕੀ ਮਿਲਿਆ? ਕੀ ਸੀ ਉਹਦੇ ਪੱਲੇ? 2 ਸਾਲ ਦੀ ਬੱਚੀ ਦੀ ਮਾਂ, ਉਹਦੀ ਪਤਨੀ, ਜਿਹਦੇ ਪੇਟ ਦੇ ਵਿੱਚ ਉਹਦਾ ਦੂਸਰਾ ਬੱਚਾ ਪਲ ਰਿਹਾ, ਤੇ ਪੱਲੇ ਕੱਖ ਵੀ ਨਹੀਂ। ਬਾਂਸ ਜੋੜੇ, ਲੱਕੜਾਂ ਜੋੜੀਆਂ ਬੰਨੀਆਂ, ਇੱਕ ਗੱਡੀ ਬਣਾ ਲਈ। ਉਸ ਗੱਡੀ ਦੇ ਵਿੱਚ ਆਪਣੀ ਪਤਨੀ ਨੂੰ ਬਿਠਾ ਲਿਆ, ਨਾਲੇ 2 ਸਾਲ ਦੀ ਬੱਚੀ ਨੂੰ ਬਿਠਾ ਲਿਆ, ਤੇ ਗੱਡੀ ਖਿੱਚਣ ਲੱਗ ਪਿਆ। ਰਾਮੂ ਗੱਡੀ ਖਿੱਚ ਰਿਹਾ, ਖਿੱਚੀ ਜਾ ਰਿਹਾ। ਇਸ ਦੇਸ਼ ਦੀ ਤਰੱਕੀ ਵਾਸਤੇ ਤੇਜ਼ ਰਫ਼ਤਾਰ ਦੌੜਦੀ ਗੱਡੀ ਦੀ ਹਿੱਕ ਉੱਤੇ ਤੁਰ ਰਹੀ ਹੈ ਰਾਮੇ ਦੀ ਗੁਰਬਤ ਵਾਲੀ ਗੱਡੀ। ਕੀ ਇਸ ਦੇਸ਼ ਨੂੰ ਕੋਈ ਫਿਕਰ ਹੈ? ਨਹੀਂ। ਪਰ ਰਾਮਾ ਗੱਡੀ ਕਿਉਂ ਖਿੱਚ ਰਿਹਾ? ਇਸ ਗੱਲ ਦਾ ਵਿਚਾਰੇ ਰਾਮੇ ਨੂੰ ਵੀ ਨਹੀਂ ਪਤਾ। ਉਹ ਤੇ ਗੱਡੀ ਖਿੱਚੀ ਜਾ ਰਹੀ 800 ਕਿਲੋਮੀਟਰ 17 ਦਿਨ। ਕੀ ਕਿਹਾ ਭਾਜੀ? ਸੁਣਿਆ ਨਹੀਂ?
800 किलोमीटर 17 दिन रामा गड्डी खिंचदा रहा। गड्डी दे विच बैठी 2 साल की बच्ची अपनी मां वालों देख रही है, मां अपने पति वालों देख रही है, गड्डी खिंच रही ਉਹਦੇ ਮੋਢਿਆਂ ਵੱਲੋਂ देख रही है, ਤੇ पेट 'ਚ ਜਿਹੜੀ ਬੱਚੀ है ਜਾਂ ਬੱਚਾ है वो सब कुछ सुन रहा है, सब कुछ। पैरों की आवाज़ भी सुन रहा है, जख्मों की टीस भी सुन रहा है, पिंडे नूं दी गर्म हवा की तपिश भी सुन रहा है, रात की सांसां भी सुन रहा है, चरमरां दी हड्डियां की आवाज़ भी सुन रहा है, तो खिंची जा रही गड्डी की आवाज़ भी उसके कन्नां 'च पै रही है। पेट 'च पलदा बच्चा सब कुछ सुन रहा है। भाजी कहते नहीं जो अभिमन्यु अपनी मां के पेट में सी तो उसकी मां वो कहानी सुन रही सी कि चक्रव्यूह के अंदर किद्दां जाईदा, किद्दां अंदर युद्ध करीदा, किद्दां जित्तीदा, फिर किद्दां चक्रव्यूह तोड़ के वापस बाहर आईदा। जदों चक्रव्यूह तोड़ के बाहर वापस आने की कहानी होनी सी तो उसकी मां नूं नींद आ गई सी, तो चक्रव्यूह चों बाहर आने का किस्सा सुन नहीं सी सकिया तो मारिया गया सी। पर ये मां चाहते हुए भी सौ नहीं सकती, क्योंकि वो जानती है कि रेल की पटड़ी उत्ते किमें नींद मौत बन गई सी, ते गठड़ी च बनिया सुक्कियां रोटियां लहू नाल चोपड़ियां गई सी। ये मां सौ नहीं सकती, क्योंकि ये पेट च जिहड़ा अभिमन्यु पल रहा उस अभिमन्यु वास्ते तो चक्रव्यूह होर भी किते ज्यादा खतरनाक है। इस अभिमन्यु नूं तां कई युद्ध लड़ने पैने ने, पर भाजी जो उसके पेट च पलदा अभिमन्यु भुख का युद्ध जित गया, जिंदगी का युद्ध जित गया, अपनी होंद का युद्ध जित गया, तो यकीन करियो एक दिन चक्रव्यूह जरूर तोड़ेगा। इस गल का यकीन मनियो। गड्डी च बैठ के अपने पति के नाल अपने घर वाल नूं जांदी है माए, तैनूं चाहे 800 किलोमीटर चलना पवे, चाहे 18,000 किलोमीटर तेन जाना पवे, पर तू सोई ना, क्योंकि तेरे पेट च पलदे अभिमन्यु ने इतिहास का पन्ना पलटना है। तू सोई ना माए, तू सोई ना। असी रंगकर्मी भी असी बने ना, किसी भी दुख दर्द को इन्ना महसूस करने लग पैने, ऐ लगन लग पैंदा साडा अपना दुख दर्द है। गल मेरे अपने बच्चे की चल रही सी ते पहुँच गई किते ना किते। लोग तारीफ भी साडी इसे गल नहीं करते ना, जदों असीं स्टेज उत्ते एक्ट कर रहे होंगे कहते हैं ना देखो कितना रियल रो रहा है, ऐ लगता जिवें सच्ची इहदा बच्चा मरिया हो। क्या बात है, क्या रो रहा है, शाबाश, ताड़ियां मारते हैं, वाह वाह होती है। पर जे किते भुल के भी रंगकर्मी अपना दुख अपने अंदर का दर्द बयान लग पवे तो उसको एकदम कहते नो ना, तू हंसता चंगा लगता है, हौसले च रहा कर, तू रंगकर्मी है, तू कल्चरल कामा है, तू ना चढ़ती कला च रहा है। इस तरह ही चलता है, इस तरह ही होता है। भाजी मेरी बीवी है ना, वो मन च बड़े सुपने ने, रात को जो चारे पासे चुप-चाप हो जाती है, मेरा हाथ फड़ती है तो अपने पेट पर रख लेती है, तो मैंने पूछती है देखो तुहानू महसूस हो रहा है बच्चा अंदर की कर रहा है? कोई नहीं, तू फिक्र ना कर, सवेरे मैं टाइम से दुध ले आवांगा। तुसी सुनो तो सही, तुम महसूस हो रहा है बच्चा अंदर अपने पैर मार रहा। गल सुन, तू घबरा ना, मैं सवेरे फ्रूट लैके आवांगा, सारी तरह का लैके आवांगा। देखो तो सही, बच्चा लत्तां मार रहा, खब्बे पासे सर कर। हाँ हाँ मैं चंगी तरह समझदा, मैं सेब ते अनार भी लैके आवांगा, रोज़ की तरह केले भी लैके आवांगा, वधिया फ्रूट लैके आवांगा। नहीं नहीं तुसी देखो देखो, महसूस करो, बच्चा कदे इधर जा रहा कदे उधर, तुम अपना हाथ ना चुको। हाँ मैं सब समझता, मैं सब कर लाँगा, तू घबरा ना कर। देखो
ਮੈਨੂੰ ਇਹ ਦੱਸੋ ਕਿ ਬੱਚੇ ਦਾ ਨਾਂ ਕੀ ਰੱਖਣਾ, ਜੇ ਕੁੜੀ ਹੋਈ ਤਾਂ ਫਿਰ ਕੀ ਨਾਂ ਰੱਖਣਾ, ਜੇ ਮੁੰਡਾ ਹੋਇਆ ਤਾਂ ਫਿਰ ਕੀ ਨਾਮ ਰੱਖਣਾ। ਮੈਂ ਸਭ ਕੁਝ ਕਰ ਲਾਂਗਾ, ਤੂੰ ਘਬਰਾ ਨਾ ਕਰ। ਅਸੀਂ ਉੱਪਰ ਤੱਕ ਪਹੁੰਚ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਹੱਕ ਲੈ ਲਾਂਗੇ, ਤੂੰ ਘਬਰਾ ਨਾ ਕਰ। ਨਹੀਂ ਨਹੀਂ, ਗੱਲ ਸੁਣੋ, ਤੁਸੀਂ ਆਪਣਾ ਹੱਥ ਨਾ ਚੁੱਕੋ, ਮੇਰੇ ਪੇਟ ਤੇ ਹੱਥ ਰੱਖੋ। ਮੈਨੂੰ ਦੱਸੋ ਮੁੰਡਾ ਚਾਹੀਦਾ ਕਿ ਕੁੜੀ ਚਾਹੀਦੀ ਹੈ? ਦੱਸੋ, ਬੱਚੇ ਦਾ ਨਾਮ ਤਾਂ ਸੋਚੋ ਬਈ। ਮੈਂ ਕਰ ਲਾਂਗਾ, ਮੈਂ ਸਭ ਕੁਝ ਕਰ ਲਾਂਗਾ। ਨਾਲੇ ਮੇਰੀ ਗੱਲ ਸੁਣ, ਅੱਜ ਤੋਂ ਬਾਅਦ ਜੇ ਕੋਈ ਚਿੱਟ ਕਪੜੀਆ ਸਟੇਜ ਉੱਤੇ ਚੜ੍ਹ ਕੇ ਇਸ ਤਰ੍ਹਾਂ ਬੋਲਣ ਲੱਗ ਪਿਆ ਨਾ ਕਿ ਜਿਹੜੇ ਰੰਗਕਰਮੀ ਹੁੰਦੇ ਨੇ, ਇਹ ਸਮਾਜ ਦੇ ਪਹਿਰੇਦਾਰ ਹੁੰਦੇ ਨੇ, ਸਮਾਜ ਦੇ ਉਸਰਈਏ ਹੁੰਦੇ ਨੇ, ਇਹ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਨੇ, ਇਹਨਾਂ ਨੂੰ ਸਲੂਟ ਕਰਨਾ ਚਾਹੀਦਾ, ਇਹਨਾਂ ਦੇ ਅੱਗੇ ਮੱਥਾ ਟੇਕਣਾ ਚਾਹੀਦਾ, ਇਹਨਾਂ ਨੂੰ ਮੈਂ ਸਲਾਮ ਕਰਦਾ, ਇਹਨਾਂ ਦੇ ਗਲੇ ਵਿੱਚ ਹਾਰ ਪਾਣੇ ਚਾਹੀਦੇ ਆ। ਇਹ ਸਾਡੇ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਹੇ ਆ, ਸਾਡੀ ਸੇਵਾ ਕਰ ਰਹੇ ਆ। ਜਿਸ ਤਰ੍ਹਾਂ ਦਾ ਉਹਨੇ ਕੁਝ ਵੀ ਬੋਲਿਆ ਨਾ, ਤੇ ਮੈਂ ਆਪਣੀ ਚੱਪਲ ਲਾ ਕੇ ਨਾ ਮੈਂ ਉਹਦੇ ਮੂੰਹ ਤੇ ਕਰ ਦੂੰਗਾ। सुनो, मेरे पेट तो अपना हाथ ना चुको, तो प्लीज रौला ना पाओ। मेरा बच्चा सो रहा है, प्लीज ना चीको, मेरा बच्चा सो रहा है। ठीक है, मैं नहीं चीखता, तू फिक्र ना कर। ਜਦੋਂ ਆਪਣਾ ਬੱਚਾ ਜੰਮੇਗਾ ਤਾਂ ਜੰਮਣ ਗੁੱਡੀ ਦੇਣ ਵੇਲੇ ਮੈਂ ਉਹਦੇ ਕੰਨ 'ਚ ਫੂਕ ਮਾਰ ਕੇ ਉਸਨੂੰ ਸਭ ਸਮਝਾ ਦਿਆਂਗਾ ਕਿ ਬੱਚੇ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤਾਂ ਇਸ ਦੇਸ਼ ਦੇ ਦੋ ਟੋਟੇ ਹੋ ਗਏ ਸਨ। ਇੱਕ ਦਾ ਨਾਮ ਭਾਰਤ, ਇੱਕ ਦਾ ਨਾਮ ਪਾਕਿਸਤਾਨ। ਤੇ ਬੱਚਿਆ, ਹੌਲੀ ਹੌਲੀ ਕਰਕੇ ਇਸ ਭਾਰਤ ਦੇ ਫਿਰ ਦੋ ਟੋਟੇ ਹੋ ਗਏ ਹੈ। ਇੱਕ ਭਾਰਤ ਹੈ ਇੰਡੀਆ ਵਾਲਿਆਂ ਦਾ, ਇੱਕ ਗਰੀਬ ਭਾਰਤ ਵਾਸੀਆਂ ਦਾ। ਤੂੰ ਯਾਦ ਰੱਖੀ, ਤੂੰ ਇੰਡੀਆ ਦਾ ਸਿਟੀਜ਼ਨ ਨਹੀਂ ਹੈ, ਤੂੰ ਭਾਰਤ ਵਾਸੀ ਹੈ ਪੁੱਤਰ। ਤਕੜਾ ਹੋ ਕੇ ਰਹੀ, ਤਕੜਾ ਹੋ ਕੇ। जी चिड़ी फिर खिड़की ते आ बैठी है। मेरी उस्ताद फिर खिड़की ते आ बैठी है। आजा चिड़िया, आजा, हाँ मेरे को आजा। हाँ मेरा बच्चा, ਆਪਾਂ ਉੱਡਣਾ ਹੈ ਨਾ, ਆਪਾਂ ਉੱਡਣਾ ਹੈ। ਹਾਂ ਮੇਰੀ ਬੱਚੀ, ਆਪਾਂ ਉੱਡਾਂਗੇ, ਆਪਾਂ ਉੱਡਾਂਗੇ। ਤੇਰਾ ਵੀਰਾ ਆ ਰਿਹਾ, ਮੈਂ ਦੁੱਧ ਲੈਣ ਜਾ ਰਿਹਾ, ਬ੍ਰੈਡ ਵੀ ਲੈ ਕੇ ਆਈ। ਤੂੰ ਘਬਰੀ ਨਾ, ਆਪਾਂ ਉੱਡਾਂਗੇ, ਆਪਾਂ ਜ਼ਰੂਰ ਉੱਡਾਂਗੇ। तू बैठ, मैं ऑनर। हाँ हाँ ਇਹ ਸੀ ਪੇਸ਼ੇ ਨਜ਼ਰ ਬਾਏ ਡਾਕਟਰ ਸਾਹਿਬ ਸਿੰਘ। ਔਰ ਥੀਏਟਰ ਦੀ ਇਹ ਬਹੁਤ ਅੱਛੀ ਇੱਕ ਕਮਾਲ ਹੁੰਦੀ ਹੈ ਕਿ ਥੀਏਟਰ ਕਿਉਂਕਿ ਨਾਲ ਦੀ ਨਾਲ ਦਰਸ਼ਕਾਂ ਦੇ ਚਿਹਰੇ ਮੂਹਰੇ ਉਹਨਾਂ ਦੇ ਹਾਵ ਭਾਵ ਨੂੰ ਵਿਅਕਤ ਕਰਦਾ ਹੋਇਆ, ਉਹਨਾਂ ਨੂੰ ਦੇਖਦਾ ਹੋਇਆ ਮੁੜ ਪ੍ਰਤੀਕਿਰਿਆ ਵੀ ਲੈਂਦਾ। ਔਰ ਡਾਕਟਰ ਸਾਹਿਬ ਪਹਿਲਾਂ ਤੇ ਮੁਬਾਰਕਾਂ ਤੁਹਾਨੂੰ ਡਾਕਟਰ ਸਾਹਿਬ, ਮੇਰੀ ਜੇ ਆਵਾਜ਼ ਤੁਹਾਡੇ ਤੱਕ ਜਾ ਰਹੀ ਹੈ। ਥੈਂਕ ਯੂ। ਹਾਂ, ਤੁਹਾਡੀ ਪ੍ਰੈਜੈਂਟੇਸ਼ਨ ਦੇਖੀ ਬਾਕਮਾਲ, ਬਹੁਤ ਸੋਹਣਾ। ਸ਼ੁਕਰੀਆ।
ਹਾਂ, ਉਹ ਇਹ ਹੁੰਦਾ ਕਿ ਥੀਏਟਰ ਦੀ ਖੂਬਸੂਰਤੀ ਇਸ ਗੱਲ ਤੇ ਹੈ ਕਿ ਜਿਹੜੇ ਦਰਸ਼ਕ ਸਾਹਮਣੇ ਬੈਠੇ ਉਹਨਾਂ ਦੇ ਚਿਹਰੇ ਮੂਹਰੇ ਦੇਖ ਕੇ ਹੀ ਜਿਹੜੀ એનર્ਜੀ ਆ ਉਹ ਅਦਾਕਾਰਾਂ ਦੀ ਬਣਦੀ ਹੈ। ਭਾਵੇਂ ਅੱਜ ਉਹ ਦਰਸ਼ਕ ਉਵੇਂ ਸਾਡੇ ਮੂਹਰੇ ਸਾਹਮਣੇ ਨਹੀਂ ਬੈਠੇ, ਪਰ ਸਾਡੀ ਸਕਰੀਨ ਦੇ ਉੱਤੇ ਜਿੱਦਾਂ ਫਲੈਸ਼ ਆਊਟ ਹੋ ਰਿਹਾ ਉਹ ਬਹੁਤ ਸੋਹਣਾ ਉਹਨਾਂ ਦਾ ਰਿਸਪੌਂਸ ਆ ਰਿਹਾ। ਜੇ ਕਹੋ ਤੇ ਮੈਂ ਉਹਨਾਂ ਦੇ ਨਾਮ ਪੜ੍ਹ ਸਕਦਾ ਜੇ ਮੈਨੂੰ ਤੁਸੀਂ ਇਜਾਜ਼ਤ ਦਿਓ। ਜ਼ਰੂਰ 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 ਜ਼ਰੂਰ। ਜੀ ਹਾਂ, ਬਹੁਤ ਸੋਹਣੇ ਕਮੈਂਟਸ ਆ ਰਹੇ ਨੇ। ਔਰ ਕਿਉਂਕਿ ਮੈਂ ਪਹਿਲਾਂ ਹੀ ਕਹਿਤਾ ਸੀ ਕਿ ਟੈਕਨੀਕਲੀ ਮੈਂ ਅੱਜ ਆਪਣੇ ਫੋਨ ਤੋਂ ਨਹੀਂ ਦੇਖਾਂਗਾ ਤੇ ਮੇਰੇ ਜਿਹੜੇ ਡਾਇਰੈਕਟਰ ਨੇ ਉਹ ਡੈਫੀਨੇਟਲੀ ਮੈਨੂੰ ਕੰਮ ਦੇ ਵਿੱਚ ਮੈਨੂੰ ਜਿਹੜੀ ਹੈਗੀ ਇੰਸਟਰਕਸ਼ਨ ਦੇ ਰਹੇ ਨੇ, ਪਰ ਉਹਨਾਂ ਨੇ ਮੈਨੂੰ ਸਾਰੇ ਇੱਕ ਤਰ੍ਹਾਂ ਨਾਲ ਪਹਿਲਾਂ ਸਾਹਿਬ ਸਿੰਘ ਦੇਖੋ ਆ ਮੈਂ ਸਾਰਿਆਂ ਦੇ ਨਾਮ ਲਿਖ ਲਏ ਸੀਗੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ। ਜੇ ਕਹੂੰ ਤੇ ਮੈਂ ਇਹਨਾਂ ਦੀ ਜਿਹੜੀ ਫਹਿਰਿਸਤ ਆ ਉਹ ਮੈਂ ਪੜ੍ਹਨਾ ਚਾਹੁੰਦਾ ਸਾਡੇ ਜਿਹੜੇ ਦਰਸ਼ਕ, ਕਿਉਂਕਿ ਇਹ ਸਾਰੇ ਹੀ ਰੰਗਮੰਚ ਦੇ ਇਸ ਪਰਿਵਾਰ ਦੇ ਮੈਂਬਰ ਨੇ। ਤਾਂ मैं दस दवा कि बरियाम मस्त जी, अनीता शबदीश जी, पंकज शर्मा जी, जगजीत सरीन साहब होरी और हरीश खुराना जी, हरमीत सिंह एंड डॉक्टर सुरेश मेहता। डॉक्टर साहब कह रहे हैं कि तुहाडी जिहड़ी प्रेजेंटेशन है वो बहुत सोहनी है। थैंक यू, थैंक यू। ते VS बरियाम जी, अमनदीप मोनीस जी, कुलदीप जग्गी सर, SP अरोड़ा जी, इंद्रजीत सिंह भाटिया, लखा लहरी बाई होरी और सुखविंदर कौर मैडम देख रहे ने, बलजिंदर सिंह लेलना भी तुहानू वॉच कर रहे ने, देख रहे सी। कुमार पवनदीप, बलकार सिद्धू भाजी होरी भी तुहानू देख रहे सी तुहाडा यह प्ले। एंड नरविंदरा बहल मैडम, मैं इन्हां नू बड़े साल पहला दूरदर्शन ते देखदा हुंदा, साडी रंगमंच दी बेबे ने, मैं इन्हां नू सलाम कहना और तुहाडी प्रेज कर रहे ने तुहाडे थिएटर दी। शुक्रिया शुक्रिया, सारियां दा बहुत शुक्रिया। सारियां बढ़िया लिस्ट पूरी नहीं बाबा जी। अच्छा अच्छा, अजे तारीफा होर ने। हरविंदर मैम, बाबली मैम जेडे हैगे ਉਹ ਤੁਹਾਨੂੰ ਦੇਖ ਰਹੇ ਸੀਗੇ, ਵੀਨਾ ਅਰੋੜਾ ਮੈਡਮ ਦੇਖ ਰਹੇ ਸੀਗੇ, ਡਾਕਟਰ ਹਰਪ੍ਰੀਤ ਸਿੰਘ ਦੇਖ ਰਹੇ ਨੇ, ਬੌਬੀ ਸਿੱਧੂ, ਸੈਮ ਗੁਰਵਿੰਦਰ, ਸੰਜੀਵਨ ਸਿੰਘ, ਚੰਦਰਦੀਪ, ਲਵਲੀਨ ਕੌਰ, ਸਟਾਲਨਜੀਤ ਹੋਰੀ, ਭੁਪਿੰਦਰ ਤੁਰੇਜਾ ਹੋਰੀ बोर वाले ਤੁਹਾਨੂੰ ਭਾਜੀ ਦੇਖ ਰਹੇ ਨੇ, ਐਂਡ ਮੈਡਮ ਪ੍ਰਵਿੰਦਰ, ਇੰਦਰਜੀਤ ਸਿੰਘ ਗੋਲਡੀ, ਵਿੰਕਲ ਭਾਜੀ ਹੋਰੀ, ਵਿੰਕਲ ਸੁਦੇਸ਼ ਤੇ ਭਾਜੀ ਆਜ਼ਾਦ ਥੀਏਟਰ ਪਾਕਿਸਤਾਨ ਵਾਲੇ ਦੇਖ ਰਹੇ ਨੇ। ਪਾਵੇਲ ਸੰਧੂ ਤੁਹਾਡੇ ਤੇ ਕਮੈਂਟ ਕਰ ਰਹੇ ਨੇ ਕਿ ਬਹੁਤ ਸੋਹਣਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਉਹ ਤੁਸੀਂ ਕਰਦੇ ਰਹੋ। ਔਰ SP ਅਰੋੜਾ ਕਹਿ ਰਹੇ ਨੇ ਕਿ ਸਾਹਿਬ ਸਿੰਘ ਦੀ ਜਿਹੜੀ ਨਾਟਕਾਂ ਦੀ ਰੇਂਜ ਆ, ਜਿਹੜੀ ਉਹਨਾਂ ਦੀ ਵੈਰਾਈਟੀ ਆ ਉਹ ਬਾਕਮਾਲ ਆ, ਔਰ ਵੈਰਾਈਟੀ ਦੀ ਜਿਹੜੀ ਉਹਨਾਂ ਦੀ ਵੌਇਸ ਆ ਉਹ ਬਹੁਤ ਮਤਲਬ ਜਿਹੜੀ ਉਹਨਾਂ ਦੀ ਸਾਊਂਡ ਕਰਦੀ ਆ ਉਹ ਤੋਂ ਅੰਦਰ ਤੱਕ ਜਾਂਦੀ ਹੈ। ਇਸੇ ਤਰ੍ਹਾਂ ਭੁਪਿੰਦਰ ਉਤਰੇਜਾ ਕਹਿ ਰਹੇ ਨੇ ਕਿ ਤੁਸੀਂ ਬਹੁਤ ਸੋਹਣਾ ਇਹ ਜਿਹੜਾ ਦ੍ਰਿਸ਼ ਉਸਾਰਿਆ, ਜਿਹੜਾ ਸੀਨ ਉਸਾਰਿਆ, ਇਹ ਤੁਹਾਡੀ ਇਹ ਪ੍ਰੇਜ਼ ਬਣਦੀ ਹੈ। ਬਹੁਤ ਸ਼ੁਕਰੀਆ ਸਾਰਿਆਂ ਦਾ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ। ਅੱਛਾ ਬਾਬਾ ਜੀ, ਹੁਣ ਮੈਨੂੰ ਇਹ ਦੱਸੋ ਕਿ ਇਹ ਜਦੋਂ ਮੈਂ ਦੇਖ ਰਿਹਾ ਸੀਗਾ ਤੁਹਾਡੀ ਪ੍ਰੈਜੈਂਟੇਸ਼ਨ, ਤਾਂ ਇਹਦੇ ਵਿੱਚ ਤੁਸੀਂ ਬਿਲਕੁਲ ਕਰੰਟ ਇਸ਼ੂਜ਼ ਜਿਹੜੀਆਂ ਅਖਬਾਰਾਂ ਦੇ ਵਿੱਚ ਕੁਝ ਖਬਰਾਂ ਵੈਸੇ ਤੇ ਉਹ ਔਖੀਆਂ ਸੀਗੀਆਂ ਸਾਨੂੰ ਪੜ੍ਹਨੀਆਂ, ਬੜੀਆਂ ਭਾਵੁਕ ਸੀਗੀਆਂ, ਲੇਕਿਨ ਉਹ ਯਥਾਰਥ ਸੀ, ਹਕੀਕਤ ਸਾਡੇ ਘਟਨਾਵਾਂ ਹੋਈਆਂ ਨੇ। ਉਹ ਇੱਕ ਔਰਤ ਜਿਹਨੇ ਰਸਤੇ ਦੇ ਵਿੱਚ ਜਾਂਦੇ ਹੋਏ ਮਤਲਬ ਬੱਚਾ ਜਣਿਆ, ਔਰ ਇੱਕ ਬੰਦੇ ਨੇ ਆਪਣੀ ਵਾਈਫ ਨੂੰ, ਇੱਕ ਉਹਦੀ ਪ੍ਰੈਗਨੈਂਟ ਵਾਈਫ ਨੂੰ 1800-1900 ਕਿਲੋਮੀਟਰ ਉਹ ਲੈ ਕੇ ਗਿਆ ਰੇਹੜੀ ਬਣਾ ਕੇ ਇੱਕ। ਔਰ ਇਸੇ ਤਰ੍ਹਾਂ ਇੱਕ ਬੱਚਾ WhatsApp ਤੇ ਬੜਾ ਪਪੂਲਰ ਹੋਇਆ ਸੀਗਾ, ਇਹ ਵਾਇਰਲ ਹੋਇਆ ਸੀਗਾ ਕਿ ਇੱਕ ਬੱਚੇ ਨੂੰ ਇੱਕ ਮਾਂ ਘੜੀਸੀ ਜਾ ਰਹੀ ਆ, ਉਹਦੀ ਅਟੈਚੀ ਦੇ ਉੱਤੇ ਉਹ ਵਿਚਾਰਾ ਚਿਪਕਿਆ ਹੋਇਆ ਇਸ ਕਿਸਮ ਦਾ। ਤਾਂ ਸਭ ਵੀਰ ਮੇਰੀ ਇੱਕ ਸਵਾਲ ਇਹ ਹੈ ਕਿ ਇੱਕ ਪਾਸੇ ਮਮਤਾ ਭਰਿਆ ਸੀਨਾ ਹੈ ਔਰ ਇੱਕ ਪਾਸੇ ਸਾਡੇ ਸਿਆਸਤ ਦੇ 56 ਇੰਚ ਸੀਨੇ ਦੇ ਮਸਲੇ ਨੇ, ਔਰ ਕਿਤੇ ਤਕਰਾਰ ਦੋਵਾਂ ਦੇ ਵਿੱਚ ਨਜ਼ਰ ਆਈ ਸਾਨੂੰ ਦਿਖੀ ਇਹ ਸਿਆਸਤ ਦੇ ਵਿੱਚ। ਔਰ ਤੁਸੀਂ ਇਹ ਸਵਾਲ ਉਠਾਇਆ ਔਰ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦਾ ਸਵਾਲ ਤੁਸੀਂ ਉਠਾਇਆ ਇਹ ਲਾਜ਼ਮੀ ਤੌਰ ਤੇ ਚੁਭਣਾ ਚਾਹੀਦਾ ਉਸ ਸਿਆਸਤ ਨੂੰ ਜਿਹੜੀ ਆਪ ਬਹੁਤ ਜ਼ਿਆਦਾ ਡਰਾਮੇ ਕਰ ਰਹੀ ਹੈ। ਬਿਲਕੁਲ ਬਲਵਿੰਦਰ, ਮੈਂ ਤੇ ਥੀਏਟਰ ਸੁਆਉਣ ਵਾਸਤੇ ਕਰਦਾ ਹੀ ਨਹੀਂ ਥੀਏਟਰ, ਮਤਲਬ ਮੈਂ ਤੇ ਕਹਿੰਦੇ ਨਹੀਂ ਕਿ ਮੇਰਾ ਥੀਏਟਰ ਦੇਖ ਕੇ ਕੋਈ ਬਹੁਤ ਖੁਸ਼ ਹੋ ਕੇ ਚਲਾ ਜਾਵੇ। ਮੈਂ ਕਹਿੰਦਾ ਕਿ ਕੰਡਾ ਚੁੱਭਣਾ ਚਾਹੀਦਾ, ਉਹਦੀ ਸੂਲ ਹੈ ਉਹ ਚੁੱਭਣੀ ਚਾਹੀਦੀ ਹੈ ਨਾ, ਉਹ ਤਕਲੀਫ ਦਰਸ਼ਕ ਲੈ ਕੇ ਜਾਵੇ, ਫਿਰ ਉਹ ਜਿਹੜੇ ਉੱਪਰ ਬੈਠੇ ਨੇ ਉਹਨਾਂ ਨੂੰ ਵੀ ਤਕਲੀਫ ਹੋਵੇ। ਮੇਰੇ ਲਈ ਬਹੁਤ ਵੱਡੀ ਤਕਲੀਫ ਸੀ ਕਿ ਅਸੀਂ ਇੱਕ ਮੁਲਕ ਦੇ ਵਿੱਚ ਰਹਿ ਰਹੇ ਹਾਂ, ਅਸੀਂ ਉਸ ਮੁਲਕ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਡੈਮੋਕ੍ਰੇਸੀ ਦੀ ਜਿੱਤ ਹੋਈ ਹੈ ਔਰ ਇੱਕ ਐਸਾ ਲੀਡਰ ਸਾਡੇ ਦੇਸ਼ ਨੂੰ ਮਿਲ ਗਿਆ ਜਿਹਨੂੰ ਪੂਰਾ ਹਿੰਦੁਸਤਾਨ ਕਹਿ ਰਿਹਾ ਕਿ ਯੈਸ ਤੂੰ ਸਾਡਾ ਲੀਡਰ ਹੈ। ਮਤਲਬ ਇੰਨੀਆਂ ਵੋਟਾਂ ਪੈ ਗਈਆਂ, ਅਸੀਂ ਦੂਸਰੀ ਵਾਰੀ ਵੀ ਚੁਣਿਆ ਉਹਨਾਂ ਨੂੰ, ਦੂਸਰੀ ਵਾਰੀ ਵੀ ਚੁਣਿਆ।
ਤੇ ਹਾਂ। ਕੀ ਉਹ ਬੰਦਾ ਕਹਿੰਦਾ ਹੈ ਕਿ ਮੇਰੀ 56 ਇੰਚ ਦੀ ਛਾਤੀ ਆ ਔਰ ਮੈਂ ਹੂੰ ਉਹ ਛਾਤੀ ਨਾਲ ਮੈਂ ਸਭ ਕੁਝ ਕਰ ਲਾਂਗਾ। ਤੇ ਹੂੰ ਉਹ ਇੰਨਾ ਕੁਝ ਜਦੋਂ ਹੋ ਗਿਆ ਮੁਲਕ ਦੇ ਵਿੱਚ, ਇੰਨਾ ਕੁਝ ਹੋ ਗਿਆ, ਗਰੀਬ ਬੰਦਾ ਪਿਸ ਰਿਹਾ, ਗਰੀਬ ਹੂੰ ਬੰਦਾ ਸੜਕਾਂ ਤੇ ਉਤਰਿਆ ਹੋਇਆ ਹੈ, ਉਹਨੂੰ ਹੂੰ ਰਹਿਣ ਲਈ, ਖਾਣ ਲਈ, ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨੀਆਂ, ਉਹਨੂੰ ਕੁਝ ਨਹੀਂ ਮਿਲ ਰਿਹਾ। ਔਰਤਾਂ ਕੁਛ ਨਹੀਂ ਸੜਕ ਦੇ ਮਿਲਿਆ। ਉੱਤੇ ਬੱਚੇ ਪੈਦਾ ਕਰ ਰਹੀਆਂ। ਹੂੰ ਤੇ ਮੇਰਾ ਸਵਾਲ ਸੀ ਕਿ ਇੱਕ ਪਾਸੇ ਤਾਂ ਸਾਡਾ ਸੀਨਾ ਹੈ, ਰੰਗਕਰਮੀਆਂ ਦਾ ਸੀਨਾ, ਹੂੰ ਜਿਹੜਾ ਗਲੀ 'ਚ ਜਾਂਦੀ ਤਕਲੀਫ ਨੂੰ ਵੀ ਆਪਣੇ ਅੰਦਰ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ ਹੈ ਕਰਦੇ ਆ ਕਿ ਇਹ ਤਕਲੀਫ ਮੇਰੀ ਤਕਲੀਫ ਹੈ, ਮੈਂ ਇਹਨੂੰ ਮੰਚ ਉੱਤੇ ਕਿਵੇਂ ਕਿਵੇਂ ਪੇਸ਼ ਕਰਾਂ। ਤੇ ਉਹ ਸੀਨਾ ਜਿਹੜਾ ਮਾਈ ਬਾਪ ਬਣਦਾ, ਜਿਹੜਾ ਇਹ ਕਹਿੰਦਾ ਕਿ ਮੈਂ, ਤੁਸੀਂ ਮੇਰੇ ਸਾਰੇ ਹੋ, ਮੈਂ ਮਾਈ ਬਾਪ ਹਾਂ, ਉਹਦੇ ਸੀਨੇ 'ਚ ਕਿਉਂ ਦਿਲ ਧੜਕ ਕਿਉਂ ਨਹੀਂ ਰਿਹਾ? ਤੇ ਜੇ ਨਹੀਂ ਧੜਕ ਰਿਹਾ ਤੇ ਫਿਰ ਆਵਾਮ ਨੂੰ ਸੋਚਣਾ ਪਏਗਾ ਕਿ ਅਸੀਂ ਕਿਹੜੇ ਸੀਨੇ ਦੀ ਚੋਣ ਕਰਨੀ ਹੈ, ਕਿ ਅਸੀਂ ਜਿਹੜਾ ਸਾਡੇ ਸੀਨੇ 'ਚ ਦਿਲ ਹੈ ਉਹਨੂੰ ਅਸੀਂ ਦਿਲ ਨੂੰ ਕਿਉਂ ਦਬਾਇਆ ਹੋਇਆ ਹੈ, ਅਸੀਂ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ, ਅਸੀਂ ਕਿਉਂ ਸੜਕਾਂ ਤੇ ਨਹੀਂ ਆ ਰਹੇ? ਜੇ ਅਮਰੀਕਾ ਦੇ ਵਿੱਚ ਇੱਕ ਬੰਦੇ ਦਾ ਮਤਲਬ ਗੋਡਾ ਰੱਖ ਕੇ ਉਹਦੀ ਧੌਣ ਦੇ ਉੱਤੇ ਉਹਦਾ ਸਾਹ ਬੰਦ ਕੀਤਾ ਜਾਂਦਾ, ਤੇ ਇੱਥੇ ਤਾਂ ਲੋਕ ਗਲੀਆਂ 'ਚ, ਹਾਂ, ਲੋਕ ਮੁਜ਼ਾਹਰਿਆਂ 'ਚ ਨਿਕਲ ਆਏ ਘਰੇ, ਹਾਂ, ਕੋਈ ਨਹੀਂ ਉਹਨਾਂ ਨੇ ਬੈਠਾ, ਕਰੋਨਾ ਬਾਹਰ ਆ ਦੀ ਕੇ ਇੱਥੇ ਤਾਂ protest 72 ਕੀਤੇ, ਹਾਂ। ਸਾਲਾਂ ਤੋਂ ਗੋਡਾ ਰੱਖਿਆ ਹੋਇਆ ਹੈ, 72 ਸਾਲਾਂ ਤੋਂ ਗੋਡਾ ਇੱਥੇ ਹੀ ਹੈ, ਸਾਹ ਨਹੀਂ ਸਾਨੂੰ ਆ ਰਿਹਾ। ਅਸੀਂ ਕਿਸ ਪਲ ਦਾ ਇੰਤਜ਼ਾਰ ਕਰ ਰਹੇ ਹਾਂ? ਔਰ ਮੈਂ ਬਤੌਰ ਰੰਗਕਰਮੀ ਮੈਂ ਕਹਿੰਦਾ ਕਿ ਮੈਂ ਸੜਕਾਂ ਤੇ ਸ਼ਾਇਦ ਨਹੀਂ ਆ ਸਕਦਾ, ਸ਼ਾਇਦ ਮੈਂ ਉਹ ਸੰਘਰਸ਼ ਨਹੀਂ ਕਰ ਸਕਦਾ, ਮੈਂ ਉਹ ਯੁੱਧ ਨਹੀਂ ਲੜ ਸਕਦਾ, ਸ਼ਾਇਦ ਮੇਰਾ ਕੰਮ ਅਲੱਗ ਹੈ। ਮੈਂ ਕਲਮ ਨਾਲ ਯੁੱਧ ਲੜਨਾ, ਆਪਣੀ ਆਵਾਜ਼ ਨਾਲ ਯੁੱਧ ਲੜਨਾ, ਆਪਣੇ ਥੀਏਟਰ ਦੇ ਥਰੂ ਯੁੱਧ ਲੜਨਾ। ਡੈਫੀਨੇਟਲੀ ਤੁਹਾਡੇ ਰੰਗਮੰਚ ਨੂੰ ਦੇਖ ਕੇ ਲੋਕ ਸੜਕਾਂ ਤੇ ਉਤਰਦੇ ਆ, ਇਹ 'ਚ ਕੋਈ ਦੋ ਸਾਹਿਬ। ਮੇਰਾ ਇੱਕ ਸਵਾਲ ਇਦਾਂ ਦਾ ਹੀ ਆ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਔਰ ਤੁਸੀਂ ਬੇਚੈਨ ਹੋ ਉੱਠੇ ਔਰ ਤੁਹਾਡੇ ਅੰਦਰ ਇਹ ਖਲਬਲੀ ਮੱਚੀ ਇਹ ਸਾਰੀਆਂ ਘਟਨਾਵਾਂ ਨੂੰ, ਔਰ ਤੁਸੀਂ ਉਸ ਨੂੰ ਇੱਕ ਪਲੇ ਦਾ ਰੂਪ ਦਿੱਤਾ। ਤਾਂ ਮੇਰਾ ਸਵਾਲ ਇਹ ਹੈ ਵੀ ਜਿਹੜੇ ਇਹ ਮਾਈ ਬਾਪ ਨੇ ਸਾਡੇ, ਜਿਹੜੇ ਸਾਨੂੰ ਉਂਗਲ ਲਾ ਕੇ ਤੋਰਦੇ ਆ ਔਰ ਕਹਿੰਦੇ ਆ ਵੀ ਅਸੀਂ ਆਹ ਕਰਾਂਗੇ, ਇਹ ਕਿਵੇਂ ਸੌਂ ਜਾਂਦੇ ਨੇ? ਇਹਨਾਂ ਨੂੰ ਨੀਂਦ ਕਿਵੇਂ ਆ ਜਾਂਦੀ? ਇਹਨਾਂ ਨੂੰ ਇਸੇ ਕਰਕੇ ਨੀਂਦ ਆ ਜਾਂਦੀ, ਉਹਨਾਂ ਨੂੰ ਪਤਾ ਕਿ ਅਸੀਂ ਸੁੱਤੇ ਹੋਏ ਆ, ਨੀਂਦ ਇਸੇ ਕਰਕੇ ਆਉਂਦੀ ਹੈ। ਉਹਨਾਂ ਨੂੰ ਪਤਾ ਹੈ ਕਿ ਇਹ ਚੰਦ ਕੁ ਲੋਕ ਨੇ ਜਿਹੜੇ ਨਕਾਰਖਾਨੇ ਵਿੱਚ ਤੂਤੀ ਵਜਾ ਰਹੇ ਨੇ, ਬਹੁਤ ਥੋੜੇ ਲੋਕ ਨੇ, ਇਹ ਬੋਲਦੇ ਨੇ, ਇਹਨਾਂ ਨੂੰ ਤੁਸੀਂ ਪਰਵਾਹ ਨਾ ਕਰੋ, ਇਹਨਾਂ ਦੀ ਬਰਬਰਾ ਰਾਓ ਵਰਗਿਆਂ ਨੂੰ, ਹੋਰਾਂ ਨੂੰ ਤੁਸੀਂ ਜੇਲ੍ਹ 'ਚ ਵੀ ਸੁੱਟ ਦੋਗੇ ਤੇ ਹਿੰਦੁਸਤਾਨ ਦੇ ਵਿੱਚ ਕੋਈ ਬਹੁਤ ਵੱਡਾ ਕੋਈ ਏਦਾਂ ਦਾ ਕੋਈ ਸੰਘਰਸ਼ ਨਹੀਂ ਸ਼ੁਰੂ ਹੋ ਜਾਏਗਾ, ਕੋਈ ਬਹੁਤ ਵੱਡਾ ਜ਼ਲਜ਼ਲਾ ਨਹੀਂ ਪੈਦਾ ਹੋ ਜਾਏਗਾ। ਕੁਝ ਲੋਕ ਨੇ ਜਿਹੜੇ ਆਵਾਜ਼ ਬੁਲੰਦ ਕਰਨਗੇ, ਉਹ ਵੱਡੀ ਛਾਤੀ ਨੂੰ ਇਹ ਗੱਲਾਂ ਦਾ ਪਤਾ ਹੈ, ਦੇ ਨੋ ਦਿਸ। ਇਸੇ ਕਰਕੇ ਉਹਨਾਂ ਨੂੰ ਆਰਾਮ ਨਾਲ ਨੀਂਦ ਆ ਜਾਂਦੀ ਕਿ ਅਸੀਂ ਜਿੰਨੀਆਂ ਮਰਜ਼ੀ ਪੋਲੀਟੀਕਲ ਗੇਮਾਂ ਖੇਡ ਲਈਏ, ਦਰਸ਼ਕਾਂ ਤੱਕ ਜਾਂਦੀਆਂ ਨੇ, ਲੋਕਾਂ ਤੱਕ ਪਹੁੰਚਦੀਆਂ ਨੇ, ਲੇਕਿਨ ਲੋਕੀ ਬੁੜਬੁੜ ਕਰਕੇ ਬੰਦ ਕਰ ਦਿੰਦੇ ਨੇ। ਲੋਕੀ ਉਹੋ ਜਿਹੀਆਂ ਰਿਪਲੇਸਮੈਂਟਸ ਦੀ ਭਾਲਦੇ ਨੇ, ਲੋਕੀ ਇੱਕ ਨੂੰ ਛੱਡਦੇ ਨੇ ਦੂਜੇ ਨੂੰ ਫੜ ਲੈਂਦੇ ਨੇ, ਦੂਜੇ ਨੂੰ ਛੱਡ ਕੇ ਫਿਰ ਪਹਿਲੇ ਨੂੰ ਫੜ ਲੈਂਦੇ ਨੇ। ਲੇਕਿਨ ਅਸੀਂ ਬਤੌਰ ਰੰਗਕਰਮੀ, ਮੈਂ ਬਲਵਿੰਦਰ ਜੀ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡਾ ਜਿਹੜਾ ਕਿਰਦਾਰ ਹੈ ਨਾ, ਉਹ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਵਾਲਾ ਕਿਰਦਾਰ ਹੈ ਸਾਡਾ। ਹਾ ਦਾ ਨਾਰਾ ਮਾਰਨ ਵਾਲਾ, ਅਸੀਂ ਹਾ ਦਾ ਨਾਰਾ ਮਾਰਨਾ ਹੈ। ਸਾਡੇ ਹਾ ਦੇ ਨਾਰੇ ਦੀ ਜਿਹੜੀ ਵੈਲਿਊ ਹੈ ਉਹ ਕਦੋਂ ਪੈਣੀ ਹੈ ਇਹ ਸਾਨੂੰ ਨਹੀਂ ਪਤਾ, ਜਿਵੇਂ ਉਹਦੀ ਵੈਲਿਊ ਕਦੋਂ ਪਈ ਜਾ ਕੇ ਜਦੋਂ ਬੰਦਾ ਸਿੰਘ ਬਹਾਦਰ ਆਇਆ, ਉਹਨੇ ਸਾਰਾ ਤਹਿਸ ਨਹਿਸ ਕੀਤਾ, ਮਲੇਰਕੋਟਲਾ ਨੂੰ ਉਹਨੇ ਛੱਡਤਾ ਕਿ ਇੱਥੇ ਇੱਕ ਬੰਦਾ ਸੀ ਜਿਹੜਾ ਹਾ ਦਾ ਨਾਰਾ ਮਾਰਦਾ ਸੀ। ਅਸੀਂ ਉਹ ਹਾ ਦਾ ਨਾਰਾ ਮਾਰ ਰਹੇ ਹਾਂ। 47 ਦੀ ਵੰਡ ਵੇਲੇ ਵੀ ਸਾਰੇ ਬਾਕੀ ਹਿੰਦੂ ਸਿੱਖ ਲੋਕ ਮਲੇਰਕੋਟਲੇ ਦੇ ਬਾਹਰ ਆ ਕੇ ਖੜੇ ਹੋ ਗਏ ਵੀ ਇਹ ਨਹੀਂ, ਤੁਸੀਂ ਨਹੀਂ ਜਾਓਗੇ ਉਧਰ ਉਜਾੜੇ ਦਾ, ਤੁਸੀਂ ਪਾਕਿਸਤਾਨ ਨਹੀਂ ਜਾਓਗੇ। ਉਹ ਇਹੀ ਜੀ, ਹਾਂ ਇਸ ਤਰ੍ਹਾਂ ਦੀ ਰੰਗਮੰਚ ਮਤਲਬ ਕਿ ਇੱਕ ਜ਼ਿੰਦਾ ਮੀਡੀਅਮ ਹੈ। ਰੰਗਮੰਚ ਜ਼ਿੰਦਾ ਰਹਿਣਾ ਚਾਹੁੰਦਾ, ਔਰ ਰੰਗਮੰਚ ਦਾ ਇੱਕ ਕਿਰਦਾਰ ਹੈ ਕਿ ਉਹਨੇ ਜ਼ਿੰਦਾ ਰਹਿਣਾ। ਇਸੇ ਕਰਕੇ ਜਦੋਂ ਪੰਜਾਬ ਨੇ ਕਾਲਾ ਦੌਰ ਹੰਢਾਇਆ ਸੀ, ਉਦੋਂ ਵੱਡੇ ਵੱਡੇ ਗਾਇਕ ਜਿਹੜੇ ਸੀਗੇ ਉਹ ਘਰਾਂ 'ਚ ਬੈਠ ਗਏ ਸੀ, ਉਹਨਾਂ ਨੇ ਪ੍ਰੋਗਰਾਮ ਲਾਉਣੇ ਬੰਦ ਕਰਤੇ ਸੀ, ਅਖਾੜੇ ਬੰਦ ਕਰਤੇ ਸੀ, ਤੂੰਬੀਆਂ ਰੱਖਤੀਆਂ ਸੀ ਟਰੰਕਾਂ ਦੇ ਵਿੱਚ। ਰੰਗਕਰਮੀ ਸੀ ਜਿਹੜੇ ਸਟੇਜਾਂ ਤੇ ਜਾ ਕੇ ਲੋਕਾਂ ਨੂੰ ਇਹ ਮੈਸੇਜ ਦਿੰਦੇ ਸੀ ਕਿ ਜੇ ਖਰਾਬ ਦੌਰ ਚੱਲ ਰਿਹਾ, ਇਹਨੇ ਹਮੇਸ਼ਾ ਲਈ ਨਹੀਂ ਰਹਿਣਾ, ਦੌਰ ਵੀ ਆਏਗਾ, ਤੁਸੀਂ ਉਹਦੀ ਆਸ ਆਪਣੀ ਨਾ ਖਤਮ ਨਾ ਕਰੋ। ਦੇਖੋ ਇਹ ਤਾਂ ਸਾਹਿਬ ਬਾਜੀ, ਇਹ ਤੇ ਦੇਖੋ, ਇਹ ਤੇ ਔਰੰਗਜ਼ੇਬ ਕੀਤਾ ਸੀਗਾ, ਔਰੰਗਜ਼ੇਬ ਹੋਰਾਂ ਨੇ ਵੀ ਕੀਤਾ ਸੀਗਾ, ਔਰ ਉਹਨਾਂ ਨੇ ਵੀ ਮਿਊਜ਼ਿਕ ਨੂੰ ਕਿਤੇ ਦਫਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਰਾਜੇ ਚਲੇ ਗਏ। ਮੇਰੇ ਹਦਾਇਤਕਾਰ ਮੈਨੂੰ ਕੋਈ ਗਾਈਡ ਕਰ ਰਿਹਾ। ਜੀ ਹਾਂ, ਹਾਂਜੀ ਪ੍ਰਵਿੰਦਰ, ਕੋਈ ਸਵਾਲ ਕਰ। ਅੱਛਾ, ਡਾਕਟਰ ਸਾਹਿਬ ਤੁਹਾਡੇ ਤੋਂ ਇਹ ਸਵਾਲ ਕਰ ਰਹੇ ਨੇ ਚੰਦਰ ਅਦੀਬ ਹੋਰੀ। ਮੈਨੂੰ ਪਿੱਛੋਂ ਇੰਸਟਰਕਸ਼ਨ ਆ ਰਹੀਆਂ ਨੇ ਕਿਉਂਕਿ ਮੇਰਾ ਫੋਨ ਅੱਜ ਉਹੀ ਟੈਕਨੀਕੈਲਿਟੀ ਦੇ ਹਿਸਾਬ ਨਾਲ। ਚੰਦਰ ਅਦੀਬ ਹੋਰੀ ਪੁੱਛ ਰਹੇ ਨੇ ਤੁਹਾਨੂੰ ਕਿ ਅੱਜ ਕੱਲ ਥੀਏਟਰ ਦੇ ਵਿੱਚ ਬਹੁਤ ਸਾਰੇ ਪ੍ਰਯੋਗ ਹੋ ਰਹੇ ਨੇ ਨਾ, ਤਜਰਬੇ ਹੋ ਰਹੇ ਨੇ। ਆ ਵੀ ਤਜਰਬਾ ਜਿਹੜਾ ਹੁਣ ਕਰੋਨਾ ਭਾਜੀ ਨੇ ਜਿਹੜੇ ਸਾਡੇ ਤੋਂ ਕਰਵਾਏ ਆ ਨਾ ਸਾਰੇ, ਹਨਾ। ਚੰਦਰ ਅਦੀਬ ਹੋਰੀ ਕਹਿ ਰਹੇ ਨੇ ਵੀ ਜਿਹੜੇ ਸੋਲੋ ਨਾਟਕ ਨੇ, ਸੋਲੋ ਪਲੇ ਨੇ, ਇਹਦੀ ਕਿੰਨੀ ਕੁ ਭੂਮਿਕਾ ਹੋ ਸਕਦੀ ਹੈ ਆਉਣ ਵਾਲੇ ਵੇਲਿਆਂ ਦੇ ਵਿੱਚ, ਜਾਂ ਜਿਸ ਕਿਸਮ ਦੇ ਵੇਲਿਆਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ,
ਇਹ ਤੁਹਾਨੂੰ ਪੁੱਛ ਰਹੇ ਨੇ। ਚੰਦਰਦੀਪ ਦਾ ਜਿਹੜਾ ਸਵਾਲ ਹੈ ਨਾ, ਇਹਦਾ ਜਵਾਬ ਬੜਾ ਬਹੁਪਰਤੀ ਸਵਾਲ ਹੈ। ਮਤਲਬ ਇਹਦਾ ਜਵਾਬ ਹੈ ਜਿਹੜਾ ਬੜਾ ਬਹੁਪਰਤੀ ਹੈ ਕਿ ਇੱਕ ਤਾਂ ਥੀਏਟਰ ਆਪਣੇ ਆਪ 'ਚ ਇੱਕ ਐਕਸਪੈਰੀਮੈਂਟ ਹੈ। ਥੀਏਟਰ ਆਪਣੇ ਆਪ 'ਚ ਐਕਸਪੈਰੀਮੈਂਟ ਹੈ। ਅਸੀਂ ਕੋਈ ਵੀ ਪ੍ਰੋਡਕਸ਼ਨ ਕਰਦੇ ਹਾਂ, ਚਾਹੇ ਉਹਦੇ ਵਿੱਚ 25 ਕਰੈਕਟਰ ਨੇ, ਚਾਹੇ ਇੱਕੋ ਹੀ ਕਰੈਕਟਰ ਹੈ। ਅਸੀਂ ਕੋਈ ਗੱਲ, ਸਾਡੇ ਕੋਲ ਕੋਈ ਵਿਸ਼ਾ ਹੁੰਦਾ, ਅਸੀਂ ਉਸ ਵਿਸ਼ੇ ਨੂੰ, ਪਹਿਲਾਂ ਸਾਡੇ ਕੋਲ ਵਿਸ਼ਾ ਹੁੰਦਾ, ਫਿਰ ਅਸੀਂ ਉਹਦੇ ਹਿਸਾਬ ਨਾਲ ਇੱਕ ਉਹਦਾ ਰੂਪ ਬਣਾਉਂਦੇ ਹਾਂ ਕਿ ਇਹਨੇ ਸਟੇਜ ਉੱਤੇ ਪ੍ਰੈਜ਼ੈਂਟ ਕਿਵੇਂ ਹੋਣਾ, ਇਹਨੂੰ ਕਿਹੋ ਜਿਹੀ ਡਿਜ਼ਾਈਨਿੰਗ ਚਾਹੀਦੀ ਹੈ, ਇਹਨੂੰ ਕਿਸ ਤਰ੍ਹਾਂ ਦੇ ਐਕਟਰ ਚਾਹੀਦੇ ਨੇ। ਤੇ ਕੁਝ ਸਬਜੈਕਟਸ ਹੁੰਦੇ ਨੇ ਜਿਹੜੇ ਤੁਹਾਨੂੰ ਲੱਗਦੇ ਹੁੰਦੇ ਕਿ ਇੱਕ ਵਰਸਟਾਈਲ ਐਕਟਰ ਇਕੱਲਾ ਹੀ ਚਾਹੀਦਾ ਉਹਦੇ ਲਈ ਹੋਰ ਨਹੀਂ ਚਾਹੀਦੇ। ਅਗਰ ਹੋਰ ਆਉਣਗੇ ਤਾਂ ਉਹਦੀ ਇੰਟੈਂਸਿਟੀ ਕਿਤੇ ਨਾ ਕਿਤੇ ਲੂਜ਼ ਹੋ ਜਾਏਗੀ। ਜਦੋਂ ਦ੍ਰਿਸ਼ ਚੇਂਜ ਹੋਏਗਾ, ਕਰੈਕਟਰ ਆਏਗਾ, ਕਰੈਕਟਰ ਜਾਏਗਾ, ਤਾਂ ਉਹਦੀ ਇੰਟੈਂਸਿਟੀ ਕਿਤੇ ਨਾ ਕਿਤੇ ਲੂਜ਼ ਹੋ ਜਾਏਗੀ। ਅਸਲ ਦੇ ਵਿੱਚ ਤਾਂ ਸੋਲੋ ਪਰਫਾਰਮੈਂਸ ਦਾ ਮਤਲਬ ਮੈਂ ਇਹ ਸਮਝਦਾ, ਇਹ ਨਹੀਂ ਹੈ ਬਾਕੀ ਗੱਲਾਂ ਹੁੰਦੀਆਂ ਕਿ ਕਈ ਵਾਰੀ ਕਹਿੰਦੇ ਕਿ ਐਕਟਰ ਸਾਡੇ ਕੋਲ ਜ਼ਿਆਦਾ ਨਹੀਂ ਹੈ, ਅਸੀਂ ਇਸ ਕਰਕੇ ਸੋਲੋ ਪਰਫਾਰਮੈਂਸ ਕਰ ਲੈਂਦੇ ਹਾਂ, ਜ਼ਿਆਦਾ ਐਕਸਪੈਂਸਿਸ ਨਾ ਆਉਣ। ਇਹ ਗੱਲਾਂ ਸਾਰੀਆਂ ਸੈਕੰਡਰੀ ਨੇ। ਪ੍ਰਾਇਮਰੀ ਗੱਲ ਇਹ ਹੈ ਕਿ ਇੱਕ ਅਗਰ ਮੇਰੇ ਕੋਲ ਇਹੋ ਜਿਹਾ ਸਬਜੈਕਟ ਹੈ ਜਿਹਦੇ ਉੱਤੇ ਮੈਂ ਇੱਕੋ ਹੀ ਜਗ੍ਹਾ ਚਾਹਨਾ ਕਿ ਮੇਰਾ ਦਰਸ਼ਕ, ਮੇਰਾ ਪਾਠਕ ਇੱਕੋ ਹੀ ਜਗ੍ਹਾ ਫੋਕਸ ਰਵੇ, ਉਹਦਾ ਫੋਕਸ ਨਾ ਹੁੱਲੇ, ਉਹਨੂੰ ਇੱਕੋ ਹੀ ਚਿਹਰਾ ਨਜ਼ਰ ਆਵੇ, ਪੂਰੇ 45 ਮਿੰਟ ਜਾਂ 1.5 ਘੰਟਾ ਇੱਕੋ ਹੀ ਚਿਹਰਾ ਉਹਨੂੰ ਵੱਖ-ਵੱਖ ਚੀਜ਼ਾਂ ਪੇਸ਼ ਕਰਕੇ ਲੱਗੇ, ਤੇ ਮੇਰਾ ਸਬਜੈਕਟ ਇਹੋ ਜਿਹਾ, ਸਬਜੈਕਟ ਡਿਮਾਂਡ ਕਰਦਾ ਕਿ ਮੈਨੂੰ ਸੋਲੋ ਪੇਸ਼ ਕਰੋ ਜਾਂ ਮੈਨੂੰ ਤੁਸੀਂ ਵੱਡੇ ਐਕਟਰਾਂ ਨਾਲ ਪੇਸ਼ ਕਰੋ। ਬਿਲਕੁਲ ਸਹੀ ਸਾਹਿਬ। ਇਹ ਸਾਡੇ ਕਹਾਣੀਕਾਰ, ਮੈਂ ਕਈਆਂ ਨੂੰ, ਬਲਵਿੰਦਰ ਗਰੇਵਾਲ ਹੋਰਾਂ ਨੂੰ ਵੀ ਮੈਂ ਇੱਕ ਵਾਰੀ ਗੱਲ ਪੁੱਛੀ ਸੀ, ਉਹਨਾਂ ਨੂੰ ਕੀਤਾ ਹੈ ਵੀ ਤੁਸੀਂ ਇਹ ਕਿਰਦਾਰ ਜਾਂ ਕਹਾਣੀ ਦਾ ਸਬਜੈਕਟ ਕਿਵੇਂ ਚੁਣਦੇ ਹੋ, ਤਾਂ ਉਹਨਾਂ ਨੇ ਵੀ ਇਹ ਕਿਹਾ ਸੀਗਾ ਕਿ ਕਈ ਵਾਰੀ ਕਹਾਣੀ ਸਾਨੂੰ ਚੁਣਦੀ ਆ। ਬਿਲਕੁਲ ਕਿਆ ਸੋਲੋ ਦਾ ਵੀ ਉਹ ਵੀ ਜਿਹੜੀ ਹਾਂਜੀ। ਨਾਟਕ ਜਿਹੜਾ ਨਾ, ਨਾਟਕ ਆਪਣੀ ਤਕਨੀਕ, ਆਪਣਾ ਜਿਹੜਾ ਰੂਪ ਹੈ, ਆਪਣਾ ਡਿਜ਼ਾਈਨ ਹੈ, ਉਹ ਖੁਦ ਲੈ ਕੇ ਆਉਂਦਾ ਸਾਡੇ ਕੋਲ। ਜਦੋਂ ਅਸੀਂ ਨਾਟਕ ਲਿਖਦੇ ਹਾਂ, ਉਹ ਖੁਦ ਕਹਿੰਦਾ ਕਿ ਮੈਨੂੰ ਏਦਾਂ ਕਰੋ। ਮੈਨੂੰ ਸਟੇਜ ਉੱਤੇ ਕੋਈ ਨਾਟਕ ਕਹਿੰਦਾ ਮੈਨੂੰ ਹਿਊਜ ਸੈੱਟ ਚਾਹੀਦਾ, ਕੋਈ ਨਾਟਕ ਕਹਿੰਦਾ ਮੈਨੂੰ ਸੈੱਟ ਨਹੀਂ ਚਾਹੀਦਾ, ਮੈਨੂੰ ਸਿੰਪਲ ਸਟੇਜ ਤੇ ਪੇਸ਼ ਕਰ। ਕੋਈ ਨਾਟਕ ਕਹਿੰਦਾ ਮੈਨੂੰ ਮਿਊਜ਼ਿਕ ਚਾਹੀਦਾ, ਕੋਈ ਨਾਟਕ ਕਹਿੰਦਾ ਨਹੀਂ ਮੇਰੇ ਚ ਮਿਊਜ਼ਿਕ ਨਾ ਪਾਈ, ਨਹੀਂ ਤਾਂ ਮੈਂ ਡਿਸਟਰਬ ਹੋ ਜਾਊਂਗਾ। ਇਹ ਨਾਟਕ ਖੁਦ ਸਾਨੂੰ ਕਹਿੰਦਾ ਹੈ। ਕੋਈ ਨਾਟਕ ਕਹਿੰਦਾ ਮੈਨੂੰ ਬਹੁਤ ਕਮਾਲ ਦੇ ਐਕਟਰ ਚਾਹੀਦੇ ਆ, ਇਸ ਤਰ੍ਹਾਂ ਮੇਰੇ ਖਿਆਲ ਚ ਇਹੀ ਨਾਟਕੀ ਸਮਝ ਹੈ ਸ਼ਾਇਦ। ਇਹ ਨਾਟਕੀ ਸਮਝ। ਚਲੋ ਮੈਂ ਤੁਹਾਨੂੰ ਤੁਹਾਡੇ ਦੂਸਰੇ ਨਾਟਕਾਂ ਤੇ ਬਾਬਾ ਜੀ, ਦੂਸਰੇ ਨਾਟਕਾਂ ਵੱਲ ਜਾਣਾ। ਮੈਂ ਤੁਹਾਡੀ ਇੱਕ ਸੰਮਾਂ ਵਾਲੀ ਡਾਂਗ ਦੇ ਉੱਤੇ, ਤੁਸੀਂ ਜਦੋਂ ਪੇਸ਼ੇ ਨਜ਼ਰ ਸ਼ੁਰੂ ਕੀਤਾ ਸੀਗਾ ਗੱਲ, ਤਾਂ ਉਹਦੇ ਵਿੱਚ ਸੰਮਾਂ ਵਾਲੀ ਡਾਂਗ ਦਾ ਤੁਸੀਂ ਰੈਫਰੈਂਸ ਦਿੱਤਾ ਸੀ ਔਰ ਦੱਸਿਆ ਸੀ ਕਿ ਪੋਲੀਟੀਕਲ ਕਮੈਂਟ ਦਾ ਜਿਹੜਾ ਨਾਟਕ ਹੈ, ਜਿਹਦੇ ਵਿੱਚ ਇੱਕ ਕੁਰਸੀ ਨੂੰ ਗੱਲ, ਅਸਲ 'ਚ ਸੱਤਾ ਨੂੰ ਹੀ ਸੰਬੋਧਨ ਕੀਤਾ ਉਸ ਤੁਸੀਂ ਨਾਵਲ ਦੇ ਵਿੱਚ ਜਾਂ ਉਸ ਨਾਟਕ ਦੇ ਵਿੱਚ। ਔਰ ਕੁਰਸੀ ਨੂੰ ਜਦੋਂ ਇੱਕ ਮੁਖਾਤਿਬ ਹੁੰਦਾ ਕਿਸਾਨ, ਤੇ ਸਾਹਿਬਾ ਜੀ ਇਹ ਜਦੋਂ ਤੁਸੀਂ, ਕਿਉਂਕਿ ਤੁਸੀਂ ਹਰੀ ਕ੍ਰਾਂਤੀਆਂ ਦੀਆਂ ਗੱਲਾਂ ਕੀਤੀਆਂ ਐਂਡ ਸਾਰਾ ਕੁਛ, ਮੇਰਾ ਬਿਲਕੁਲ ਥੋੜਾ ਜਿਹਾ ਹਟ ਕੇ ਸਵਾਲ, ਮੈਂ ਡਾਇਰੈਕਟ ਨਹੀਂ ਕਰ ਰਿਹਾ, ਕਿ ਹਰੀ ਕ੍ਰਾਂਤੀ ਤੋਂ ਹੁਣ ਤੱਕ ਜਿਹੜੀ ਕਿਸਾਨੀ ਦਾ ਸੰਕਟ ਆ, ਸੰਤਾਪ ਆ, ਸਾਰਾ ਕੁਛ, ਕਿਆ ਇਹਦੇ ਵਿੱਚ ਅਸੀਂ ਖੁਦ ਵੀ, ਸਾਡਾ ਕਲਚਰ ਵੀ, ਸਾਡੀ ਬੈਕਗਰਾਉਂਡ ਵੀ, ਸਾਡੀ ਆਪਦੀ ਕਿਸਾਨੀ ਪੀੜ੍ਹੀ, ਜਨਰੇਸ਼ਨ ਵੀ, ਕਿਆ ਅਸੀਂ ਵੀ ਥੋੜੇ ਬਹੁਤ ਜ਼ਿੰਮੇਦਾਰ ਹੈਗੇ ਇਹਨਾਂ ਗੱਲਾਂ ਵਿੱਚ? ਕਿ ਸਾਰਾ ਕੁਝ ਅਸੀਂ ਸਿਆਸਤ ਦੇ ਉੱਤੇ ਸੁੱਟ ਦਈਏ? ਮੇਰਾ ਮਤਲਬ ਜਸਟ ਮੈਂ ਥੋੜਾ ਹਲਕਾ ਡਿਫਰੈਂਟ ਸਵਾਲ ਕਰ ਰਿਹਾ। ਬਲਵਿੰਦਰ, ਹੁੰਦਾ ਕੀ ਹੈ ਕਿ ਜਦੋਂ ਅਸੀਂ ਕਿਸੇ ਮੁਸ਼ਕਲ ਬਾਰੇ ਗੱਲ ਕਰਦੇ ਹਾਂ, ਕਿਸੇ ਸਮੱਸਿਆ ਬਾਰੇ ਗੱਲ ਕਰਦੇ ਹਾਂ, ਤੁਸੀਂ ਬਿਹਤਰ ਜਾਣਦੇ ਹੋ ਕਿ ਸਮੱਸਿਆ ਦੀ ਡਾਇਮੈਂਸ਼ਨ ਕਦੇ ਵੀ ਲੀਨੀਅਰ ਨਹੀਂ ਹੁੰਦੀ, ਕਦੇ ਵੀ ਇਕਹਿਰੀ ਨਹੀਂ ਹੁੰਦੀ, ਉਹਦੇ ਡਾਇਮੈਂਸ਼ਨ ਬਹੁਤ ਸਾਰੀਆਂ ਹੁੰਦੀਆਂ। ਜੇ ਕੋਈ ਬੰਦਾ ਅੱਜ ਮੁਸ਼ਕਲ 'ਚ ਹੈ ਤਾਂ ਉਹ 100% ਉਸ ਦੇ ਗੁਨਾਹ ਤੋਂ ਮੁਕਤ ਨਹੀਂ ਹੋ ਸਕਦਾ। ਇਹ ਹੁੰਦਾ ਕਿ ਜੇ ਮੈਂ ਅੱਜ ਤਕਲੀਫ 'ਚ ਹਾਂ ਤੇ 5% ਆਏਗਾ ਕਿ ਮੇਰੇ 'ਚ ਵੀ ਕੋਈ ਤਕਲੀਫ ਹੈਗੀ ਹੈ, ਜਾਂ ਤਾਂ ਮੈਂ ਵਕਤ ਸਿਰ ਬੋਲਿਆ ਨਹੀਂ, ਜਾਂ ਜਦੋਂ ਤਬਦੀਲੀਆਂ ਆ ਰਹੀਆਂ ਸੀ ਉਦੋਂ ਮੈਨੂੰ ਸਮਝ ਨਹੀਂ ਆਈ। ਕਿਉਂਕਿ ਪੰਜਾਬ ਦੀ ਕਿਸਾਨੀ ਦੀ ਕੀ ਸਮੱਸਿਆ ਹੈ? ਪੰਜਾਬ ਦੀ ਕਿਸਾਨੀ ਨੂੰ ਨਾਰਾ ਦਿੱਤਾ ਗਿਆ, ਜੈ ਜਵਾਨ ਜੈ ਕਿਸਾਨ। ਅਸੀਂ ਨਾਰਾ ਸੁਣਿਆ ਔਰ ਅੱਖਾਂ ਬੰਦ ਕਰਕੇ ਅਸੀਂ ਨਾਰੇ ਦੇ ਮਗਰ ਚੱਲ ਪਏ। ਅਸੀਂ ਆਪਣੇ ਮੁੰਡੇ ਭੇਜਤੇ ਸਰਹੱਦਾਂ ਦੇ ਉੱਤੇ, ਮੁੰਡੇ ਮਰੇ ਵੀ, ਉਹਨਾਂ ਨੂੰ ਸ਼ਹੀਦ ਕਹਿ ਲਈਏ, ਕੁਛ ਵੀ ਕਹਿ ਲਈਏ, ਪਰਿਵਾਰ ਵੀ ਤਬਾਹ ਹੋਏ, ਲੇਡੀਜ਼ ਵਿਧਵਾ ਹੋਈਆਂ, ਸਭ ਕੁਛ ਹੋਇਆ। ਫਿਰ ਅਸੀਂ ਅੰਨ ਦੇ ਬੋਲ ਪੈਦਾ ਕਰ ਦਿੱਤੇ, ਭੰਡਾਰ ਪੈਦਾ ਕਰ ਲਏ, ਅਸੀਂ ਖਤਮ ਕਰ ਦਿੱਤਾ, ਹੈ ਨਾ। ਹਰੀ ਕ੍ਰਾਂਤੀ ਆਈ, ਅਸੀਂ ਟਰੈਕਟਰ, ਅਸੀਂ ਕਿੰਨੀਆਂ ਸਾਰੀਆਂ ਮਸ਼ੀਨਾਂ ਅਸੀਂ ਲੈ ਲਈਆਂ, ਪਰ ਅਸੀਂ ਅਵੇਅਰ ਨਹੀਂ ਹੋਏ। ਸਾਨੂੰ ਉਦੋਂ ਪ੍ਰੋਗਰੈਸਿਵ ਲੋਕੀ ਸੀਗੇ ਜਿਹੜੇ ਸਮਝਾਉਣ ਦੀ ਕਿਤੇ ਕੋਸ਼ਿਸ਼ ਕਰ ਰਹੇ ਸੀ ਵੀ ਇਹ ਜੋ ਕੁਝ ਚੱਲ ਰਿਹਾ ਠੀਕ ਨਹੀਂ ਚੱਲ ਰਿਹਾ। ਪਰ ਮੇਰਾ ਸਵਾਲ ਇੱਥੇ ਹੈ, ਉਸ ਵੇਲੇ ਸਾਡਾ ਬੁੱਧੀਜੀਵੀ ਵਰਗ ਕਿੱਥੇ ਗਿਆ? ਸਾਡੀਆਂ ਯੂਨੀਵਰਸਿਟੀਆਂ 'ਚ ਹੁੰਦੀਆਂ ਖੋਜਾਂ, ਜਿਹੜੀ ਐਗਰੀਕਲਚਰ ਯੂਨੀਵਰਸਿਟੀਆਂ ਨੇ,
ਉਹ ਲੋਕਾਂ ਨੇ ਸਾਨੂੰ ਨਾਲ ਗਾਈਡ ਵੀ ਤਾਂ ਕਰਨਾ ਸੀਗਾ ਵੀ ਅਸੀਂ ਭੰਡਾਰ ਦੇ ਭੰਡਾਰ। ਮਤਲਬ ਮੈਂ ਇੱਕ ਸਿੰਪਲ ਸਵਾਲ ਇਹ ਕਰ ਰਿਹਾ ਕਿ ਅਸੀਂ ਕਣਕ ਝੋਨਾ ਪੈਦਾ ਕਰ ਰਹੇ, ਝੋਨਾ ਅਸੀਂ ਖਾ ਨਹੀਂ ਰਹੇ, ਸਬਜ਼ੀਆਂ ਅਸੀਂ ਖਾਂਦੇ ਹਾਂ, ਅਸੀਂ ਘਰਾਂ 'ਚ ਸਬਜ਼ੀਆਂ ਨਹੀਂ, ਸਾਡੀਆਂ ਸਬਜ਼ੀਆਂ ਕਿਤੋਂ ਪਹਾੜਾਂ ਵਾਲੇ ਪਾਸਿਓਂ ਆਉਂਦੀਆਂ ਨੇ, ਔਰ ਅਸੀਂ ਉਹੀ ਪਿਆਜ਼ ਸਾਨੂੰ 130 ਰੁਪਏ ਕਿਲੋ ਖਰੀਦਦੇ ਰਹੇ ਹਾਂ। ਅਸੀਂ ਜਿਹੜੀ ਫਸਲੀ ਹੇਰ ਫੇਰ ਚੱਕਰ, ਕਿਆ ਸਾਨੂੰ ਇਹ ਯੂਨੀਵਰਸਿਟੀਆਂ, ਇਹ ਬੁੱਧੀਜੀਵੀ ਵਰਗ ਸਮਝਾਉਣ ਹਿੱਤ ਲੇਟ ਹੋ ਗਿਆ, ਜਾਂ ਹਾਲਾਤ ਹੋ ਗਏ, ਜਾਂ ਸਰਕਾਰਾਂ, ਜਾਂ ਜਿੰਨਾ ਇਹ ਮੈਕੈਨਿਜ਼ਮ ਆ ਉਹ ਵੀ ਇਸ ਗੱਲ ਤੋਂ ਖੁੰਝ ਗਿਆ? ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਬਾਕੀ ਲੋਕ ਵੀ ਤਾਂ ਜ਼ਿੰਮੇਦਾਰ ਹੈਗੇ। ਦੇਖੋ ਬਲਵਿੰਦਰ, ਦੋ ਚੀਜ਼ਾਂ ਨੇ ਨਾ, ਇੱਕ ਤਾਂ ਤੁਹਾਡੀ ਪ੍ਰੈਫਰੈਂਸ ਕੀ ਹੈ, ਇੱਕ ਤੁਹਾਡੀ ਕਮਿਟਮੈਂਟ ਕੀ ਹੈ। ਤੁਹਾਡੀ ਤੁਸੀਂ ਖੁਦ ਚੋਣ ਕਰਦੇ ਹੋ ਨਾ, ਤੁਸੀਂ ਖੁਦ ਚੋਣ ਕਰਦੇ ਹੋ ਕਿ ਮੈਂ ਚੌਰਾਹੇ ਤੇ ਖੜਾ, ਮੈਂ ਸੱਜੇ ਮੁੜਨਾ, ਖੱਬੇ ਮੁੜਨਾ, ਮੈਂ ਪਿੱਛੇ ਨੂੰ ਜਾਣਾ ਜਾਂ ਮੈਂ ਅੱਗੇ ਨੂੰ ਵਧਣਾ, ਚਾਹੇ ਕੁਝ ਵੀ ਹੈਗਾ। ਇੱਕ ਤੁਹਾਡੀ ਪ੍ਰਤੀਬੱਧਤਾ ਕਿੱਧਰਲੇ ਪਾਸੇ ਨੂੰ ਹੈ। ਜੇ ਆਪਾਂ ਯੂਨੀਵਰਸਿਟੀਆਂ 'ਚ ਬੈਠੇ ਬੁੱਧੀਜੀਵੀਆਂ ਦੀ ਗੱਲ ਕਰਦੇ ਹਾਂ, ਜਾਂ ਐਗਰੀਕਲਚਰ ਯੂਨੀਵਰਸਿਟੀਆਂ 'ਚ ਬੈਠੇ ਉਹਨਾਂ ਚਿੰਤਕਾਂ ਦੀ ਗੱਲ ਕਰਦੇ ਜਿਨ੍ਹਾਂ ਨੂੰ ਸਾਨੂੰ ਕਰਨਾ, ਉਹਨਾਂ ਦੀਆਂ ਪ੍ਰੈਫਰੈਂਸਿਸ ਕੀ ਸੀਗੀਆਂ, ਹੈ ਨਾ, ਕਿੰਨੇ ਸਾਰੇ ਰੀਜ਼ਨ ਨੇ। ਤੇ ਅੱਜ ਬਤੌਰ ਥੀਏਟਰਿਸਟ ਮੈਂ ਜਦੋਂ ਸਮਾਂ ਵਾਲੀ ਡਾਂਗ ਨੱਟ ਲਿਖਦਾ ਜਾਂ ਪੇਸ਼ ਕਰਦਾ ਤਾਂ ਮੇਰੀ ਕੋਸ਼ਿਸ਼ ਇਹ ਹੈ ਕਿ ਉਹ ਜਿਹੜੀਆਂ ਤਮਾਮ ਡਾਇਮੈਂਸ਼ਨਸ ਨੇ ਉਹ ਇੱਕ ਕਿਸਾਨ ਰਾਹੀਂ ਪੇਸ਼ ਹੋਣ ਕਿ ਅਸੀਂ ਇੱਥੇ ਠੱਗੇ ਗਏ, ਅਸੀਂ ਫਿਰ ਇੱਥੇ ਠੱਗੇ ਗਏ, ਫਿਰ ਅਸੀਂ ਇੱਥੇ ਠੱਗੇ ਗਏ, ਤੇ ਅੱਜ ਅਸੀਂ ਇਹੋ ਜਿਹੇ ਹਾਲਾਤ ਸਾਡੇ ਬਣ ਗਏ ਕਿ ਸਾਡੇ ਬੱਚੇ, ਸਾਡੇ ਮਤਲਬ ਕਰੀਅਰ ਨਹੀਂ ਉਹਨਾਂ ਦੇ ਰਹੇ, ਸਾਨੂੰ ਧੱਕੇ ਨਾਲ ਬੱਚੇ ਬਾਹਰ ਭੇਜਣੇ ਪੈ ਰਹੇ ਆ, ਜਾਂ ਸਾਨੂੰ ਕਿਤੇ ਵੀ ਉਧਰ ਸਾਡੇ ਬੱਚੇ ਰੋੜ ਰਹੇ ਆ, ਜਾਂ ਸਾਡੇ ਬੱਚੇ ਨਸ਼ੇ ਕਰ ਰਹੇ ਆ, ਜ਼ਮੀਨ ਸਾਡੀ ਹੌਲੀ ਹੌਲੀ ਖੁਰਦੀ ਜਾ ਰਹੀ ਹੈ, ਜਿਹੜਾ ਕਿਸਾਨ ਹੈ ਹੌਲੀ ਹੌਲੀ ਮਜ਼ਦੂਰ ਬਣ ਰਿਹਾ ਹੈ, ਉਹਨੂੰ ਸ਼ਹਿਰ 'ਚ ਜਾ ਕੇ ਪੱਲੇਦਾਰੀ ਕਰਨੀ ਪੈ ਰਹੀ ਹੈ। ਇਹਨਾਂ ਤਮਾਮ ਮੁਸ਼ਕਲਾਂ ਚੋਂ ਤੂੰ ਸਾਨੂੰ ਕੱਢ ਸਕਦਾ ਕਿ ਨਹੀਂ ਕੱਢ ਸਕਦਾ, ਜੋ ਤੂੰ ਕੁਰਸੀ ਤੇ ਬੈਠਾ ਹੈ? ਬਿਲਕੁਲ ਸਾਬਿਰ, ਮੈਂ ਤੁਹਾਡੀ ਇਸੇ ਗੱਲ ਨੂੰ ਮੈਂ ਫੇਰ ਪੁੱਛਦਾ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮਿੱਟੀ ਅਸੀਂ ਖਾਦਾਂ ਪਾ ਕੇ ਖਤਮ ਕਰ ਲਈ, ਪਾਣੀ ਸਾਡੇ ਪੀਣ ਯੋਗ ਨਹੀਂ ਹੈਗੇ, ਧੀਆਂ ਅਸੀਂ ਕੁੱਖਾਂ 'ਚ ਮਾਰ ਲੀਆਂ, ਕੁਛ ਠੀਕ ਠਾਕ ਬਚੇ ਖੁਚੇ, ਸਾਡੀ ਨੌਜਵਾਨ ਪੀੜ੍ਹੀ ਬਾਹਰ ਨੂੰ ਚਲੀ ਗਈ, ਬੱਚੇ ਜਿਹੜੇ ਰਹਿ ਕੇ ਚਿੱਟਾ ਖਾਈ ਜਾ ਰਹੇ। ਮਤਲਬ ਮੈਂ ਬਾਰ-ਬਾਰ ਇਹ ਪੁੱਛਦਾ ਹੁੰਦਾ, ਮੈਂ ਬੱਚਿਆਂ ਨੂੰ, ਮੈਂ ਵੀ ਪੜ੍ਹਾਉਣਾ, ਬੱਚਿਆਂ ਨੂੰ ਡੀਲ ਕਰਦਾ ਹੁੰਦਾ, ਕਦੀ ਮੈਂ ਵੀ ਸੋਚਦਾ ਕਿ ਯਾਰ ਮੈਂ ਇਹਨਾਂ ਨੂੰ ਕਿਹੜੀ ਉਮੀਦ ਦੇ ਉੱਤੇ ਇਹਨਾਂ ਨੂੰ ਅੱਗੇ ਭਜਾਈ ਜਾ ਰਿਹਾ, ਕੱਲ ਨੂੰ ਐਵੇਂ ਲਿਟਰੇਚਰ ਵਾਲੇ ਔਰ ਇਹ ਰੰਗਮੰਚ ਵਾਲੇ ਕਿਤੇ ਭੁੱਖੇ ਤਾਂ ਨਹੀਂ ਮਰਨਗੇ। ਮੈਂ ਤੁਹਾਨੂੰ ਇਹੀ ਸਵਾਲ ਤੁਹਾਨੂੰ ਕਰਦਾ ਕਿ ਉਹ ਕਿਹੜੀ ਉਮੀਦ ਹੈ, ਉਹ ਕਿਹੜੀ ਪੋਜ਼ਿਟਿਵਿਟੀ ਹੈ ਜਿਹੜੀ ਅਸੀਂ ਪੰਜਾਬ ਦੀ ਧਰਤੀ ਨਾਲ ਜੁੜੇ ਰਹੀਏ, ਅਸੀਂ ਰੰਗਮੰਚ ਨਾਲ ਜੁੜੇ ਰਹੀਏ, ਅਸੀਂ ਕਿਤਾਬਾਂ ਨਾਲ ਜੁੜੇ ਰਹੀਏ, ਸਾਨੂੰ ਬਾਹਰ ਜਾਣ ਦਾ ਸੁਪਨਾ ਬਾਰ-ਬਾਰ ਨਾ ਲੈਣਾ ਪਵੇ, ਅਸੀਂ ਜ਼ਮੀਨਾਂ ਨਾ ਵੇਚੀਏ, ਅਸੀਂ ਮਤਲਬ ਕੋਈ ਕਿਤੇ ਉਮੀਦ ਦਿਖਦੀ ਹੈ, ਜਾਂ ਸਾਨੂੰ ਫਿਰ ਉਹੀ ਕਿਤੇ ਨਿਰਾਸ਼ਾ ਹੀ ਅਜੇ ਹੱਥ ਲੱਗੀ ਹੋਈ ਹੈ, ਜਾਂ ਕੱਲ ਨੂੰ 10 ਸਾਲਾਂ ਨੂੰ 20 ਸਾਲਾਂ ਨੂੰ ਸਾਨੂੰ ਇਸੇ ਧਰਤੀ ਨੂੰ ਮੁੜ ਸਿਰਜਣਾ ਪਊਗਾ ਫਿਰ ਖੁਰਪੀ ਲੈ ਕੇ? ਕਿ ਨਹੀਂ, ਅਸੀਂ ਕਿਉਂਕਿ ਛੱਡ ਤਾਂ ਸਕਦੇ ਨਹੀਂ ਗੇ, ਅਸੀਂ ਕਿਤੇ ਬਾਹਰ ਤੇ ਜਾ ਨਹੀਂ ਸਕਦੇ। ਉਹ ਕਿਹੜੀ ਕਿਤੇ ਉਮੀਦ ਦੀ ਨਜ਼ਰ, ਜਿਹੜੀ ਤੁਸੀਂ ਚਿੜੀ ਵਰਤੀ ਹੈ ਨਾ ਉਹਦੇ ਵਿੱਚ, ਹਨਾ, ਚਿੜੀ ਦਾ ਜਿਹੜਾ ਸਿੰਬਲ ਆ, ਮੈਨੂੰ ਉਮੀਦ ਦਾ ਲੱਗਦਾ ਹੁੰਦਾ ਵੀ ਜਿਹੜੀ ਉਹ ਪਾਣੀ ਪੀਣ ਆਉਂਦੀ ਆ ਉਸ ਕਟੋਰੇ ਦੇ ਵਿੱਚ, ਉਸ ਕਸੋਰੇ 'ਚ। ਰੰਗਮੰਚ ਤਾਂ ਬਲਵਿੰਦਰ ਜੀ ਮਤਲਬ ਆਪਣੇ ਆਪ 'ਚ ਨਾ ਇੱਕ ਉਮੀਦ ਦਾ ਨਾਮ ਹੈ ਦੂਸਰਾ ਰੰਗਮੰਚ, ਕਿ ਤਮਾਮ ਮੁਸ਼ਕਲਾਂ ਦੇ ਬਾਵਜੂਦ ਇੱਕ ਆਸ ਜਿਹੜੀ ਆਪਣੇ ਦਰਸ਼ਕ ਦੇ ਮਨ 'ਚ ਜਗਾਉਣੀ ਹੈ, ਉਹ ਰੰਗਮੰਚ ਦਾ ਇੱਕ ਮੇਨ ਮਕਸਦ ਹੁੰਦਾ ਹੈ ਕਿ ਤਮਾਮ ਮੁਸ਼ਕਲਾਂ ਪੇਸ਼ ਕਰਦੇ ਹੋਏ ਉਹਨਾਂ ਦਾ ਐਨਾਲਿਸਿਸ ਵੀ ਪੇਸ਼ ਕਰਨਾ ਹੈ, ਦੱਸਣਾ ਵੀ ਆ ਕਿ ਮੁਸ਼ਕਲ ਹੈਗੀ ਹੈ, ਲੇਕਿਨ ਐਂਡ ਦੇ ਵਿੱਚ ਤੁਸੀਂ ਇੱਕ ਸੁਪਨਾ ਜਗਾਉਣਾ, ਜਿਹਨੂੰ ਇੱਛਤ ਯਥਾਰਥ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ, ਕਿ ਸੁਪਨਾ ਕਰਨਾ, ਪਰ ਉਹ ਸੁਪਨਾ ਅਨਰੀਅਲ ਨਹੀਂ ਹੈ, ਉਹ ਰੀਅਲ ਹੈ। ਪਰ ਉਹ ਸੁਪਨਾ ਪੂਰਾ ਉਦੋਂ ਹੀ ਹੋਏਗਾ ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਹੜੀ ਤੁਸੀਂ ਕਿਸਾਨ ਦੀ ਗੱਲ ਕਰ ਰਹੇ ਹੋ ਜਾਂ ਕਿਸੇ ਦੀ, ਕਈ ਵਾਰੀ ਅੱਜ ਕੀ ਹੁੰਦਾ, ਅੱਜ ਖਾਮ-ਖਾਂ ਉਸ ਤੇ ਇਲਜ਼ਾਮ ਲਾ ਦਿੱਤਾ ਜਾਂਦਾ ਕਿ ਕਿਸਾਨ ਨੇ ਖਰਚੇ ਵਧਾ ਲਏ, ਜੱਟ ਨੇ ਆਪਣੇ ਖਰਚੇ ਵਧਾ ਲਏ, ਉਹ ਹੁਣ ਪੀਣ ਖਾਣ ਬਹੁਤ ਲੱਗ ਪਿਆ, ਜਾਂ ਉਹ ਆਹ ਚੀਜ਼ਾਂ ਵਿਆਹ ਕਰਨਾ ਪਿਆ, ਇੰਜੋਏ ਕਰਨਾ ਪਿਆ। ਇਹ ਆਪਾਂ ਪੁੱਠੇ ਪਾਸੇ ਨੂੰ ਜਾਣ ਵਾਲੀ ਗੱਲਾਂ ਨਹੀਂ, ਮਤਲਬ ਸਾਰੀਆਂ, ਉਹ ਵੀ ਇਸੇ ਸਮਾਜ 'ਚ ਰਹਿੰਦਾ ਨਾ, ਇਹੀ ਸਮਾਜ ਉਹਨੂੰ ਵੀ ਲਿਓਰ ਕਰ ਰਿਹਾ, ਉਹਨੂੰ ਵੀ ਪ੍ਰਵੋਕ ਕਰ ਰਿਹਾ, ਜਿਵੇਂ ਬਾਕੀ ਸਾਰਿਆਂ ਨੂੰ। ਗੁਰਵਿੰਦਰ, ਮੈਨੂੰ ਭਾਜੀ ਹੋਰਾਂ ਦੀ ਆਵਾਜ਼ ਨਹੀਂ ਆ ਰਹੀ। ਆ ਗਈ ਮੇਰੀ ਆਵਾਜ਼ ਤਾਂ ਆ ਰਹੀ ਹੈ ਨਾ? ਹਾਂ, ਸੋ ਮੈਂ ਇਹ ਕਹਿ ਰਿਹਾ ਸੀਗਾ ਕਿ ਜਿਹੜੀਆਂ ਪ੍ਰੋਵੋਕੇਸ਼ਨਸ ਨੇ, ਉਹ ਪ੍ਰੋਵੋਕੇਸ਼ਨਸ ਕਿਸਾਨ ਵਾਸਤੇ, ਜੱਟ ਵਾਸਤੇ, ਮਜ਼ਦੂਰ ਵਾਸਤੇ ਵੀ ਪੂਰੀਆਂ ਨੇ। ਮਸਲਾ ਤਾਂ ਇਹ ਹੈਗਾ ਕਿ ਇੱਕ ਪਾਸੇ ਤਾਂ ਅਸੀਂ ਉਹਨੂੰ ਅੰਨਦਾਤਾ ਕਹਿੰਦੇ ਆ, ਆਪਾਂ ਕਹਿੰਦੇ ਪੂਰਾ ਮੁਲਕ ਤੇਰੇ ਮੋਢਿਆਂ ਤੇ ਉੱਤੇ ਹੀ ਹੈ, ਤੇ ਦੂਜੇ ਪਾਸੇ ਅਸੀਂ ਜੇ ਉਹ ਮਾੜਾ ਜਿਹਾ ਵੀ ਸੁੱਖ ਦਾ ਸਾਹ ਲੈਣਾ ਚਾਹੁੰਦਾ ਹੈ, ਜੇ ਉਹ ਥੋੜੇ ਜਿਹੇ ਵੀ ਸੋਹਣੇ ਕੱਪੜੇ ਪਾਉਣ ਦੀ ਕੋਸ਼ਿਸ਼ ਕਰਦਾ, ਜਾਂ ਸੋਹਣੇ ਜਿਹੇ ਮਾੜਾ ਜਿਹਾ ਮੋਟਰਸਾਈਕਲ ਜਾਂ ਗੱਡੀ ਲੈ ਕੇ ਉਹਦੇ ਤੇ ਘੁੰਮਣਾ ਚਾਹੁੰਦਾ, ਜਾਂ ਕਿਤੇ ਸ਼ਾਮ ਨੂੰ ਥੋੜਾ ਬਹੁਤਾ ਮਸਤੀ ਇੰਜੋਏ ਕਰਨਾ ਚਾਹੁੰਦਾ, ਤੇ ਸਾਡਾ ਸਾਰਾ ਨਿਸ਼ਾਨਾ ਕਿਉਂ ਉਹਦੇ ਤੇ ਆ ਜਾਂਦਾ? ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਸ਼ਹਿਰਾਂ ਦੇ ਵਿੱਚ ਲੋਕੀ ਸ਼ਰੇਆਮ ਪੱਬਾਂ ਕਲੱਬਾਂ 'ਚ ਜਾਂਦੇ ਨੇ, ਉੱਥੇ ਹਜ਼ਾਰਾਂ ਲੱਖਾਂ ਰੁਪਈਆ ਉਡਾਉਂਦੇ ਨੇ ਸਿਰਫ 2-3 ਘੰਟੇ ਦੀ ਮਸਤੀ ਲਈ, ਹਨਾ।
ਤੇ ਉਹ ਇੱਕ ਗਰੀਬ ਬੰਦਾ ਜਿਹੜਾ ਸਾਰਾ ਦਿਨ ਮਿਹਨਤ ਕਰਦਾ, ਅਸੀਂ ਉਹਦੇ ਤੇ ਇਲਜ਼ਾਮ ਧਰ ਦਿੰਦੇ ਹਾਂ। ਉਹ ਉਸ ਸਮਾਂ ਵਾਲੀ ਡਾਂਗ ਵਿੱਚ ਇਹ ਸਾਰੇ ਸਵਾਲ ਮੈਂ ਲੈ ਕੇ ਆਇਆ ਸੀ ਕਿ ਤੁਸੀਂ ਸਾਡੀ ਜ਼ਿੰਦਗੀ ਨੂੰ ਖਰਾਬ ਕਿਵੇਂ ਕੀਤਾ, ਕਿ ਅਸੀਂ ਤਾਂ ਜਿਹੜੀ ਪਰਿਵਾਰਕ ਜ਼ਿੰਦਗੀ ਹੈ, ਇੱਕ ਵਿਵਾਹਿਤਾ ਜ਼ਿੰਦਗੀ ਹੈ, ਜਿਹੜਾ ਵਿਵਾਹਿਤਾ ਜ਼ਿੰਦਗੀ ਦਾ ਇੱਕ ਇੰਟੀਮੇਟ ਸੁੱਖ ਹੁੰਦਾ ਨਾ, ਸਾਡੇ ਲਈ ਤਾਂ ਉਹ ਵੀ ਸੁੱਖ ਨਹੀਂ ਰਿਹਾ, ਸਾਡੇ ਲਈ ਤਾਂ ਉਹ ਵੀ ਭੁਗਤਾਨ ਵਾਲਾ ਪਲ ਬਣ ਗਿਆ, ਕਿਉਂਕਿ ਸਾਨੂੰ ਇੰਨਾ ਕੁ ਤੁਸੀਂ ਮਤਲਬ ਉਸ ਚੀਜ਼ ਦੇ ਵਿੱਚ ਗ੍ਰਿਲ ਕਰ ਦਿੱਤਾ। ਛੋਟੀਆਂ ਚੀਜ਼ਾਂ ਲੈਂਦੇ। ਔਰ ਬਲਵਿੰਦਰ, ਤੁਸੀਂ ਹੈਰਾਨ ਹੋਵੋਗੇ, ਜਿਹੜੀ ਤੁਸੀਂ ਗੱਲ ਮੇਰੇ ਨਾਲ ਕਰ ਰਹੇ ਸੀ ਕਿ ਅਸੀਂ ਬਹੁਤ ਜ਼ਿਆਦਾ ਵਰਬੋਸ ਹੋ ਗਏ ਹਾਂ, ਅਸੀਂ ਬਹੁਤ ਜ਼ਿਆਦਾ ਵੋਕਲ ਹੋਏ ਹਾਂ, ਇਹ ਗੱਲਾਂ ਅਸੀਂ ਕੈਮਰੇ ਦੇ ਪਿੱਛੇ ਕਰ ਰਹੇ ਸੀਗੇ। ਮੈਂ ਉਸ ਨਾਟਕ ਦੇ ਵਿੱਚ ਤਜਰਬਾ ਕੀਤਾ ਕਿ ਬਹੁਤ ਵਾਰੀ 1.5 ਘੰਟੇ ਦੇ ਨਾਟਕ ਦੇ ਵਿੱਚ 1.5 2 ਮਿੰਟ ਦੇ ਮੈਂ ਪੌਜ਼ਿਸ, ਸਾਇਲੈਂਸ ਕ੍ਰੀਏਟ ਕੀਤੀ ਕਿ ਜਿੱਥੇ ਕੁਛ ਨਹੀਂ ਬੋਲ ਰਿਹਾ, ਕੋਈ ਮਿਊਜ਼ਿਕ ਨਹੀਂ ਆ ਰਿਹਾ, ਨਾ ਕਲਾਕਾਰ ਬੋਲ ਰਿਹਾ, ਔਰ ਕਲਾਕਾਰ ਮੂਵਮੈਂਟ ਵੀ ਨਹੀਂ ਲੈ ਰਿਹਾ, ਇੱਕੋ ਜਗ੍ਹਾ ਖੜਾ ਹੈ। ਲੇਕਿਨ ਦਰਸ਼ਕ ਜਿਹੜਾ ਸੀਗਾ, ਮੈਂ ਦੇਖਦਾ ਰਹਿੰਦਾ ਸੀ ਦਰਸ਼ਕ ਵੱਲ, ਦਰਸ਼ਕ ਦੇ ਸਬਰ ਦਾ ਮੈਂ ਇਮਤਿਹਾਨ ਲੈਂਦਾ ਸੀਗਾ, ਦਰਸ਼ਕ ਸੁੰਨ ਹੋਇਆ ਬੈਠਾ ਰਹਿੰਦਾ ਸੀ। ਔਰ ਬਾਅਦ ਚ ਲੋਕੀ ਇਹ ਕਹਿੰਦੇ ਸੀ ਕਿ ਜਿਹੜੀ ਉਹ 2 ਮਿੰਟ ਦੀ ਚੁੱਪ ਸੀ ਨਾ, ਉਹ ਡਾਇਲੌਗਸ ਨਾਲੋਂ ਵੀ ਜ਼ਿਆਦਾ ਤਿੱਖੀ ਬੋਲ ਰਹੀ ਸੀ। ਸੋ ਇਹ ਰੰਗਮੰਚ ਦਾ ਜਜ਼ਬਾ ਹੈ। ਸੋ ਉਹ ਜਜ਼ਬਾ ਮੈਂ ਸਮਝਦਾ ਕਿ ਨਾ ਵੱਧ ਰਿਹਾ ਹੈ। ਰੰਗਮੰਚ ਆਪਣੀ ਜ਼ਿੰਮੇਵਾਰੀ ਨੂੰ ਜ਼ਿਆਦਾ ਸਮਝ ਰਿਹਾ ਤੇ ਸੱਤਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇੱਕ ਕੰਟਰਾਸਟ ਹੈ ਅਸਲ ਦੇ ਵਿੱਚ। ਸਾਹਿਬ ਭਾਜੀ ਜੀ, ਮੇਰੇ ਸਵਾਲ ਬਹੁਤ ਵੱਧ ਰਹੇ ਨੇ, ਔਰ ਮੈਂ ਕਿਸੇ ਰੋਜ਼ ਫੇਰ ਮੈਂ ਆਪਣੇ ਗੁਰਵਿੰਦਰ ਹੋਰ ਭਾਜੀ ਹੋਰਾਂ ਨੂੰ ਕਵਾਂਗਾ ਕਿ ਮੈਨੂੰ ਵੀ ਮੌਕਾ ਦੇਣ ਇਸ ਤਰ੍ਹਾਂ ਦਾ, ਕਿਉਂਕਿ ਸਵਾਲ ਜ਼ਿਆਦੇ ਨੇ, ਖਾਸ ਤੌਰ ਤੇ ਰੰਗਮੰਚ ਦੇ ਵਿੱਚ ਖਾਮੋਸ਼ੀ ਨੂੰ ਲੈ ਕੇ, ਫਿਲਮਾਂ 'ਚ ਖਾਮੋਸ਼ੀ ਨੂੰ ਲੈ ਕੇ, ਜਾਂ ਜਿਹੜਾ ਤੁਸੀਂ ਐਕਸਪੈਰੀਮੈਂਟ ਕੀਤਾ ਇਹਨੂੰ ਲੈ ਕੇ, ਕਿਸੇ ਦਿਨ ਆਪਾਂ ਇਹਨੂੰ ਪੈਂਡਿੰਗ ਰੱਖ ਲਈਏ, ਇਹਨੂੰ ਆਪਾਂ, ਮੈਂ ਇਸ ਨੂੰ ਸਮਾਪਨ ਨਹੀਂ ਕਹੂੰਗਾ ਵੀ ਅੱਜ ਸਾਡੀ ਪੈਂਡਿੰਗ ਤਾਂ ਬਲਵਿੰਦਰ ਇਦਾਂ ਹੋ ਗਿਆ ਨਾ ਕਿ ਜਦੋਂ ਇਹ ਵਰਚੁਅਲ ਥੀਏਟਰ ਫੈਸਟੀਵਲ ਸ਼ੁਰੂ ਹੋਇਆ, ਉਦੋਂ ਵੀ ਫਸਟ ਪਰਫਾਰਮੈਂਸ ਸੀ, ਮਹੀਨੇ ਕੇ ਬਾਅਦ ਫੇਰ ਹੋਏ ਆ, ਤੇ ਮੈਨੂੰ ਪਤਾ 15 ਕੁ ਦਿਨਾਂ ਨੂੰ ਗੁਰਵਿੰਦਰ ਨੇ ਇੱਕ ਫੇਰ ਕਹਿਣਾ, ਭਾਜੀ ਇੱਕ ਫੇਰ ਕਰ ਲਈਏ, ਉਦੋਂ ਆਪਾਂ ਬਾਕੀ ਸਵਾਲ ਕਰਾਂਗੇ। ਚਲੋ ਗੁਰਵਿੰਦਰ ਜੇ ਯੈਸ ਕਹਿੰਦੇ ਨੇ ਤਾਂ ਬਹੁਤ ਅੱਛੀ ਗੱਲ ਹੈ। ਨਹੀਂ, ਗੁਰਵਿੰਦਰ ਤਾਂ ਯੈਸ ਕਹਾ ਲੈਂਦਾ ਹੈ, ਹਾਂ, ਲੇਕਿਨ ਜੇ ਨਹੀਂ ਵੀ ਗੁਰਵਿੰਦਰ ਕਹਿੰਦਾ, ਮੈਂ ਵੈਸੇ ਤੁਹਾਡੇ ਨਾਲ ਕਿਤੇ ਮਿਲਣ ਆਉਂਗਾ, ਮੈਂ ਤੁਹਾਡੇ ਨਾਲ ਇਹ ਗੱਲਾਂ ਵੈਸੇ ਕਰੂੰਗਾ, ਮੇਰੇ ਆਪਦੇ ਸਵਾਲ ਨੇ ਇਹ ਜਿਹੜੇ। ਜ਼ਰੂਰ। ਨਹੀਂ, ਸਾਇਲੈਂਸ ਦੀ ਬਹੁਤ ਇੰਪੋਰਟੈਂਸ ਹੈ ਆਰਟ ਦੇ ਵਿੱਚ ਨਾ, ਸਾਇਲੈਂਸ ਦੀ ਬਹੁਤ ਇੰਪੋਰਟੈਂਸ ਹੈ। ਕਿਉਂਕਿ ਮੈਂ ਦੇਖਦਾ ਫਿਲਮ ਕੀਤੀ ਨਾ ਭੂਖ, ਉਹ 16 ਮਿੰਟ ਦੀ ਫਿਲਮ ਹੈ, ਤੇ 16 ਮਿੰਟ ਦੀ ਫਿਲਮ ਦੇ ਵਿੱਚ ਹਾਰਡਲੀ 3 ਜਾਂ 4 ਮਿੰਟ ਦੇ ਡਾਇਲੌਗ ਹੋਣੇ, ਬਾਕੀ ਸਾਰੀ ਸਾਇਲੈਂਸ। ਮੈਨੂੰ ਬਹੁਤ ਬੜੇ ਚਿਰ ਤੋਂ ਪੰਜਾਬੀ ਫਿਲਮਾਂ ਤੋਂ ਔਰ ਥੀਏਟਰ ਤੋਂ ਇਹੀ ਮਤਲਬ ਗਿਲਾ ਰਹਿੰਦਾ ਰਿਹਾ ਕਿ ਸਾਡੀ ਰੰਗਮੰਚ ਤੇ ਸਾਡੀ ਖਾਮੋਸ਼ੀ ਬਹੁਤ ਘੱਟ ਬੋਲਦੀ ਆ, ਮਤਲਬ ਅਸੀਂ ਬਹੁਤ ਲਾਊਡ ਰਹਿੰਦੇ ਹਾਂ, ਅਸੀਂ ਬਹੁਤ ਜ਼ਿਆਦਾ ਮਤਲਬ ਚਲੋ ਇਹ ਆਪਾਂ ਨਹੀਂ, ਹੁਣ ਮੈਂ ਨਹੀਂ ਕਰੂੰਗਾ ਇਸ ਗੱਲ ਤੇ। ਸਾਹਿਬ ਭਾਜੀ, ਅੱਜ ਵੀ ਮੈਂ ਜਦੋਂ ਤੁਸੀਂ ਗੱਲ ਕਰ ਰਹੇ ਸੀ, ਤੁਹਾਡੀ ਗੱਲ ਪੂਰੀ ਤਰ੍ਹਾਂ ਮੈਂ ਨਹੀਂ ਸੁਣ ਰਿਹਾ, ਵਿੱਚੋਂ ਕੱਟ ਗਿਆ ਸੀਗਾ, ਲੇਕਿਨ ਸਾਡੇ ਟੈਕਨੀਕਲੀ ਫਿਰ ਮੈਨੂੰ ਜੋੜ ਲਿਆ ਇਹਨਾਂ ਨੇ। ਤੁਸੀਂ, ਤੁਹਾਡੇ ਨਾਲ ਗੱਲਾਂ ਹੋਈਆਂ, ਤੁਹਾਡਾ ਬਹੁਤ ਸਾਰਾ ਸ਼ੁਕਰੀਆ, ਥੈਂਕ ਯੂ ਸੋ ਮਚ। ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ। ਇਹ ਸਨ ਸੰਜੀਦਗੀ ਵਾਲੇ, ਗੰਭੀਰਤਾ ਵਾਲੇ ਡਾਕਟਰ ਸਾਹਿਬ ਸਿੰਘ ਹੋਰੀ, ਜਿਨ੍ਹਾਂ ਨਾਲ ਮੈਂ ਰੰਗਮੰਚ ਦੇ ਹਵਾਲੇ ਨਾਲ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ, ਔਰ ਜ਼ਿੰਦਗੀ ਦੇ ਹਵਾਲੇ ਨਾਲ ਰੰਗਮੰਚ ਦੀਆਂ ਗੱਲਾਂ ਕੀਤੀਆਂ। ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੇ ਸਵਾਲ ਨੇ, ਹੁੰਦੇ ਨੇ, ਤੁਹਾਡੇ ਮਨ 'ਚ ਵੀ ਹੋਣਗੇ, ਲੇਕਿਨ ਕੁਛ ਹੋਏ, ਕੁਛ ਰਹਿ ਗਏ। ਜੋ ਮੈਂ ਸੋਚ ਕੇ ਆਇਆ ਸੀ ਉਹ ਨਹੀਂ ਹੋ ਪਾਉਂਦਾ, ਜੋ ਮੈਂ ਬੋਲਿਆ ਉਹ ਅਚਾਨਕ ਆਪਣੇ ਆਪ ਆ ਗਿਆ। ਇਸੇ ਤਰ੍ਹਾਂ ਸਾਡੀ ਜਿਹੜੀ ਇਹ ਕਨੈਕਸ਼ਨ ਹੈ, ਇਹ ਜਿਹੜਾ ਲਿੰਕ ਆ, ਇਹ ਜਿਹੜਾ ਅਸੀਂ ਜੋੜਦੇ ਹਾਂ ਕੁੰਡੀਆਂ ਇੱਕ ਦੂਸਰੇ ਦੇ ਨਾਲ, ਵਾਈਫਾਈ, ਇੰਟਰਨੈਟ, ਇਹ ਵੀ ਟੁੱਟ ਜਾਂਦੀਆਂ ਨੇ, ਕਦੇ ਜੁੜ ਜਾਂਦੀਆਂ ਨੇ। ਇਸ ਲਈ ਤੁਸੀਂ ਇਸ ਨੂੰ ਤਾਂ ਇਹਦਾ ਹਿੱਸਾ ਹੀ ਮੰਨੋ, ਜਿਵੇਂ ਰੰਗਮੰਚ ਦੇ ਵਿੱਚ ਖਾਮੋਸ਼ੀ ਹਿੱਸਾ ਤੇ ਇਹ ਟੁੱਟ ਭੱਜ ਇਸ ਵਰਚੁਅਲ ਮੰਚ ਦਾ ਵੀ ਹਿੱਸਾ। ਤੁਸੀਂ ਬੈਠੇ ਰਹੇ, ਦੇਖਦੇ ਰਹੇ, ਔਰ ਇਹ ਤੋਂ ਅਸੀਂ ਤੁਹਾਡੇ ਸਬਰ ਦਾ ਤੇ ਤੁਹਾਡੀ ਜਿਹੜੀ ਪੇਸ਼ੈਂਸ ਦਾ ਇਮਤਿਹਾਨ। ਕੱਲ ਅਸੀਂ ਕਰੀਬ 31ਵੇਂ ਦਿਨ ਦੇ ਵਿੱਚ, ਮੇਰੇ ਖਿਆਲ 'ਚ 31ਵੇਂ ਦਿਨ ਦੇ ਵਿੱਚ ਡਾਕਟਰ ਜਗਦੀਸ਼ ਗਰਗ ਹੋਰੀ ਸਾਡੇ ਨਾਲ ਸੁਨਹਿਰੀ ਬੋਲ ਲੈ ਕੇ ਆਉਣਗੇ, ਔਰ ਪੇਸ਼ੇ ਨਜ਼ਰ ਦੇ ਵਿੱਚ ਆਵੀ ਸਿੰਘ ਹੋਰੀ USA ਤੋਂ ਸਾਡੇ ਨਾਲ ਜੁੜਨਗੇ, ਔਰ ਮੇਰੀ ਜਗ੍ਹਾ ਤੇ ਕੋਈ ਮੰਚ ਸੰਚਾਲਨ ਕੋਈ ਹੋਰ ਕਰਨਗੇ। ਹਾਂ, ਇੰਦਰਜੀਤ ਹੋਰੀ ਹੋਣਗੇ ਸ਼ਾਇਦ, ਉਹ ਦੇਖਣਾ ਪੈਣਾ ਕਿ ਉਹ ਟੈਕਨੀਕਲੀ ਕੌਣ ਉਸ ਵੇਲੇ ਅਵੇਲੇਬਲ ਹੁੰਦਾ। ਜਿਵੇਂ ਅੱਜ ਮੈਂ ਥੋੜਾ ਜਿਹਾ ਬਾਹਰ ਹੋ ਗਿਆ ਸੀ ਸੀਮਾ ਤੋਂ, ਮੇਰੀ ਜਿਹੜੀ ਕਨੈਕਟੀਵਿਟੀ ਆ ਉਹ ਬਾਹਰ ਹੋ ਗਈ ਸੀ। ਦਰਸ਼ਕੋ, ਜਦੋਂ ਇਹ ਸ਼ੁਰੂ ਕੀਤਾ ਸੀਗਾ, ਮੈਂ ਜਾਂਦੇ ਜਾਂਦੇ ਜਸਟ ਜੇ ਕਨੈਕਸ਼ਨ ਲੂਜ਼ ਨਾ ਹੋਵੇ ਤਾਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਕਰੋਨਾ ਦਾ ਇੱਕ ਖੌਫ ਜਿਹਾ ਸੀਗਾ,
ਅਸੀਂ ਡਰੇ ਜੇ ਬੈਠੇ ਸੀਗੇ ਔਰ ਰੰਗਮੰਚ ਨੂੰ ਅਸੀਂ ਅੰਦਰੋਂ ਆਪਦੇ ਡਰਾਇੰਗ ਰੂਮ ਤੱਕ, ਆਪਦੀਆਂ ਚਾਰ ਦੀਵਾਰੀਆਂ ਤੱਕ ਸੀ। ਪਰ ਹੁਣ ਹੌਲੀ ਹੌਲੀ ਲੱਗ ਰਿਹਾ ਕਿ ਸਾਡੇ ਰੰਗਕਰਮੀ ਇਸ ਨੂੰ ਇੱਕ ਐਕਸਪੈਰੀਮੈਂਟ ਦੇ ਰੂਪ ਦੇ ਵਿੱਚ, ਇੱਕ ਉਤਸਵ ਦੇ ਰੂਪ ਦੇ ਵਿੱਚ, ਇੱਕ ਇਨਵੋਲਵਮੈਂਟ ਦੇ ਰੂਪ ਦੇ ਵਿੱਚ ਡੇ ਬਾਈ ਡੇ, ਹਰ ਰੋਜ਼ ਦੀ ਤਰ੍ਹਾਂ ਦਿਨ ਬ ਦਿਨ ਲੈ ਕੇ ਆ ਰਹੇ ਨੇ। ਔਰ ਉਹਨਾਂ ਦੀ ਜਿਹੜੀ ਸੰਜੀਦਗੀ ਆ, ਘਟਨਾਵਾਂ ਨੂੰ ਲੈ ਕੇ, ਸਥਿਤੀਆਂ ਨੂੰ ਲੈ ਕੇ, ਸਿਆਸਤ ਨੂੰ ਲੈ ਕੇ ਔਰ ਕਈ ਹੋਰ ਤਰ੍ਹਾਂ ਦੀਆਂ, ਬਹੁਤ ਸੰਜੀਦਾ ਤੇ ਬਹੁਤ ਸੀਰੀਅਸ ਹੈ। ਔਰ ਮੈਨੂੰ ਇਹ ਗੱਲ ਚੰਗੀ ਲੱਗਦੀ ਹੈ ਮੈਨੂੰ ਤੇ। ਔਰ ਤੁਹਾਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਨੇ ਉਹ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਸਵਾਲਾਂ ਦੇ ਰੂਪ ਦੇ ਵਿੱਚ, ਸਲਾਹਾਂ ਦੇ ਰੂਪ 'ਚ ਤੁਸੀਂ ਲਾਜ਼ਮੀ ਤੌਰ ਤੇ ਕਰ ਸਕਦੇ ਹੋ। ਔਰ ਤੁਹਾਨੂੰ ਇਹ ਅੱਜ ਦਾ ਐਪੀਸੋਡ ਕਿਹੋ ਜਿਹਾ ਲੱਗਿਆ ਉਹ ਜ਼ਰੂਰ ਤੁਸੀਂ ਆਪਦੀਆਂ ਜਿਹੜੀਆਂ ਟਿੱਪਣੀਆਂ ਨੇ ਤੇ ਜਿਹੜੇ ਤੁਹਾਡੇ ਕੁਐਸਚਨਸ ਨੇ, ਜਿਹੜੇ ਤੁਹਾਡੇ ਕਮੈਂਟਸ ਨੇ, ਉਹ ਦਿਆ ਕਰੋ। ਅੱਜ ਲਈ ਇੰਨਾ ਹੀ। ਕੱਲ ਕਿਸੇ ਹੋਰ, ਮੈਂ ਦੱਸ ਚੁੱਕਾ ਵੀ ਜਿਨ੍ਹਾਂ ਨਾਲ ਤੁਸੀਂ 31ਵੇਂ ਦਿਨ 'ਚ ਅਸੀਂ ਦਾਖਲ ਹੋਵਾਂਗੇ, ਉਹਨਾਂ ਨਾਲ ਅਸੀਂ ਕੱਲ ਰੂਬਰੂ ਹੋਵਾਂਗੇ, ਗੱਲਾਂ ਕਰਾਂਗੇ। ਅੱਜ ਮੈਨੂੰ ਬਲਵਿੰਦਰ ਨੂੰ ਦਿਓ ਇਜਾਜ਼ਤ। ਰੱਬ ਚਾਨਣਾ ਦੇ ਹਾਣੀਆਂ ਦੇ ਮਿੱਠੇ ਮਿੱਠੇ ਪਾਣੀਆਂ 'ਚ ਜ਼ਹਿਰ ਕਿਹੜਾ ਖੋਰ ਵੇ ਗਿਆ। ਚਾਨਣਾ ਦੇ ਹਾਣੀਆਂ ਦੇ ਮਿੱਠੇ ਮਿੱਠੇ ਪਾਣੀਆਂ 'ਚ ਜ਼ਹਿਰ ਕਿਹੜਾ ਖੋਰ ਵੇ ਗਿਆ। ਅਣਖਾਂ ਦੇ ਜਾਦੂਆਂ ਦਾ ਰੰਗ ਰੱਤੇ ਬਾਜ਼ੂਆਂ ਦਾ ਉੱਡ ਕਿਤੇ ਜ਼ੋਰ ਵੇ ਗਿਆ। ਕੌਣ ਸੀ ਲੁਟੇਰਾ ਵਾਣ ਤਾਣ ਸਾਡੇ ਰੋਲ ਕੇ ਤੇ ਲੁੱਟ ਸਾਡੀ ਲੋਰ ਵੇ ਗਿਆ। ਬਾਹਾਂ ਨੂੰ ਮਰੋੜ ਕੇ ਕਚਹਿਰੀਆਂ ਦੇ ਰਾਹਾਂ ਵੱਲ ਕੌਣ ਸਾਨੂੰ ਤੋਰ ਵੇ ਗਿਆ। ਹੋ ਮੇਰੇ ਆ ਬੇਲੀਆਂ ਮੀਆਂ ਕੌਣ ਸਾਨੂੰ ਤੋਰ ਵੇ ਗਿਆ। ਕੌਣ ਸਾਨੂੰ ਤੋਰ ਵੇ ਗਿਆ। ਕੌਣ ਸਾਨੂੰ ਰੋਲ ਵੇ ਗਿਆ।